ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਜਿਮ ਅਜਗਰ ਕੇ ਮੁਖ ਪਰ ਹੈ ਅੰਧਾ ਬਿਨ ਹੇਰੇ। ਬਿਨ ਕਾਰਨ ਦ੍ਰੋਹੀ ਦੁਸ਼ਟ ਕਰ ਕ੍ਰੋਧ ਵਡੇਰੇ। ਜਿਮ ਅਜਗਰ ਕੇ ਮੁਖ ਪਰ ਹੈ ਅੰਧਾ ਬਿਨ ਹੇਰੇ। ਬਿਨ ਕਾਰਨ ਦ੍ਰੋਹੀ ਦੁਸ਼ਟ ਕਰ ਕ੍ਰੋਧ ਵਡੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ। ਦਇਆ ਨਿਧ ਮਿਹਰਾਮਤਾਂ ਦਾ ਸਾਗਰ। ਹਾਜ਼ਰਾ ਹਜੂਰ ਜਹਰਾ ਜਹੂਰ। ਦੀਨਾ ਬੰਧੂ ਲੋਕ ਪਰਲੋਕ ਤੇ ਰਖਿਅਕ। ਰਾਜਾਨ ਰਾਜਪਾਨ ਆਨ ਪਾਨ ਧੰਨ ਧੰਨ ਸਾਹਿਬ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਸ਼ਨ ਪਰਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਦਇਆ ਮਿਹਰਾਮਤ ਸਦਕਾ ਨਿਤਾ ਪ੍ਰਤੀ ਹਜ਼ੂਰ ਦੇ ਖੁੱਲ੍ਹੇ ਦਰਸ਼ਨ ਦੀਦਾਰ। ਧੰਨ ਧੰਨ ਸਾਹਿਬ ਚੋਜੀ ਪਾਤਸ਼ਾਹ
ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਕੌਤਕ ਜੀਵਨ ਇਤਿਹਾਸ ਦੀ ਗਾਥਾ ਸ਼ਰਵਣ ਕਰਦਿਆਂ ਹੋਇਆਂ ਆਪਣੇ ਸਮੇਂ ਨੂੰ ਮਨੁੱਖੇ ਜਾਮਾਂ ਨੂੰ ਸਫਲਾ ਬਣਾਉਂਦੇ ਹਾਂ। ਕੱਲ ਦੀ ਬਾਣ ਵਿੱਚ ਜਥਾ ਪ੍ਰਸੰਗ ਆਪਾਂ ਸ਼ਰਵਣ ਕੀਤਾ ਹੈ ਕਿ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਨਾਲ ਅਕਾਰਨ ਈਰਖਾ ਵੈਰ ਕਰਦਾ ਹੋਇਆ ਚੰਦੂ ਪਾਪੀ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਸ਼ਹੀਦ ਕਰਵਾਉਣ ਜਾਂ ਕੈਦ ਕਰਵਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹੈ। ਸਮਾਂ ਉਡੀਕਦਾ ਹੈ ਵੀ ਕਿਹੜਾ ਸਮਾਂ ਹੋਵੇ, ਕੋਈ ਮੌਕਾ ਮਿਲੇ ਤੇ ਮੈਂ ਗੁਰੂ ਅਰਜਨ ਦੇਵ ਸਾਹਿਬ ਦੇ ਖਿਲਾਫ ਬਾਦਸ਼ਾਹ ਨੂੰ ਕਰਕੇ ਕੋਈ ਸ਼ਾਹੀ ਹੁਕਮ ਫਰਮਾਨ ਜਾਰੀ ਕਰਵਾਵਾਂ। ਬਹਾਨਾ ਜਿਹਾ ਬਣਾ ਕੇ ਵੀ ਦਿੱਲੀ ਇੱਥੇ ਗਰਮੀ ਬਹੁਤ ਪੈਂਦੀ ਹੈ, ਪੁਰਾਣੇ ਰਾਜੇ ਮਹਾਰਾਜੇ ਤੁਹਾਡੇ ਬਜ਼ੁਰਗ ਵੀ ਕਸ਼ਮੀਰ ਦੀਆਂ ਵਾਦੀਆਂ ਵਿੱਚ ਇਹਨਾਂ ਦਿਨਾਂ ਵਿੱਚ ਜਾਂਦੇ ਹੁੰਦੇ ਸਨ ਤੇ ਤੁਹਾਨੂੰ ਵੀ ਰਾਜਨ ਚਾਹੀਦਾ ਹੈ। ਜੇ ਖੜਾ ਪਾਣੀ ਇੱਕ ਰੁਕਿਆ ਰਹਿੰਦਾ ਹੈ ਤੇ ਮੁਸ਼ਕ ਜਾਂਦਾ ਹੈ, ਤੁਹਾਡਾ ਪ੍ਰਤਾਪ ਓਨਾ ਹੀ ਵਧੇਗਾ। ਇਸ ਤਰ੍ਹਾਂ ਜਹਾਂਗੀਰ ਨੂੰ ਪ੍ਰਸੰਨ ਜਿਹਾ ਕਰਕੇ ਕਸ਼ਮੀਰ ਨੂੰ ਤੋਰ ਲਿਆ। ਪਤਾ ਸੀ ਵੀ ਪੰਜਾਬ ਦੇਸ਼ ਵਿੱਚੋਂ ਜਦੋਂ ਲੰਘ ਕੇ ਜਾਵਾਂਗਾ ਉੱਥੇ ਮੈਂ ਕੋਈ ਚਾਲ ਚੱਲਾਂਗਾ। ਦਿਮਾਗ ਪਹਿਲਾਂ ਹੀ ਕੋਈ ਸਾਜ਼ਿਸ਼ ਘੜੀ ਹੋਈ ਸੀ ਬੁੱਧੀ ਅੰਦਰ। ਜਦੋਂ ਇੱਧਰ ਆ ਮਾਝੇ ਦੇ ਇਲਾਕੇ ਜੇ ਵਿੱਚ ਆਏ ਤੇ ਐਵੇਂ ਹੀ ਬਹਾਨਾ ਬਣਾ ਦਿੱਤਾ। ਘੋੜੇ ਤੋਂ ਡਿੱਗਾ ਜਦੋਂ ਜਹਾਂਗੀਰ ਤੇ ਆਖਿਆ ਬਾਦਸ਼ਾਹ ਵੀ ਜੇ ਕਿਤੇ ਉਹ ਕਿਤਾਬ ਆਪਣੇ ਕੋਲ ਹੁੰਦੀ ਤੇ ਨਜ਼ੂਮੀ ਨੂੰ ਕਹਿ ਕੇ ਆਪਾਂ ਉਹਨੂੰ ਸਦਵਾ ਲੈਂਦੇ, ਪਤਾ ਲੱਗ ਜਾਂਦਾ ਵੀ ਤੁਹਾਨੂੰ ਕਿਸ ਕਾਰਨ ਨਾਲ ਸੱਟ ਵੱਜੀ ਹੈ। ਬਾਦਸ਼ਾਹ ਪੁੱਛਦਾ ਕਿਤਾਬ ਕਿੱਥੇ ਹੈ? ਕੀ ਦਸੀਏ ਬਾਦਸ਼ਾਹ ਜਹਾਂ ਪਨਾਹ ਰਾਤ ਇੱਥੇ ਚੋਰੀ ਹੋਈ ਹੈ, ਤੁਹਾਡਾ ਕਾਫੀ ਮਾਲ ਸਮਾਨ ਲੁੱਟਿਆ ਗਿਆ ਹੈ ਤੇ ਵੇਖ ਲਓ ਹੁਣ ਇੱਥੇ ਚੋਰ ਕਿੰਨੇ ਵਧੇ ਹੈ। ਬਾਦਸ਼ਾਹ ਹੈਰਾਨ ਹੁੰਦਾ ਹੈ। ਫਿਰ ਚੰਦੂ ਬਾਦਸ਼ਾਹ ਦੇ ਮਨ ਵਿੱਚ ਪਾਤਸ਼ਾਹ ਗਰੀਬ ਨਵਾਜ ਦੇ ਖਿਲਾਫ ਜ਼ਹਿਰ ਭਰਨ ਵਾਸਤੇ ਕਹਿੰਦਾ ਹੈ ਵੀ ਜਾ ਆਪਣਾ ਇੱਥੇ ਗੁਰੂ ਅਰਜਨ ਦੇਵ ਸੁਣੀਦੇ ਹੈ ਖੱਤਰੀਆਂ ਵਿੱਚੋਂ ਤੇ ਉਹ ਆਪਦੇ ਕੋਲ ਸੁਣਿਆ ਬੜੇ ਚੋਰ ਉਚੱਕੇ ਡਾਕੂ ਲੁਟੇਰੇ ਰੱਖਦੇ ਆ, ਉਹਨਾਂ ਨੂੰ ਪਨਾਹ ਦਿੰਦੇ ਆ। ਉਹਨਾਂ ਦੇ ਘੱਲੇ ਹੋਏ ਲੁਟੇਰੇ ਦੇਸ਼ਾਂ ਵਿਦੇਸ਼ਾਂ ਵਿੱਚ ਚੋਰੀਆਂ ਕਰ ਕਰਕੇ ਲਿਆਉਂਦੇ ਆ। ਜੋ ਜਹਾਨ ਦੀ ਸੁੰਦਰ ਵਸਤੂ ਹੁੰਦੀ ਹੈ ਸਾਰੀ ਗੁਰੂ ਅਰਜਨ ਦੇਵ ਸਾਹਿਬ ਦੇ ਪਾਸ ਹੁੰਦੀ ਹੈ, ਚੋਰੀ ਕਰਵਾ ਕਰਵਾ ਕੇ ਮੰਗਵਾ ਲੈਂਦੇ ਹਨ। ਪਰ ਬਾਦਸ਼ਾਹ ਨੇ ਵਰਜ ਦਿੱਤਾ, ਆਖਿਆ ਚੰਦੂ ਨਹੀਂ, ਕਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਘਰ ਤੇ ਕਿੱਥੇ ਚੋਰ। ਇਹ ਗੱਲ ਫਿੱਟ ਨਹੀਂ ਬਹਿੰਦੀ ਕਿਉਂਕਿ ਸਾਡੇ ਵੱਡੇ ਵਡੇਰੇ ਇਸ ਘਰ ਦੇ ਸ਼ਰਧਾਲੂ ਰਹੇ ਆ। ਅਸੀਂ ਸੁਣਿਆ ਨਹੀਂ ਕਦੇ, ਤਾਂ ਸਾਨੂੰ ਵੀ ਬਾਦਸ਼ਾਹਤ ਦੇਣ ਵਾਲਾ ਘਰ ਹੈ। ਕਹਿੰਦਾ ਜੀ ਹੈ ਸੀ ਪਹਿਲਾਂ ਬਾਦਸ਼ਾਹ ਪਰ ਹੁਣ ਨਹੀਂ। ਪਹਿਲੇ 4 ਪਾਤਸ਼ਾਹ ਤਾਂ ਇਸੇ ਤਰ੍ਹਾਂ ਹੀ ਦੀ ਸਨ ਜਿਵੇਂ ਤੁਸੀਂ ਕਥਨ ਕੀਤੇ ਹੈ, ਪਰ ਹੁਣ ਇਹ 5ਵੇਂ ਥਾਂ ਤੇ ਧੰਨ ਗੁਰੂ ਅਰਜਨ ਦੇਵ ਬਹੁਤ ਈਰਖਾਲੂ ਹੈ, ਕ੍ਰੋਧੀ ਬੜੇ ਹੈ, ਲੋਭੀ ਬਹੁਤ ਹੈ। ਇਹਨਾਂ ਨੇ ਆਪਦੇ ਵੱਡੇ ਭਰਾ ਪ੍ਰਿਥੀ ਚੰਦ ਨੂੰ ਵੀ ਇੱਥੋਂ ਕੱਢ ਕੇ ਤੋਰ ਦਿੱਤਾ ਹੈ। ਉਹਨੂੰ ਵੀ ਇੱਥੇ ਰਹਿਣ ਨਹੀਂ ਦਿੱਤਾ ਵੀ ਜੇ ਇੱਥੇ ਰਹੇਗਾ ਤੇ ਜਾਇਦਾਦ ਵਿੱਚੋਂ ਹਿੱਸਾ ਨਾ ਲਵੇ। ਕੋਲੋਂ ਹੀ ਬਣਾ ਕੇ ਮਹਾਰਾਜ ਦੇ ਸਾਧ ਸੰਗ ਦੀ ਨਿੰਦਾ ਕੀਤੀ ਇਹਨੇ ਰਾਜੇ ਦੇ ਕੋਲੇ। ਤੇ ਬਾਦਸ਼ਾਹ ਕਹਿੰਦਾ ਚਲੋ ਹੁਣ ਕਸ਼ਮੀਰ ਰਹਿਣ ਦਿਓ, ਆਪਾਂ ਇੱਕ ਵਾਰੀ ਲਾਹੌਰ ਜਾਈਏ, ਉੱਥੇ ਸੱਦਾ ਭੇਜਾਂਗੇ ਜਾਂ ਕੋਈ ਮਨੁੱਖ ਭੇਜ ਦਿਆਂਗੇ ਤੇ ਮਾਮਲਾ ਜਿਹੜਾ ਉਹ ਪਤਾ ਕਰੀਏ ਵੀ ਕੀ ਹੈ। ਇਹ ਸਾਧ ਸੰਗਤ ਜੀ ਜਦੋਂ ਰਾਤ ਆਪਦੇ ਤੰਬੂ ਵਿੱਚ ਬਰਾਜਿਆ ਚੰਦੂ ਤੇ ਇਹਦੇ ਕੋਲ ਸੁਲਹੀ ਦਾ ਭਤੀਜਾ ਪਹੁੰਚਿਆ, ਸੁਲੱਭੀ ਖਾਂ। ਇਹਨੇ ਆਖਿਆ ਚੰਦੂ ਵੀ ਮੈਨੂੰ ਦੱਸ ਤੁਸੀਂ ਕੀ ਗੱਲਾਂ ਕਰਦੇ ਸੀ ਗੁਰੂ ਅਰਜਨ ਦੇਵ ਜੀ ਦੀਆਂ, ਉਹ ਤਾਂ ਮੇਰਾ ਵੀ ਵੈਰੀ ਹੈ। ਚੰਦੂ ਕਹਿੰਦਾ ਲਾਹਣਤ ਹੈ, ਤੇਰੇ ਪਿਤਾ ਸਮਾਨ ਚਾਚੇ ਨੂੰ ਅੱਗ ਵਿੱਚ ਸਾੜ ਕੇ ਮਾਰ ਦਿੱਤਾ, ਪਰ ਤੇਥੋਂ
ਕੋਈ ਵੀ ਜਿਹੜਾ ਉਹ ਬਦਲਾ ਨਾ ਲੈ ਹੋਇਆ। ਤੂੰ ਸੁੱਖ ਦੇ ਨਾਲ ਸੁੱਤਾ ਰਹਿੰਦਾ ਹੈ, ਆਰਾਮ ਨਾਲ। ਕਹਿੰਦਾ ਨਹੀਂ, ਐਸੀ ਬਾਤ ਨਹੀਂ, ਬੜੇ ਯਤਨ ਕਰਦਾ ਪਰ ਗੱਲ ਨਹੀਂ ਬਣਦੀ। ਕਿਤੇ ਵੀ ਮੇਰਾ ਦਾ ਪਾਉ ਨਹੀਂ ਫੱਬਦਾ, ਮੌਕਾ ਨਹੀਂ ਮਿਲਦਾ। ਤੇ ਚੰਦੂ ਕਹਿੰਦਾ ਮੌਕਾ ਤੈਨੂੰ ਮੈਂ ਦਵਾ ਦਿੰਦਾ ਹਾਂ। ਕੱਲ ਨੂੰ ਫਿਰ ਜਦੋਂ ਬਾਦਸ਼ਾਹ ਦੇ ਨਾਲ ਮੈਂ ਇਸੇ ਪ੍ਰਸੰਗ ਤੇ ਗੱਲ ਕਰਾਂਗਾ ਨਾ, ਤੂੰ ਕੋਲ ਰਹੀਂ। ਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਕੀਤਾ। ਦਿਨ ਚੜ੍ਹੇ ਜਦੋਂ ਬਾਦਸ਼ਾਹ ਦੇ ਕੋਲ ਫਿਰ ਉਹ ਗੱਲ ਜੀ ਚਲਾਈ ਵੀ ਬਾਦਸ਼ਾਹ ਲੱਤ ਕਿਵੇਂ ਆ, ਤੁਹਾਡੀ ਸੱਟ ਲੱਗੀ ਸੀ ਜਿੱਥੇ, ਕਾਸ਼ ਕਿਤੇ ਉਹ ਕਿਤਾਬ ਹੁੰਦੀ ਤੇ ਪਤਾ ਲੱਗ ਜਾਣਾ ਸੀ। ਫਿਰ ਬਾਦਸ਼ਾਹ ਕਹਿੰਦਾ ਤੁਹਾਨੂੰ ਲੱਭਣੀ ਚਾਹੀਦੀ ਆ ਕਿਤਾਬ। ਕਹਿੰਦਾ ਜੀ ਆਪਾਂ ਕੋਈ ਮਨੁੱਖ ਭੇਜ ਦਈਏ ਅੰਮ੍ਰਿਤਸਰ ਸਾਹਿਬ ਤਾਂ ਕਿ ਪਤਾ ਲੱਗ ਜਾਵੇ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਫਿਰ ਸੁਲੱਭੀ ਕੋਲ ਹੀ ਖੜਾ ਸੀ, ਇਹਨੇ ਚੰਦੂ ਨੇ ਪੇਸ਼ ਕਰ ਦਿੱਤਾ ਵੀ ਆਹ ਵੇਖੋ, ਬੜਾ ਇਮਾਨਦਾਰ ਤੁਹਾਡਾ ਵਫਾਦਾਰ ਹੈ, ਇਹਨੂੰ ਭੇਜ ਕੇ ਆਪਾਂ ਉਥੋਂ ਕਿਤਾਬ ਮੰਗਵਾ ਲੈਂਦੇ ਹਾਂ ਤੇ ਜਥਾ ਯੋਗ ਬਣਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨਾਲ ਨਿਬੜੇਗਾ। ਇਸ ਤਰ੍ਹਾਂ ਸਾਧ ਸੰਗਤ ਜੀ ਸੁਲੱਭੀ ਫਿਰ ਜਿਵੇਂ ਚੜ੍ਹ ਕੇ ਜਾਂਦਾ ਹੈ, ਇਹ ਵੀ ਰਸਤੇ ਵਿੱਚ ਹੀ ਮਾਰਿਆ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਦੇ ਉੱਪਰ ਵਾਧਾ ਕਰਕੇ ਜਾਣ ਕਾਰਨ ਉਹ ਸਾਰਾ ਪ੍ਰਸੰਗ ਜਿਵੇਂ ਆਉਂਦਾ ਹੈ, ਸੁਲੱਭੀ ਦੇ ਚੜ੍ਹਾਈ ਕਰਨ ਦਾ, ਮਰਨੇ ਦਾ। ਚਿੱਤ ਬਿਰਤੀ ਇਕਾਗਰ ਕਰ ਸ਼ਰਵਣ ਕਰੋ ਜੀ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਹਿਰਦੇ ਵਸਾਈਏ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਮ ਅਜਗਰ ਕੇ ਮੁਖ ਪਰ ਹੈ। ਸੁਲੱਭੀ ਚੜ੍ਹ ਕੇ ਚੱਲਿਆ। ਮੂਰਖ ਨਹੀਂ ਜਾਣਦਾ ਵੀ ਮੈਂ ਜਿਸ ਤੇ ਚੜ੍ਹ ਕੇ ਚੱਲਿਆ ਉਹ ਤਾਂ ਲੋਕ ਪਰਲੋਕ ਦੇ ਰੱਖਿਅਕ ਹਨ ਗੁਰੂ ਅਰਜਨ ਦੇਵ ਸਾਹਿਬ। ਇਹ ਨਹੀਂ ਪਤਾ ਵੀ ਮੈਂ ਮੌਤ ਬਣ ਕੇ ਚੱਲਿਆ, ਪਰ ਮੌਤ ਮੈਨੂੰ ਆਣ ਤੱਕੋਂ ਲਵੇਗੀ। ਕਵੀ ਜੀ ਕਹਿੰਦੇ ਜਿਵੇਂ ਕੋਈ ਮੂਰਖ ਹੁੰਦਾ ਹੈ, ਸਾਹਮਣੇ ਅਜਗਰ ਮੂਰਖ ਨੂੰ ਅੰਨੇ ਨੂੰ ਦਿਸਦਾ ਨਹੀਂ ਹੈ। ਅੰਧਾ ਬਿਨ ਹੇਰੇ ਤੇ ਅੰਨਾ ਅਜਗਰ ਦੇ ਮੂੰਹ ਵਿੱਚ ਬਿਨਾਂ ਵੇਖਿਓ ਅੰਨਾ ਪ੍ਰਾਣੀ ਕੋਈ ਜਾ ਡਿੱਗਦਾ ਹੈ, ਮਰਦਾ ਆਪੇ ਹੀ। ਬਿਨ ਕਾਰਨ ਦਰੋਹੀ ਦੁਸ਼ਟ ਇਹ ਅਕਲ ਦਾ ਅੰਨਾ ਸੁਲੱਭੀ ਬਿਨਾਂ ਕਾਰਨ ਤੋਂ ਹੀ, ਬਿਨਾਂ ਕਿਸੇ ਗੱਲ ਤੋਂ ਮਹਾਰਾਜ ਦੇ ਨਾਲ ਈਰਖਾ ਕਰਦਾ, ਪਾਪੀ ਦੁਸ਼ਟ। ਕਰ ਕ੍ਰੋਧ ਵਡੇਰੇ ਵੱਡਾ ਕ੍ਰੋਧ ਮਨ ਦੇ ਵਿੱਚ ਕਰਕੇ ਤੇ ਇਸ ਤਰ੍ਹਾਂ ਇਹ ਰਸਤੇ ਵਿੱਚੋਂ ਮਾਝੇ ਦੇ ਵਿੱਚੋਂ ਅੰਮ੍ਰਿਤਸਰ ਸਾਹਿਬ ਨੂੰ ਚੜ੍ਹਿਆ ਹੈ। ਕਰੈ ਵੈਰ ਨਿਰਵੈਰ ਸੋ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਨਿਰਵੈਰ ਹੈ, ਜਿਨ੍ਹਾਂ ਦਾ ਕਿਸੇ ਨਾਲ ਕੋਈ ਵੈਰ ਨਹੀਂ, ਨਾ ਕੋ ਬੈਰੀ ਨਹੀਂ ਬੇਗਾਨਾ। ਸਗਲ ਸੰਗ ਹਮ ਕਉ ਬਨ ਆਈ। ਇਹੋ ਜਿਹੇ ਸੱਚੇ ਪਾਤਸ਼ਾਹ ਦੇ ਨਾਲ ਆਕਾਰ ਨਹੀਂ ਈਰਖਾ ਵੈਰ ਮੂਰਖ ਕਰਦਾ ਹੈ। ਤਤ ਛਿਨ ਅੰਮ੍ਰਿਤ ਪਾਵੈ। ਪਰ ਵੇਖਿਆ ਜੇ ਕਵੀ ਜੀ ਕਹਿੰਦੇ ਜਦੋਂ ਨਿਰਵੈਰ ਨਾਲ ਕੋਈ ਵੈਰ ਕਰਦਾ, ਪਾਤਸ਼ਾਹ ਨਾਲ ਵੈਰ, ਪਰਮੇਸ਼ਰ ਨਾਲ ਕੋਈ ਵੈਰ ਕਰਦਾ ਹੈ ਤੇ ਤਤ ਛਿਨ ਫਿਰ ਮੌਤ ਪ੍ਰਾਪਤ ਹੁੰਦੀ ਹੈ। ਸੁਲੱਭੀ ਦਾ ਵੀ ਇਹੀ ਹਾਲ ਹੋਣਾ, ਸੁਲਹੀ ਵਾਲਾ। ਜਮ ਗਹਿ ਗੇਰਹਿ ਨਰਕ ਮਹਿ। ਆਏ ਨੂੰ ਨਹੀਂ ਪਤਾ ਵੀ ਮੈਨੂੰ ਜਮਾ ਨੇ ਧੂ ਕੇ ਕੇਸਾਂ ਤੋਂ ਤੇ ਨਰਕ ਨੂੰ ਲੈ ਕੇ ਜਾਣਾ ਹੈ। ਦੁੱਖ ਤੇ ਬਿਲ ਲਾਵੈ। ਤੇ ਸਮਾਂ ਆਉਣ ਤੇ ਦੁੱਖ ਪ੍ਰਾਪਤ ਹੋਏਗਾ ਤੇ ਦੁੱਖ ਨਾਲ ਕੁਰਲਾਵੇਗਾ, ਵਿਰਲਾਪ ਕਰੇਗਾ ਸੁਲੱਭੀ ਵੀ। ਗਿਰ ਸੋ ਸਿਰ ਮਾਰੈ ਸਬਲ। ਕਵੀ ਜੀ ਕਹਿੰਦੇ ਜਿਵੇਂ ਕੋਈ ਪੱਕੇ ਪਹਾੜ ਦੇ ਨਾਲ ਆਪਦਾ ਸਿਰ ਮਾਰਦਾ ਹੁੰਦਾ। ਫੂਟਤ ਮਰ ਜਾਹਿ। ਤੇ ਪਹਾੜ ਦਾ ਕੀ ਵਿਗੜਨਾ, ਸਿਰ ਟੁੱਟ ਕੇ ਭੱਜ ਕੇ ਮਰ ਜਾਂਦਾ ਪ੍ਰਾਣੀ। ਪਹਾੜ ਦਾ ਕੁਝ ਵਿਗੜਦਾ ਨਹੀਂ। ਧੰਨ ਗੁਰੂ ਅਰਜਨ ਦੇਵ ਸਾਹਿਬ ਪਹਾੜ ਵਰਗੇ ਆ, ਸੁਲੱਭੀ ਵਰਗੇ। ਮਹਾਰਾਜ ਦੇ ਨਾਲ ਮੱਥਾ ਲਾ ਕੇ ਕੀ ਵਿਗਾੜ ਸਕਦੇ ਹਨ। ਨਭ ਦਿਸ਼ ਬਾਣ ਪ੍ਰਹਾਰ ਨੇ। ਜਿਵੇਂ ਕੋਈ ਆਕਾਸ਼ ਵੱਲ ਨੂੰ ਤੀਰ ਚਲਾਉਂਦਾ ਰਹੇ। ਉਲਟੋ ਤਿਸ ਕਹਿ। ਤੇ ਅਸਮਾਨ ਦਾ ਕੀ ਵਿਗੜਨਾ, ਹੁਣ ਅਸਮਾਨ ਵਿੱਚ ਤਾਂ ਛੇਦ ਹੋਣੋਂ ਰਿਹਾ ਨਾ, ਉਹ ਤੀਰ ਮੁੜ ਕੇ ਫੇਰ ਪੁਨः ਉਸੇ ਦੀ ਆਣ ਵੱਜਦੇ ਐ। ਇਹ ਮਹਾਰਾਜ ਨੂੰ ਮਾਰਨ ਵਾਸਤੇ, ਸ਼ਹੀਦ ਕਰਨ ਵਾਸਤੇ ਜਾਣਾ ਚਾਹੁੰਦਾ ਹੈ,
ਪਰ ਕਵੀ ਜੀ ਕਹਿੰਦੇ ਨਹੀਂ ਪਤਾ ਵੀ ਮੌਤ ਮੇਰੀ ਲਾਗੇ ਆ ਗਈ ਹੈ। ਅਲਪ ਸੈਨ ਜਿਹ ਸਾਥ ਹੈ। ਚੜਿਆ ਸੁਲੱਭੀ ਜੀ ਦੇ ਨਾਲ ਕੋ 20-50 ਕੁ ਬੰਦੇ ਜਿਹੜੇ ਆ ਫੌਜ ਦੇ ਹਨ। ਹਰ ਖੰਤਮ ਪਿਆਨਾ ਤੇ ਹੰਕਾਰਿਆ ਹੋਇਆ ਹਰਖਦਾ ਖੁਸ਼ੀ ਖੁਸ਼ੀ ਅੰਮ੍ਰਿਤਸਰ ਸਾਹਿਬ ਨੂੰ ਤੁਰਿਆ ਹੈ। ਜੋ ਚਾਚੇ ਤੇ ਬਚ ਰਹਿਓ। ਤੇ ਮਨ 'ਚ ਸੋਚਦਾ ਹੈ, ਵਿਚਾਰਦਾ ਹੈ ਵੀ ਜਿਹੜਾ ਮੇਰਾ ਦੁਸ਼ਮਣ ਗੁਰੂ ਅਰਜਨ ਦੇਵ ਮੇਰੇ ਚਾਚੇ ਸੁਲਹੀ ਖਾਂ ਤੋਂ ਬਚ ਰਹਿਆ ਸੀ, ਮੈਂ ਕਰਿਆ ਹਾਨਾ। ਉਸ ਦਾ ਮੈਂ ਹਾਣ ਕਰਾਂਗਾ। ਉਹਦੇ ਚਾਚੇ ਤੋਂ ਬਚੇ ਹੋਏ ਵੈਰੀ ਨੂੰ ਮੈਂ ਮਾਰ ਮੁਕਾਵਾਂਗਾ। ਕਹਾਂ ਕੁਟੰਬ ਮਝਾਰ ਮੈਂ। ਤੇ ਆਪਦੇ ਪਰਿਵਾਰ ਤੇ ਸ਼ਰੀਕਾਂ ਕਬੀਲੇ ਵਿੱਚ ਮੈਂ ਜਾ ਕੇ ਛਾਤੀ ਥਾਪੜ ਕੇ ਆਖਾਂਗਾ ਪੈ ਹਾਂ ਵਡਿਆਈ। ਵੀ ਮੈਂ ਵੈਰੀ ਵੀ ਮਾਰਿਆ ਤੇ ਆਪਦੇ ਚਾਚੇ ਦੀ ਮੌਤ ਦਾ ਬਦਲਾ ਵੀ ਲਿਆ। ਤੇ ਛਾਤੀ ਥਾਪੜ ਕੇ ਮੈਂ ਆਖਾਂਗਾ ਇਹ ਗੱਲ, ਕਹਿਣ ਜੋਗਾ ਹੋ ਜਾਵਾਂਗਾ। ਤੇ ਸਾਰੇ ਕਬੀਲੇ ਵਿੱਚ ਤੇ ਮੇਰੇ ਸ਼ਰੀਕਾਂ ਵਿੱਚ ਮੇਰੀ ਬਹੁਤ ਵਡਿਆਈ ਹੋਵੇਗੀ। ਆਨ ਅਚਾਨਕ ਵਿਧ ਬਣੀ। ਪਰ ਕਵੀ ਜੀ ਕਹਿੰਦੇ ਨਹੀਂ, ਇਹ ਮਨ 'ਚ ਸੋਚਦਾ ਹੈ ਵੀ ਮੈਂ ਤਾਂ ਲੱਭਦਾ ਸੀ ਮੌਕਾ ਗੁਰੂ ਅਰਜਨ ਦੇਵ ਦੇ ਨਾਲ ਮੱਥਾ ਲਾਉਣ ਦਾ, ਪਰ ਇਹ ਤਾਂ ਅਚਾਨਕ ਹੀ ਚੰਦੂ ਦੇ ਰਾਹੀਂ ਵਿਧੀ ਬਣ ਗਈ, ਮੇਰਾ ਬਦਲਾ ਪੂਰਾ ਹੋਵੇਗਾ। ਇਮ ਚਿਤਵਤ ਜਾਈ। ਬਹੁਤ ਚੰਗਾ ਹੋਇਆ ਜਿਹੜਾ ਚੰਦੂ ਨੇ ਹੁਕਮ ਦਵਾ ਕੇ ਮੈਨੂੰ ਭੇਜ ਦਿੱਤਾ ਹੈ ਅੰਮ੍ਰਿਤਸਰ। ਇਸ ਤਰ੍ਹਾਂ ਮਨ ਵਿੱਚ ਨਾ ਚਿਤਵਦਾ ਹੋਇਆ ਇਹ ਸੁਲੱਭੀ ਤੁਰਿਆ ਜਾਂਦਾ ਹੈ। ਜਹਾਂਗੀਰ ਚੰਦੂ ਚਮੂ। ਇਧਰ ਜਹਾਂਗੀਰ ਬਾਦਸ਼ਾਹ ਜਿਹਦੀ ਫੌਜ ਨਾਲ ਹੈ ਤੇ ਚੰਦੂ ਵੀ ਇਸ ਦੇ ਨਾਲ ਹੈ। ਲਵਪੁਰੀ ਪਿਆਨੇ। ਸੁਲੱਭੀ ਨੂੰ ਅੰਮ੍ਰਿਤਸਰ ਨੂੰ ਭੇਜ ਦਿੱਤਾ ਵੀ ਤੂੰ ਪਤਾ ਲੈ ਕੇ ਤੇ ਸਾਡੇ ਨਾਲ ਲਾਹੌਰ ਮਿਲੀ ਆ ਕੇ। ਤੇ ਬਾਦਸ਼ਾਹ ਜਹਾਂਗੀਰ ਚੰਦੂ ਇਹ ਸਾਰੀ ਲਾਮੋ ਲਸ਼ਕਰ ਲੈ ਕੇ ਲਾਹੌਰ ਪਹੁੰਚ ਰਹੇ ਹਨ। ਤੋਪ ਰਹਿ ਕਲੇ ਸੰਗ ਮੈਂ। ਬੜੀਆਂ ਤੋਫਾਂ ਨਾਲ ਹੈ, ਰਹਿ ਕਲੇ ਅੱਧੀਆਂ ਤੋਫਾਂ ਜਿਹੜੀਆਂ ਚੁੱਕ ਕੇ ਚੱਲਦੀਆਂ ਉਹ ਤੋਫਾਂ ਵੀ ਨਾਲ ਹਨ। ਛੁੱਟ ਸ਼ਬਦ ਮਹਾਨੇ। ਤੇ ਜਦੋਂ ਛੁੱਟਦੀਆਂ ਤੋਫਾਂ ਚੱਲਦੀਆਂ ਤੇ ਬੜਾ ਮਹਾਨ ਸ਼ਬਦ ਭਾਵ ਆਵਾਜ਼ਾਂ ਹੁੰਦਾ। ਥੋੜ੍ਹੇ ਸਮੇਂ ਬਾਅਦ ਗੋਲਾਬਾਰੀ ਜੀ ਕਰਦੇ ਰਹਿੰਦੇ ਵੀ ਪਤਾ ਲੱਗ ਜਾਵੇ ਵੀ ਬਾਦਸ਼ਾਹ ਲੰਘ ਰਿਹਾ। ਤੇ ਬਹੁਤ ਆਵਾਜ਼ ਜਿਹੜੀ ਹੈ ਧਮਾਕੇ ਦੀ ਹੋ ਰਹੀ ਹੈ। ਚੰਦੂਰ ਦੇ ਵਿਚਾਰ ਤੋਂ। ਇਧਰ ਬਾਦਸ਼ਾਹ ਦੇ ਨਾਲ ਜਾਂਦਾ ਹੋਇਆ ਪਾਪੀ ਚੰਦੂ ਆਪਣੇ ਮਨ ਵਿੱਚ ਸੋਚਦਾ ਹੈ ਜਾਵਤ ਗੁਰ ਖਾਵੈ। ਵੀ ਜਿਹੜਾ ਸੁਲੱਭੀ ਮੈਂ ਭੇਜਿਆ ਉਹ ਜਾਂਦਿਆਂ ਸਾਰੀ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰਨ ਮੁਕਾਵੇਗਾ। ਨਾਤਾ ਦਿਓ ਹਟਾਏ ਜਿਨ। ਕਿਉਂਕਿ ਜਿਸ ਗੁਰੂ ਅਰਜਨ ਦੇਵ ਵੈਰੀ ਨੇ ਮੇਰੀ ਸੁਨੱਖੀ ਧੀ ਦਾ ਯੋਗ ਧੀ ਦਾ ਰਿਸ਼ਤਾ ਠੁਕਰਾ ਦਿੱਤਾ ਹੈ ਹਰਗੋਬਿੰਦ ਵਾਸਤੇ, ਸੋ ਅਬ ਫਲ ਪਾਵੈ। ਉਹ ਮੇਰੀ ਪੁੱਤਰੀ ਦੇ ਰਿਸ਼ਤੇ ਦਾ ਮੋੜਨ ਦਾ ਤੇ ਮੇਰੇ ਨਾਲ ਵੈਰ ਕਮਾਉਣ ਦਾ, ਮੈਨੂੰ ਕੁੱਤਾ ਕਹਿਣ ਦਾ ਜਿਹੜਾ ਫਲ ਹੈ ਨਾ ਉਹ ਹੁਣ ਮੈਂ ਪੂਰਾ ਕਰਾਂਗਾ। ਕਿਉਂਕਿ ਮੈਂ ਕਿਹਾ ਸੀ ਜੇ ਮੈਂ ਕੁੱਤਾ ਤੇ ਹੁਣ ਕੁੱਤਾ ਬਣ ਕੇ ਤੁਹਾਨੂੰ ਵੱਢਾਂਗਾ ਜ਼ਰੂਰ। ਉਹ ਹੁਣ ਗੁਰੂ ਅਰਜਨ ਦੇਵ ਨੂੰ ਮੈਂ ਫਲ ਭੁਗਤਾਵਾਂਗਾ। ਇਤ ਸੁਲੱਭੀ ਗਮਨਿਓ ਗਇਓ। ਇਧਰ ਜਦੋਂ ਸੁਲੱਭੀ ਜਾਂਦਾ ਹੋਇਆ ਹੈ ਜਬ ਦੁਆਦਸ ਕੋਸਾ। ਕਵੀ ਜੀ ਕਹਿੰਦੇ ਦੁਆਦਸ ਭਾਵ ਕੇ 12 ਕੋ ਇਹਨਾਂ ਦੇ ਜਥੇ ਤੋਂ ਅੱਗੇ ਚਲਾ ਗਿਆ ਹੈ ਸੁਲੱਭੀ ਜਿਹੜਾ ਫੌਜ ਲੈ ਕੇ। ਜਦੋਂ 12 ਕੋ ਚੱਲ ਕੇ ਗਿਆ ਅੰਮ੍ਰਿਤਸਰ ਵੱਲ ਨੂੰ, ਜਥੇਦਾਰ ਸੈਯਦ ਮਿਲਿਓ। ਤੇ ਕੁਝ ਫੌਜ ਦੀ ਇੱਕ ਟੁਕੜੀ ਹੋਰ ਅੱਗੋਂ ਮਿਲੀ। ਉਹਨਾਂ ਦਾ ਜਥੇਦਾਰ ਮੁਖੀ ਸੀ, ਉਹ ਸੈਯਦ ਸੀਗਾ ਜਾਤੀ ਬਰਾਦਰੀ ਦਾ, ਜਿਸ ਕੇ ਮਨ ਰੋਸਾ। ਤੇ ਉਹਦੇ ਮਨ ਵਿੱਚ ਰੋਸਾ ਸੀ। ਉਹ ਗੱਲ ਇਸ ਤਰ੍ਹਾਂ ਸੀ ਸਾਧ ਸੰਗਤ ਜੀ ਵੀ ਜਿਹੜਾ ਸੈਯਦ ਸੀ ਨਾ, ਇਹ ਜਿਵੇਂ ਹੁਣ ਸਰਕਾਰੀ ਫੌਜ ਹੈ ਤੇ ਹੁਣ ਵੀ ਸਰਕਾਰਾਂ ਪ੍ਰਾਈਵੇਟ ਦਾ ਸਹਾਰਾ ਲੈ ਲੈਂਦੀਆਂ। ਹੁਣ ਤਾਂ ਵੈਸੇ ਰਿਵਾਜ ਹੈ ਨਹੀਂ, ਪਹਿਲਾਂ ਨਾ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਘੇਰਾ ਪਾਇਆ ਸੀ ਤੇ ਚੌਧਰੀਆਂ ਨੇ, ਸੈਯਦਾਂ ਨੇ, ਗੁਜਰਾਂ ਨੇ ਵੀ ਕੋਈ 5-5, 700 ਫੌਜ ਰੱਖੀ ਹੁੰਦੀ ਸੀ। ਤੇ ਜਦੋਂ ਲੋੜ ਪੈਂਦੀ ਸੀ ਬਾਦਸ਼ਾਹ ਇਹ ਪ੍ਰਾਈਵੇਟ ਜਿਹੜੇ ਕਹਿ ਲਓ ਇਹਨਾਂ ਦੀ ਨਿੱਜੀ ਫੌਜ ਨੂੰ ਵਰਤ ਲਿਆ ਕਰਦੇ ਸਨ। ਤੇ ਸੁਲਹੀ ਸੀ ਨਾ ਜਿਹੜਾ, ਇਹਨੇ ਕੁਝ ਮਹੀਨਿਆਂ ਵਾਸਤੇ ਜਾਂ ਜਦੋਂ ਜੰਗ ਲੱਗਦੇ ਸੀ ਉਦੋਂ ਇਹ ਫੌਜ ਕੁਝ ਸਮੇਂ ਵਾਸਤੇ ਮਹੀਨਿਆਂ ਤੇ ਲੈ ਲੈਂਦੇ ਹੁੰਦੇ ਸੀ ਜਗੀਰਦਾਰਾਂ ਦੀ ਫੌਜ ਨੂੰ। ਕਹਿੰਦੇ ਸੈਯਦ ਕੋਲ ਫੌਜ ਸੀ ਕੋਈ 50, 100, 400 ਜਿਹੜਾ ਫੌਜੀ ਨਾਲ ਹੁੰਦੀ ਹੈ। ਤੇ ਸੈਯਦ ਤੋਂ ਜਿਵੇਂ 3, 4, 5 ਜਾਂ ਸਾਲ 1 ਸਾਲ ਵਾਸਤੇ ਨਾ ਸੁਲਹੀ ਨੇ ਕਿਤੇ ਪਿੱਛੇ ਜੰਗ ਵਿੱਚ ਫੌਜ ਲਈ ਹੋਈ ਸੀ 1 ਸਾਲ ਵਾਸਤੇ।
ਪਰ ਸੁਲਹੀ ਨੇ ਉਹਨਾਂ ਦੀ ਤਨਖਾਹ ਨਾ ਦਿੱਤੀ ਤੇ ਉਹ ਆਪ ਤਾਂ ਚੜ੍ਹਾਈ ਕਰ ਗਿਆ। ਤੇ ਹੁਣ ਇਹ ਉਹਦਾ ਭਤੀਜਾ ਹੈ। ਜਦੋਂ ਇਹ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਆ, ਕਵੀ ਜੀ ਕਹਿੰਦੇ ਰਸਤੇ ਵਿੱਚ ਸੈਯਦ ਟੱਕਰ ਗਿਆ ਜਿਹਦੇ ਨਾਲ ਉਹ ਫੌਜ ਵੀ ਹੈ ਜਿੰਦੀ ਤਨਖਾਹ ਰਹਿੰਦੀ ਹੈ, ਤੇ ਉਹਨਾਂ ਜਾ ਇਹਦਾ ਘੋੜਾ ਰੋਕ ਲਿਆ ਹੈ। ਮਿਲੇ ਸਲਾਮਾ ਲੇਕ ਸੋ, ਇੱਕ ਦੂਜੇ ਨੂੰ ਮਿਲੇ ਤੇ ਸਲਾਮ ਵਾਲੇਕੁਮ ਕੀਤਾ ਹੈ। ਬੂਝਿਓ ਕਿਤ ਜਾਵੋ, ਤੇ ਪੁੱਛਦਾ ਸੈਯਦ ਵੀ ਹੈ ਸੁਲੱਭੀ, ਸੁਲਹੀ ਦੇ ਭਤੀਏ ਕਿੱਧਰ ਨੂੰ ਤੂੰ ਇਸ ਵੇਲੇ ਤਿਆਰਾ ਕੀਤਾ ਜਾਣ ਦਾ? ਪਠਿਓ ਸ਼ਾਹੋ ਕਿਸ ਕਾਮ ਮੁਝ, ਇਹ ਕਹਿੰਦਾ ਹੈ ਸੁਲੱਭੀ ਵੀ ਮੈਨੂੰ ਬਾਦਸ਼ਾਹ ਜਹਾਂਗੀਰ ਨੇ ਕਿਸੇ ਵਿਸ਼ੇਸ਼ ਕੰਮ ਵਾਸਤੇ ਮੁਹਿੰਮ ਤੇ ਭੇਜਿਆ ਹੈ। ਪੁਨ ਲਵਪੁਰ ਆਵਾ, ਤੇ ਇਹ ਕੰਮ ਕਰਕੇ ਮੈਂ ਤੇ ਲਾਹੌਰ ਜਾਣਾ ਹੈ। ਬਾਦਸ਼ਾਹ ਜਹਾਂਗੀਰ ਉੱਥੇ ਆਇਆ ਹੋਇਆ ਹੈ। ਸੁਨ ਸੈਯਦ ਨੇ ਤਬ ਕਹਿਓ, ਤੇ ਸੁਣ ਕੇ ਜਿਹੜਾ ਸੈਯਦ ਹੈ, ਹੁਣ ਇਹਦੀ ਫੌਜੀਆਂ ਦੀ ਸਾਲ ਦੀ ਤਨਖਾਹ ਰਹਿੰਦੀ ਹੈ, ਇਹਨਾਂ ਦਿੱਤੀ ਨਹੀਂ ਇਹਦੇ ਚਾਚੇ ਸੁਲਹੀ ਨੇ। ਸੈਯਦ ਇਹਨੂੰ ਸੁਣ ਕੇ ਤੇ ਬੋਲਣ ਲੱਗਿਆ ਹੈ। ਹਮ ਤੁਝ ਢਿਗ ਆਏ, ਕਹਿੰਦੇ ਵੀ ਸੁਲੱਭੀ ਅਸੀਂ ਤਾਂ ਭਾਈ ਤੇਰੇ ਕੋਲ ਆ ਰਹੇ ਸੀ, ਸਾਨੂੰ ਪਤਾ ਲੱਗਿਆ ਤੂੰ ਇੱਧਰ ਆਇਆ ਹੋਇਆ ਪੰਜਾਬ ਵਿੱਚ, ਅਸੀਂ ਤੇਰੇ ਕੋਲ ਆ ਰਹੇ ਸਾਂ, ਚੰਗਾ ਹੋਇਆ ਤੂੰ ਰਸਤੇ ਵਿੱਚ ਟੱਕਰ ਗਿਆ ਵੈਂ। ਸੁਲਹੀ ਕੇ ਚਾਕਰ ਹੁਤੇ, ਇਹ ਆ ਜਿਹੜੇ ਮੇਰੇ ਨਾਲ ਹੈ ਨਾ ਸਾਰੀ ਫੌਜ, ਇਹ 500-700 ਬੰਦਾ ਸਾਰਾ ਹੀ ਕਿਸੇ ਸਮੇਂ ਤੇਰੇ ਚਾਚੇ ਸੁਲਹੀ ਦੀ ਫੌਜ ਵਿੱਚ ਭਰਤੀ ਸੀ। ਇਹੋ ਭੱਟ ਸਮੁਦਾਏ, ਇਹ ਵੇਖ ਜਿਹੜੇ ਵੱਡੇ ਵੱਡੇ ਸੂਰਮੇ ਜਿਨ੍ਹਾਂ ਤੋਂ ਤੇਰਾ ਚਾਚਾ ਸੁਲਹੀ ਬੜੇ ਕੰਮ ਲੈਂਦਾ ਰਹਿਆ ਹੈ। ਏਕ ਬਰਖ ਕੀ ਚਾਕਰੀ, ਪਰ ਤੇਰੇ ਚਾਚੇ ਸੁਲਹੀ ਨੇ ਇਹਨਾਂ ਫੌਜੀਆਂ ਦੀ ਜਰਨੈਲਾਂ ਦੀ 1 ਸਾਲ ਦੀ ਤਨਖਾਹ ਜਿਹੜੀ ਨਹੀਂ ਦਿੱਤੀ ਹੈ, ਇਹਨਾਂ ਹਾਥ ਨ ਆਈ, ਇਹਨਾਂ ਦੇ ਹੱਥ ਨਹੀਂ ਆਈ। ਭਾਵ ਤੇਰੇ ਚਾਚੇ ਸੁਲਹੀ ਨੇ ਕਈ ਸਾਲ ਨੌਕਰੀ ਕਰਾ ਕੇ ਤੇ 1 ਸਾਲ ਦੀ ਤਨਖਾਹ ਇਹਨਾਂ ਦੀ ਦੇਣੋਂ ਇਨਕਾਰ ਕਰ ਦਿੱਤਾ ਸੀ। ਉਹ ਤਨਖਾਹ 1 ਸਾਲ ਦੀ ਇਹਨਾਂ ਦੀ ਬਕਾਇਆ ਤੇਰੇ ਚਾਚੇ ਪਾਸ ਸੀ। ਸੋ ਤੁਝ ਤੇ ਸਭ ਚਾਹਤ ਹੈ, ਤੇ ਹੁਣ ਉਹ ਤਾਂ ਮਰ ਗਿਆ, ਤੇ ਇਹ ਸਾਰੇ ਫੌਜ ਜਿਹੜੀ ਹੈ ਸੁਲੱਭੀ ਤੇਰੇ ਤੋਂ ਤਨਖਾਹ ਚਾਹੁੰਦੀ ਹੈ ਲੈਣਾ। ਦੇਹੋ ਰਾਖ ਵਡਾਈ, ਤੇ ਤੇਰੀ ਵਡਿਆਈ ਇਸੇ 'ਚ ਹੀ ਹੈ ਵੀ ਤੂੰ ਇਹਨਾਂ ਦਾ ਜਿਹੜਾ ਸਾਲ ਦਾ ਜਿੰਨਾ ਪੈਸਾ ਬਣਦਾ ਹੈ ਨਾ ਤਨਖਾਹ, ਉਹ ਸਾਰਿਆਂ ਦੀ ਮੇਰੇ ਹੱਥ ਤੇ ਰੱਖ ਦੇ। ਬਿਨਾ ਦੀਏ ਸੋ ਮਰ ਗਇਓ, ਕਿਉਂਕਿ ਤੇਰਾ ਚਾਚਾ ਤਾਂ ਇਹਨਾਂ ਦੀ ਤਨਖਾਹ ਦਿੱਤੇ ਬਿਨਾਂ ਹੀ ਮਰ ਗਿਆ ਸੜ ਕਰਕੇ। ਤੂੰ ਪੁੱਤਰ ਸਮਾਨਾ, ਤੇ ਭਤੀਆ ਵੀ ਪੁੱਤਰ ਹੀ ਹੁੰਦਾ ਹੈ, ਤੇ ਤੇਰੇ ਚਾਚੇ ਦੀ ਵੀ ਵਡਿਆਈ ਰਹਿ ਜਾਵੇਗੀ। ਮਰਨ ਪਿੱਛੋਂ ਉਹਦਾ ਬਕਾਇਆ ਜਿਹੜਾ ਫੌਜ ਦਾ ਹੈ ਸੁਲੱਭੀ ਤੈਨੂੰ ਦੇਣਾ ਚਾਹੀਦਾ, ਤੂੰ ਪੁੱਤਰ ਵਰਗਾ ਹੈ। ਇਨ ਸੁਭ ਟਨ ਕੋ ਦੀਜੀਏ, ਇਸ ਕਰਕੇ ਤੇਰੀ ਸੋਭਾ ਕਰੇਗਾ ਜਗ ਸਾਰਾ। ਸੁਲੱਭੀ ਸੂਰਮਿਆਂ ਵਾਲੀ ਕਰ ਤੂੰ ਵੀ, ਇਹਨਾਂ ਦੀ ਬਣਦੀ ਤਨਖਾਹ ਸਾਰੀ ਇਹਨਾਂ ਨੂੰ ਵਾਪਸ ਕਰ। ਚਿਤ ਚਾਹਤ ਮਹਾਨਾ, ਇਹ ਚਾਹੁੰਦੇ ਆ ਚਿੱਤ ਦੇ ਵਿੱਚ ਜਿਹੜੀ ਭਾਰੀ ਤਨਖਾਹ ਰੁਕੀ ਹੋਈ ਹੈ ਉਹ ਇਹਨਾਂ ਦੀ ਵਾਪਸ ਕੀਤੀ ਜਾਵੇ। ਸਾਰੇ ਜਾਣਦੇ ਆ ਵੀ ਤੂੰ ਬੜਾ ਵੱਡਾ ਜਰਨੈਲ ਹੈ, ਹਾਕਮ ਹੈ, ਫੌਜਦਾਰ ਹੈ। ਸੁਨ ਸੁਲੱਭੀ ਬੋਲਿਓ ਤਬ ਹੈ, ਹੁਣ ਇਹ ਹੰਕਾਰੀ ਸਾਧ ਸੰਗਤ ਚੰਦੂ ਦੀ ਸ਼ਹਿ ਹੈ ਇਹਨੂੰ, ਤੇ ਸੁਣ ਕੇ ਸੈਯਦ ਤੋਂ ਹੰਕਾਰੀ ਸੁਲੱਭੀ ਬੋਲਿਆ ਹੈ। ਮੈਂ ਜਾਣਤ ਨਾਹੀ, ਕਹਿੰਦਾ ਮੈਂ ਨਹੀਂ ਜਾਣਦਾ ਨਾ ਤੈਨੂੰ ਤੇ ਨਾ ਤੇਰੀ ਆ ਫੌਜ ਜਿਹੜੀ, ਕਿਉਂਕਿ ਪੈਸੇ ਜਦੋਂ ਸਾਧ ਸੰਗਤ ਦੀ ਲੈਣੇ ਹੁੰਦੇ ਉਦੋਂ ਜ਼ਰੂਰ ਕੋਈ ਜਾਣਦਾ। ਨੌਕਰੀ ਕਰਾ ਲਈ ਵਿਚਾਰਿਆਂ ਤੋਂ, ਜਦੋਂ ਪੈਸੇ ਮੰਗਦੇ ਆ ਤੇ ਇਹ ਕਹਿੰਦਾ ਮੈਂ ਨਾ ਤਾਂ ਤੈਨੂੰ ਜਾਣਦਾ ਤੇ ਨਾ ਤੇਰੀ ਫੌਜ ਨੂੰ ਜਾਣਦਾ ਹਾਂ। ਕਬ ਕੀ ਦੇਨੀ ਕਹਿ ਨਹੀਂ, ਹੁਣ ਮੈਨੂੰ ਕੀ ਪਤਾ ਮਰਨ ਵਾਲਾ ਮਰ ਗਿਆ, ਕੀ ਪਤਾ ਕਦੋਂ ਦੀ ਦੇਣੀ ਆ ਕਦੋਂ ਦੀ ਨਹੀਂ, ਕੀ ਪਤਾ ਵੀ ਤੂੰ ਝੂਠ ਬੋਲੀ ਜਾਂਦਾ ਸਾਲ ਦੀ ਰਹਿੰਦੀ ਐ, ਤੇ ਕੀ ਆ ਮੇਰਾ ਚਾਚਾ ਸੁਲਹੀ ਦੇ ਗਿਆ ਹੋਵੇ। ਕੇ ਤਿਕ ਤਿਸ ਪਾਹੀ, ਤੇ ਕੀ ਪਤਾ ਕਿੰਨੇ ਸਮੇਂ ਦੀ ਰਹਿੰਦੀ ਐ, ਕੀ ਹੋ ਸਕਦਾ ਘੱਟ ਰਹਿੰਦੀ ਹੋਵੇ, ਤੂੰ ਸਾਲ ਆਖੀ ਜਾਂਦਾ। ਇਹ ਵੀ ਹੋ ਸਕਦਾ ਤੂੰ ਉਹਦੇ ਤੋਂ ਵੀ ਲੈ ਲਈ ਹੋਵੇ ਤੇ ਮੇਥੋਂ ਫੇਰ ਮੰਗੀ ਜਾਂਦਾ ਹੋਵੇ। ਜਬ ਲਵਪੁਰ ਕੋ ਆਏ ਹਾਂ, ਬਾਕੀ ਕੋਈ ਨਹੀਂ, ਜਦੋਂ ਮੈਂ ਇੱਥੋਂ ਮੁਹਿੰਮ ਪੂਰੀ ਕਰਕੇ ਨਾ ਤੇ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੂੰ ਜਾਵਾਂਗਾ, ਨਿਰਣੇ ਕਰ ਲੈ ਹੈ, ਉਦੋਂ ਆਪਾਂ ਨਿਰਣਾ ਕਰਾਂਗੇ ਉੱਥੇ ਬਾਦਸ਼ਾਹ ਦੇ ਕੋਲ, ਤੇ ਸਾਰੀ ਤਫਤੀਸ਼ ਹੋਵੇਗੀ ਵੀ ਵਾਕਈ ਤਨਖਾਹ ਰਹਿੰਦੀ ਕਿ ਤੂੰ ਝੂਠ ਬੋਲਦਾ। ਜੇ ਨਿਰਣਾ ਹੋਏਗਾ ਕਚਹਿਰੀ ਵਿੱਚ ਤੇ ਫੇਰ ਮੈਂ ਤੈਨੂੰ ਜ਼ਰੂਰ ਪੈਸੇ ਦੇਵਾਂਗਾ। ਮਿਲ ਚੰਦੂ ਕੇ ਸੰਗ ਹਮ, ਮੈਂ ਚੰਦੂ ਦੇ ਨਾਲ ਮਿਲ ਕੇ ਚੰਗੀ ਤਰ੍ਹਾਂ ਨਿਕ ਸਹਿ ਸੋਧੈ ਹੈ, ਹਿਸਾਬ ਕਿਤਾਬ ਹੋਵੇਗਾ ਤੇ ਜਿੰਨੀ ਤੇਰੀ ਤਨਖਾਹ ਨਿਕਲੇਗੀ ਫੌਜ ਤੇਰੀ ਦੀ ਉਨੀ ਤੈਨੂੰ ਦਿੱਤੀ ਜਾਵੇਗੀ। ਹੁਣ ਨਹੀਂ ਮੈਂ ਦੇਣੀ,
ਪਹਿਲਾਂ ਚੰਗੀ ਤਰ੍ਹਾਂ ਪਤਾ ਕਰਾਂਗਾ ਵੀ ਕਿੰਨੇ ਪੈਸੇ ਬਣਦੇ ਆ। ਸੈਯਦ ਕਹਿ ਕਿ ਮੈਂ ਇਹ ਟਿਕ ਹੈ। ਤੇ ਸੈਯਦ ਕਹਿੰਦਾ ਵੀ ਇੰਨਾ ਚਿਰੇ ਵਿਚਾਰੇ ਕੀ ਕਰਨਗੇ, ਤੂੰ ਖਰੇ ਕਦੋਂ ਮੁਹਿੰਮ ਪੂਰੀ ਕਰੇ, ਤੂੰ ਫੇਰ ਲਾਹੌਰ ਜਾਵੇਂ, ਉੱਥੇ ਮੁਕੱਦਮਾ ਚੱਲੇ, ਫਿਰ ਕਿੰਨੇ ਮਹੀਨੇ ਮੁਕੱਦਮਾ ਚੱਲਦਾ ਕੋਈ ਪਤਾ ਨਹੀਂ, ਫਿਰ ਕਿਤੇ ਜਾ ਕੇ ਹਿਸਾਬ ਹੋਵੇਗਾ, ਪੈਸੇ ਨਿਕਲਣਗੇ, ਫਿਰ ਉਹ ਸਰਕਾਰ ਵੱਲੋਂ ਸਾਨੂੰ ਪਾਏ ਜਾਣਗੇ। ਇੰਨਾ ਸਮਾਂ ਇਹ ਵਿਚਾਰੇ ਕਿਵੇਂ ਟਿਕਣਗੇ, ਕਿਵੇਂ ਰਹਿ ਪਾਵਣਗੇ। ਚਾਹੇ ਖਾਨ ਰੋਪਾਨਾ। ਇਹਨਾਂ ਦੇ ਵੀ ਟੱਬਰ ਐ ਸੁਲੱਭੀ, ਇਹਨਾਂ ਨੇ ਪਰਿਵਾਰਾਂ ਨੇ ਵੀ ਗਰੀਬਾਂ ਨੇ ਖਾਣਾ ਪੀਣਾ, ਘਰਾਂ ਦੇ ਖਰਚੇ ਆ। ਸਾਲ ਬੜੇ ਦੀ ਤਨਖਾਹ ਅੱਗੇ ਤੁਸਾਂ ਦਿੱਤੀ ਨਹੀਂ, ਤੇ ਹੁਣ ਤੁਸੀਂ ਹੋਰ ਲਾਰਾ ਲਾਈ ਜਾਂਦੇ ਜੇ ਆਪਦੇ ਚਾਚੇ ਵਾਂਗਰਾਂ। ਤੇ ਇਹ ਕੀ ਕਰਨਗੇ? ਇਹਨਾਂ ਨੇ ਵੀ ਘਰ ਵਿੱਚ ਮਾਇਆ ਦੀ ਸਭ ਨੂੰ ਲੋੜ ਹੁੰਦੀ ਹੈ। ਕਹੇ ਨਾ ਲਾਗੇ ਕਿਸੂ ਕੇ। ਤੇ ਇਹਨਾਂ ਨੇ ਮੇਰੇ ਵੀ ਆਖੇ ਨਹੀਂ ਲੱਗਣਾ, ਇਹ ਤਾਂ ਮੇਰੀ ਗੱਲ ਨਹੀਂ ਮੰਨਦੇ। ਪੈਸੇ ਬਿਨਾਂ ਕੌਣ ਕਿਸੇ ਦਾ ਬੇਲੀ ਹੈ? ਸੁਲੱਭੀ ਤੈਨੂੰ ਆਪ ਸੋਚਣਾ ਚਾਹੀਦਾ ਹੈ ਵੀ ਇਹ ਮੇਰੇ ਆਖੇ ਕਹਿਣੇ ਵਿੱਚ ਨਹੀਂ, ਇਹਨਾਂ ਮੇਰੇ ਹੁਕਮ ਤੋਂ ਬਾਹਰ ਹੋ ਜਾਣਾ ਜੇ ਤੂੰ ਅੱਜ ਮਾਇਆ ਨਾ ਦਿੱਤੀ ਤਾਂ। ਲੈ ਹੈ ਇਸ ਥਾਨਾ। ਤੇ ਮੇਰਾ ਭਾਈ ਫਿਰ ਕੋਈ ਵਸ ਨਹੀਂ ਚੱਲਣਾ, ਇਹਨਾਂ ਆਪੇ ਹੀ ਬਾਂਹ ਮਰੋੜ ਕੇ ਇੱਥੇ ਤੇਰੇ ਤੋਂ ਪੈਸੇ ਵਸੂਲ ਕਰਨੇ ਹਨ। ਸੁਲੱਭੀ ਆਂਖ ਦਿਖਾਏ ਰੇਸ। ਜਦੋਂ ਇਹਨੇ ਇੰਨੀ ਗੱਲ ਆਖੀ ਸੈਦ ਨੇ ਵੀ ਫਿਰ ਭਾਈ ਮੈਂ ਵੀ ਵਿੱਚ ਨਹੀਂ ਆਉਂਦਾਗਾ, ਇਹਨਾਂ ਨੂੰ ਲੋੜ ਹੈ, ਫਿਰ ਆਪੇ ਤੂੰ ਜਾਣੇ, ਤੂੰ ਦੇਣੇ ਨਾ ਲੈਣੇ, ਜਿਵੇਂ ਪੂਰੇ ਹੋਏ ਫਿਰ ਕਰਨਗੇ ਪੈਸੇ ਇੱਥੇ ਹੀ। ਸੁਲੱਭੀ ਇਹਨਾਂ ਦਬਕਾ ਹੁਣ ਕਿੱਥੇ ਸਵੇ, ਜਿਹੜਾ ਦੀਵਾਨ ਚੰਦੂ ਦੀ ਸ਼ਹਿ ਤੇ ਅੰਮ੍ਰਿਤਸਰ ਚੜ੍ਹ ਕੇ ਚੱਲਿਆ। ਜਦੋਂ ਇੰਨੀ ਗੱਲ ਆਖੀ ਤੇ ਸੈਦ ਨੂੰ ਤੇ ਫੌਜ ਨੂੰ ਇਹ ਸੁਲੱਭੀ ਡੇਲੇ ਜੇ ਕੱਢਣ ਲੱਗਿਆ, ਅੱਖਾਂ ਜੀਆਂ ਵਿਖਾਉਂਦਾ ਝਾੜਦਾ ਹੈ। ਮੈਂ ਗਮਨ ਤਰਾਹੂ। ਕਹਿੰਦਾ ਸੁਣਿਆ ਨਹੀਂ ਤੁਹਾਨੂੰ ਵੀ ਮੈਂ ਤਾਂ ਆਪ ਮੁਹਿੰਮ ਤੇ ਚੱਲਿਆ, ਇੱਥੇ ਰਾਹ ਵਿੱਚ ਮੇਰੇ ਪਾਸ ਕਿੱਥੋਂ ਢਾਲੇ ਬਣੇ ਪਏ ਹਨ। ਜਾਹੋ ਪੁਕਾਰੂ ਸ਼ਾਹੋ ਟਿਗ। ਕਹਿੰਦਾ ਮੈਂ ਨਹੀਂ ਦੇਣੇ, ਨਹੀਂ ਮਾਇਆ ਦੇਣੀ ਮੈਂ। ਜਾ ਲਾਹੌਰ ਬਾਦਸ਼ਾਹ ਆਇਆ ਤੇ ਬਾਦਸ਼ਾਹ ਦੇ ਕੋਲ ਤੂੰ ਮੇਰੇ ਤੇ ਦਰਖਾਸਤ ਦੇ ਦੇ, ਜਾਂ ਮੇਰੇ ਤੇ ਮੁਕੱਦਮਾ ਕਰ ਦੇ ਕਚਹਿਰੀ ਵਿੱਚ, ਜਿਵੇਂ ਨਿਬੜੇਗੀ ਫਿਰ ਦੇ ਦੇਵਾਂਗਾ। ਨਹਿ ਧਨ ਮਮ ਪਾਹੂ। ਇੱਥੇ ਤਾਂ ਮੇਰੇ ਕੋਲ ਹੈ ਨਹੀਂ ਕੋਈ ਮਾਇਆ, ਤੂੰ ਮੁਕੱਦਮਾ ਕਰ ਦੇ ਬਾਦਸ਼ਾਹ ਦੇ ਕੋਲ ਤੇ ਫਿਰ ਲੈ ਲਈ ਜਿਵੇਂ ਤੇਥੋਂ ਲਈ ਗਈ। ਸੁਨ ਸੈਯਦ ਬੋਲਿਓ ਤਬ ਹੈ। ਹੁਣ ਇਹ ਸੈਯਦ ਵੀ ਸਾਧ ਸੰਗ ਦੀ ਪੂਰਾ ਆਕੜਿਆ ਸੀ। ਜਦੋਂ ਇਹਨੇ ਸੁਣਿਆ ਵੀ ਇੱਕ ਤਾਂ ਮਾਇਆ ਦੇਣੀ ਸਾਲ ਦੀ ਤਨਖਾਹ, ਤੇ ਦੂਜਾ ਨਾਸਾਂ ਅੱਡਦਾ ਸਾਡੇ ਅੱਗੇ, ਸੁਣ ਕੇ ਬੋਲਿਆ ਹੈ ਮਗ ਦੇਹ ਨਾ ਜਾਨਾ। ਕਹਿੰਦੇ ਫਿਰ ਚੰਗਾ ਸੁਲੱਭੀ, ਜੇ ਨਹੀਂ ਨਾ ਦੇਣੀ ਤਨਖਾਹ ਤੇ ਅਸੀਂ ਤੈਨੂੰ ਇੱਥੋਂ ਹਿੱਲਣ ਨਹੀਂ ਦੇਣਾ, ਅਸੀਂ ਤੈਨੂੰ ਨਹੀਂ ਰਸਤੇ ਚੋਂ ਪੈਰ ਪੁੱਟਣ ਦੇਣਾ, ਇੱਥੇ ਮਾਇਆ ਪੂਰੀ ਕਰਾਂਗੇ। ਲੇਹ ਨੌਕਰੀ ਥਾਨ ਇਸ। ਜਿੰਨਾ ਵੀ ਬਕਾਇਆ ਰਹਿੰਦਾ ਹੈ ਤੇ ਅਸੀਂ ਇੱਥੇ ਹੀ ਤੇਰੇ ਤੋਂ ਵਸੂਲ ਕਰਾਂਗੇ, ਤੇਰੇ ਘੋੜੇ ਖੋਹ ਲਵਾਂਗੇ, ਚਾਹੇ ਸਾਰੇ ਤੇਰੇ ਸ਼ਾਸਤਰ ਵੇਚ ਕੇ ਨਾ ਪੂਰੀ ਕਰਨੀ ਪਵੇ ਤਨਖਾਹ ਫੌਜ ਦੀ, ਅਸੀਂ ਸਾਰੀ ਜਿਵੇਂ ਹੋਇਆ ਤੇਰੇ ਨਾਲ ਨਿਬੜਾਂਗੇ। ਕਿਮ ਕਰਾਂ ਪਿਆਨਾ। ਤੇ ਅਸੀਂ ਵੀ ਵੇਹਣੇ ਆ ਵੀ ਤੂੰ ਕਿਵੇਂ ਹੁਣ ਇੱਥੋਂ ਜਾਣਾ, ਫਿਰ ਹਿੱਲ ਕੇ ਵਿਖਾ, ਜੇ ਨਹੀਂ ਮਾਇਆ ਦੇ ਕੇ ਜਾਣੀ ਨਾ ਤੇ ਜਾਂਦਾ ਤੂੰ ਵੀ ਇੱਥੇ ਨੇ, ਇੱਥੇ ਬੰਨਾਂਗੇ ਤੈਨੂੰ। ਇਸ ਤਰ੍ਹਾਂ ਸੈਯਦ ਬੋਲਿਆ ਹੈ। ਸੁਲੱਭੀ ਕਹਿ ਨਿਜ ਸੈਨ ਕੋ। ਤੇ ਸੁਲੱਭੀ ਸੁਣ ਕੇ ਇੰਨੀ ਗੱਲ ਤੇ ਆਪਦੀ ਨਾਲ ਦੀ ਫੌਜ ਨੂੰ ਕਹਿਣ ਲੱਗਿਆ, ਇਨ ਮਾਰ ਹਟਾਓ। ਕਹਿੰਦੇ ਮਾਰੋ ਦੋ ਦੋ ਧੌਣ ਚ ਇਹਨਾਂ ਸਾਰਿਆਂ ਦੇ, ਤੇ ਰਸਤੇ ਤੋਂ ਪਾਸੇ ਹਟਾ ਦੇਵੋ। ਦੇਹੋ ਦਰਬ ਐਸੇ ਅਬ ਹੈ। ਇਹਨੂੰ ਚੰਗੇ ਨੋਟ ਦਿਓ ਗਿਣ ਕੇ ਸੈਦ ਨੂੰ, ਦੋ ਦੋ ਮਾਰ ਕੇ ਕੰਡ ਵਿੱਚ ਇਹਨਾਂ ਦੇ, ਤੇ ਰਸਤਾ ਸਾਫ਼ ਕਰਾਓ, ਪਰਾਂ ਇਹਨਾਂ ਨੂੰ ਹਟਾਓ ਮੇਰੇ ਪਾਸੋਂ। ਇਹੋ ਜਿਹੇ ਨੋਟ ਢਾਲੇ ਗਿਣ ਕੇ ਦਿਓ ਇਹਨਾਂ ਨੂੰ। ਬੈਠੇ ਪਛਤਾਓ। ਜਿਹੜੇ ਬੈਠੇ ਮੰਜਿਆਂ ਤੇ ਪਛੋਤਾਉਣ, ਲੱਤਾਂ ਬਾਹਾਂ ਭੰਨ ਸੁੱਟੋ ਇਹਨਾਂ ਸਾਰਿਆਂ ਦੀਆਂ। ਸੈਯਦ ਕਹਿ ਪਟ ਸਭ ਸੁਨੋ। ਤੇ ਜਦੋਂ ਗਾਂਹ ਹੋਈ ਨਾ ਫੌਜ ਸੁਲੱਭੀ ਦੀ, ਇਹ ਸੈਯਦ ਸਿਆਣਾ ਹੈ। ਬਾਕੀ ਸਾਧ ਸੰਗਤ ਜੀ, ਸੈਯਦ ਜਿਹੜੇ ਹੁੰਦੇ ਨਾ ਸੈਦ, ਮੁਸਲਮਾਨਾਂ ਵਿੱਚ ਇਹਨਾਂ ਦਾ ਸਭ ਤੋਂ ਵੱਧ ਸਤਿਕਾਰ ਹੈ, ਜਿਵੇਂ ਹਿੰਦੂਆਂ ਵਿੱਚ ਬ੍ਰਾਹਮਣਾਂ ਦਾ ਸਤਿਕਾਰ ਕਾਫੀ ਹੈ। ਤੇ ਸੈਯਦ ਜਿਹੜੇ ਆ, ਇਹ ਜਿਹੜੇ ਵੈ ਪੈਗੰਬਰ ਦੀ ਅੰਸ਼ ਮੰਨੇ ਗਏ ਆ। ਤੇ ਇਹ ਜਿਹੜਾ ਸੈਯਦ ਹੈ ਆ, ਜਦੋਂ ਇਹਨੇ ਸੁਣਿਆ ਸੁਲੱਭੀ ਦੀ ਫੌਜ ਨੇੜੇ ਹੋਈ, ਤੇ ਸੈਯਦ ਫੌਜ ਨੂੰ ਕਹਿਣ ਲੱਗਿਆ ਹੈ, ਚਾਕਰ ਸਮਸਾਰੇ। ਕਹਿੰਦੇ ਗੱਲ ਸੁਣੋ ਭਾਈ, ਸਾਡਾ ਤੁਹਾਡੇ ਨਾਲ ਕੋਈ ਰੌਲਾ ਨਹੀਂ। ਜਿਵੇਂ ਇਹ ਮੇਰੇ ਨਾਲ ਦੀ ਫੌਜ ਹੈ, ਇਹ ਵੀ ਵਿਚਾਰੇ ਡਿਊਟੀ ਕਰਦੇ ਆ, ਤੇ ਤੁਸੀਂ ਵੀ ਡਿਊਟੀ ਕਰਨ ਵਾਲੇ ਹੋ, ਨੌਕਰੀ ਕਰਨ ਵਾਲੇ, ਤੇ ਨੌਕਰ ਸਾਰੇ ਇੱਕੋ ਜਿਹੇ ਹੁੰਦੇ ਹਨ। ਤੁਮ ਪੀ ਲੈਤੇ ਦਰਬ ਕੋ। ਤੁਸੀਂ ਦੱਸੋ ਵੀ ਤੁਸੀਂ ਫ੍ਰੀ ਡਿਊਟੀ ਕਰਦੇ ਜੇ, ਤੁਸੀਂ ਸੁਲੱਭੀ ਦੇ ਨਾਲ ਤੁਰੇ ਫਿਰਦੇ ਹੋ, ਕਿ ਤੁਸੀਂ ਪੈਸੇ ਨਹੀਂ ਲੈਂਦੇ? ਤੁਸੀਂ ਵੀ ਤਾਂ ਨੌਕਰੀ ਮਾਇਆ ਖਾਤਰ ਕਰਦੇ ਹੋ। ਤੇ ਮਲਖ ਹਮਾਰੇ। ਤੇ ਹੁਣ ਸਾਨੂੰ ਵੀ ਢਿੱਡ ਲੱਗਾ ਹੈ, ਸਾਡੇ ਅਸੀਂ ਮਾਇਆ ਮੰਗਦੇ ਹੋ ਤੇ ਤੁਸੀਂ ਸੁਲੱਭੀ ਦੇ ਕਹੇ ਤੇ ਸਾਡੇ ਗਲ ਪੈਣ ਨੂੰ ਫਿਰਦੇ ਹੋ।
ਤੁਸੀਂ ਸਿਆਣੇ ਦੱਸੋ ਸਾਰੇ ਵੀ ਕਿ ਨੌਕਰੀ ਤੁਸੀਂ ਮੁਫਤੀ ਕਰਦੇ ਹੋ? ਤੁਸੀਂ ਵੀ ਜੇ ਮਾਇਆ ਲੈ ਕੇ ਕਰਦੇ ਹੋ ਤੇ ਅਸੀਂ ਮੰਗ ਲਈ ਪੈਸੇ ਸਾਲ ਦੇ, ਤੇ ਕਿਹੜੀ ਆਖਰ ਆ ਗਈ ਹੈ? ਸਾਰੇ ਹੀ ਸਾਨੂੰ ਵੀ ਢਿੱਡ ਲੱਗਿਆ ਭਾਈ, ਮਾਇਆ ਦੀ ਸਭ ਨੂੰ ਲੋੜ ਹੈ। ਅਪਰ ਜੰਗ ਕੋ ਕਾਜ ਨਹਿ। ਤੇ ਆਪਣਾ ਕਿਹੜਾ ਹੋਰ ਕੋਈ ਵੱਟ ਦਾ ਰੌਲਾ ਜਾਂ ਕੋਈ ਦੇਸ਼ ਹੱਦਬੰਦੀ ਦੀ ਜੰਗ ਹੈ? ਆਪਣਾ ਆਪਸ ਵਿੱਚ ਕੋਈ ਦੁਸ਼ਮਣੀ ਵੈਰ ਨਹੀਂ ਹੈ। ਨਾਹਕ ਮਰ ਮਾਰਾ। ਪਰ ਐਵੇਂ ਨਾ ਨਾਹਕ ਮਾਰੇ ਜਾਵਾਂਗੇ, ਬੇਫਾਇਦਾ ਭਾਈਆਂ ਵਿੱਚ ਜੰਗ ਹੋਵੇਗੀ। ਤੁਸੀਂ ਵੀ ਮੁਸਲਮਾਨ ਤੇ ਨਾਹਕ ਇੱਕ ਦੂਜੇ ਦੇ ਗਲ ਪੈ ਕੇ ਨਾ ਮਰੀਏ ਆਪਾਂ। ਰਹਾ ਥਾਨ ਥਿਤ ਆਪਣੇ। ਤੇ ਸਿਆਣਪ ਇਹਦੇ ਚ ਹੀ ਆ ਭਾਈ, ਤੁਸੀਂ ਆਪੋ ਆਪਣੀਆਂ ਥਾਵਾਂ ਤੇ ਖੜੇ ਰਹੋ, ਸੁਲੱਭੀ ਮਗਰ ਨਾ ਲੱਗੋ। ਔਰ ਭਲੇ ਵਿਚਾਰੋ। ਤੁਹਾਡੇ ਵਾਸਤੇ ਇਹੀ ਭਲਾ ਹੈ, ਤੇ ਆਪਦੇ ਮਨ ਵਿੱਚ ਚੰਗਾ ਵਿਚਾਰ ਲਓ ਤੁਸੀਂ। ਸੁਣ ਜਵਾਬ ਸੈਨਾ ਦਿਓ। ਸੈਣਾ ਸਾਧ ਸੰਗ ਜੀ ਗੱਲ ਸੈਯਦ ਦੀ ਬਿਲਕੁਲ ਯੋਗ ਹੈ। ਸੈਣਾ ਨੇ ਸੁਣ ਕੇ ਤੇ ਸੁਲੱਭੀ ਨੂੰ ਜਵਾਬ ਦੇ ਦਿੱਤਾ ਵੀ ਭਾਈ ਸੈਯਦ ਬਿਲਕੁਲ ਠੀਕ ਕਹਿੰਦਾ ਹੈ। ਜੇ ਅਸੀਂ ਤੇਰੀ ਨੌਕਰੀ ਕਰਦੇ ਹਾਂ ਤੇ ਪੈਸੇ ਲਈ ਕਰਦੇ ਹਾਂ। ਜੇ ਉਹਨਾਂ ਨੇ ਨੌਕਰੀ ਕੀਤੀ ਤੇ ਮਾਇਆ ਤਾਂ ਉਹਨਾਂ ਦੀ ਵੀ ਬਣਦੀ, ਉਹਨਾਂ ਨੂੰ ਦੇ ਕੰਮ ਨਿਬੜੇ। ਤੇ ਮਾਇਆ ਦਿੰਦਾ ਨਹੀਂ, ਤੂੰ ਸਾਨੂੰ ਉਹਨਾਂ ਦੇ ਗਲ ਪਵਾ ਰਹੇ ਆ, ਉਲਟਾ ਵੀ ਮਾਰੋ। ਅਸੀਂ ਮੁਸਲਮਾਨ ਦੂਜੇ ਮੁਸਲਮਾਨ ਨੂੰ ਕਿਉਂ ਮਾਰੀਏ ਭਾਈ ਤੇਰੇ ਪਿੱਛੇ ਲੱਗ ਕੇ? ਇਸ ਤਰ੍ਹਾਂ ਫੌਜ ਨੇ ਸਾਧ ਸੰਗਤ ਜੀ ਸੁਲੱਭੀ ਨੂੰ ਜਵਾਬ ਦੇ ਦਿੱਤਾ ਹੈ। ਪੁਨ ਜਾਚਤ ਹੈ ਨੌਕਰੀ। ਕਹਿੰਦੇ ਵੀ ਉਹ ਮਾੜਾ ਨਹੀਂ ਕਹਿੰਦੇ ਸੁਲੱਭੀ, ਉਹ ਵਿਚਾਰੇ ਆਪਦੀ ਸਾਲ ਦੀ ਤਨਖਾਹ ਮੰਗ ਰਹੇ ਹਨ। ਦੀਜਹ ਧਰ ਧੀਰਾ। ਤੇ ਫੌਜ ਨੇ ਵੀ ਸਮਝਾਇਆ ਵੀ ਤੁਹਾਨੂੰ ਉਹਦੇ ਹੱਥ ਤੇ ਰੱਖ ਦੇਣੀ ਚਾਹੀਦੀ ਹੈ, ਅਗਲੇ ਨੂੰ ਧੀਰਜ ਹੋ ਜਾਵੇ। ਸਭ ਦੇ ਚੁੱਲ੍ਹੇ ਘਰਾਂ ਵਿੱਚ ਤਪਦੇ ਮਾਇਆ ਕਰਕੇ ਹੈ। ਲਰਹਿ ਹਮ ਸੁਲੱਭੀ ਸੁਨਤ। ਤੇ ਸੁਲੱਭੀ ਸੁਣ ਲੈ ਵੀ ਅਸੀਂ ਨਹੀਂ ਇਹਦੇ ਨਾਲ ਮੱਥਾ ਲਾਉਣਾ, ਤੇਰੇ ਕਹੇ ਤੇ ਅਸੀਂ ਨਹੀਂ ਇਹ ਲੜਨਾ। ਮੁਸਲਮਾਨ ਨੂੰ ਕਿਉਂ ਮਾਰੇ ਤੇਰੇ ਮਾਇਆ ਖਾਤਰ? ਇਹ ਸੁਣਿਆ ਜਦੋਂ ਸੁਲੱਭੀ ਨੇ ਫੌਜ ਦੇ ਪਾਸੋਂ। ਮੁਖ ਗਾਰ ਨਿਕਾਰੀ। ਤੇ ਇਹ ਮੂਰਖ ਆਪਦੀ ਫੌਜ ਨੂੰ ਹੀ ਗਾਲਾਂ ਕੱਢਣ ਲੱਗ ਪਿਆ ਹੈ। ਤਬ ਸੈਯਦ ਨੇ ਤੁਰਤ ਹੀ। ਇੰਨੇ ਨੂੰ ਸਾਧ ਸੰਗੀ ਜਦੋਂ ਗਾਲਾਂ ਕੱਢਦਾ ਆਪਦੀ, ਕਿਉਂਕਿ ਫੌਜ ਆਖੇ ਨਹੀਂ ਲੱਗਦੀ, ਫੌਜ ਨੂੰ ਗਾਲਾਂ ਕੱਢਦਾ, ਉਧਰੋਂ ਸਾਹਮਣੇ ਵਾਲੀ ਫੌਜ ਨੂੰ ਗਾਲਾਂ ਕੱਢਦਾ ਜਿਹੜੀ ਮਾਇਆ ਲੈਣ ਆਈ ਹੈ। ਤੇ ਸੈਯਦ ਤਗੜਾ ਸੀ ਨੇ ਜਦੇ ਹੀ ਕਟਾਰ ਕੱਢ ਕੇ ਹੱਥ ਨਾਲ ਜਮ ਧਰ ਔਰ ਮਾਰੀ। ਤੇ ਵਜਾ ਦੇ ਛਾਤੀ ਦੇ ਵਿੱਚ ਮਾਰੀ ਜ਼ੋਰ ਦੇ ਨਾਲ। ਉਦਰ ਪਾਰ ਕੈ ਪਾਰ ਪੀ। ਮਾਰੀ ਕਟਾਰ, ਸੁਲੱਭੀ ਦਾ ਪੇਟ ਪਾੜ ਕੇ ਪਾਰ ਹੋ ਗਈ ਹੈ। ਹਾਨੇ ਖਲ ਪ੍ਰਾਨਾ। ਤੇ ਮੂਰਖ ਦੇ ਪ੍ਰਾਣ ਝਟੇ ਹੀ ਨਾਸ਼ ਹੋ ਗਏ ਹਨ। ਚੜਾਈ ਕਰ ਗਿਆ ਇਹ ਪਾਪੀ ਵੀ। ਗਿਰਿਓ ਉਥਲ ਕੈ ਪ੍ਰਿਥੀ ਪਰ। ਘੋੜੇ ਤੇ ਬੈਠਾ ਹੋਇਆ ਜਦੋਂ ਵੱਜੀ ਕਟਾਰ ਤੇ ਪੁਲਥ ਕੇ ਧਰਤੀ ਦੇ ਉੱਪਰ ਡਿੱਗ ਪਿਆ ਹੈ। ਚਿਤ ਦੁਸ਼ਟ ਮਹਾਨਾ। ਜਿਸ ਦਾ ਚਿੱਤ ਗੁਰੂ ਅਰਜਨ ਦੇਵ ਮਹਾਰਾਜ ਦੇ ਵਾਸਤੇ ਈਰਖਾ ਕਰਦਾ ਸੀ, ਇਹਨਾਂ ਨਿਰਵੈਰ ਨਾਲ ਵੈਰ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ, ਇਹੋ ਜੇ ਪਾਪੀ ਸੁਲੱਭੀ ਦੇ ਵੱਜੀ ਕਟਾਰ ਘੋੜੇ ਤੋਂ ਪੁਲਥ ਕੇ ਹੇਠਾਂ ਡਿੱਗਿਆ। ਜਦੀ ਪ੍ਰਾਣ ਨਿਕਲ ਗਏ ਪਾਪੀ ਦੁਸ਼ਟ ਦੇ। ਲੀਨੋ ਸਭ ਅਸਬਾਬ ਕੋ। ਤੇ ਜਿਹੜੀ ਫੌਜ ਸੀ ਉਹਨਾਂ ਨੇ ਜਿੰਨਾ ਕੁਝ ਸੀ ਇਹਦੇ ਕੋਲ ਲੱਦਿਆ ਲਦਾਇਆ, ਉਹ ਸਾਰਾ ਕੁਝ ਲੁੱਟ ਲਿਆ ਹੈ ਭੂਖਣ ਸਾਰੇ। ਇਹਦੇ ਗਲ ਦੇ ਗਹਿਣੇ ਵੀ ਲਾ ਲਏ, ਘੋੜੇ ਘਾੜੇ ਵੀ, ਸਾਰਾ ਕੁਝ ਖੋਹ ਲੈਣਾ ਕੀਤਾ ਹੈ। ਜਮੂ ਹਟੀ ਲਵਪੁਰੀ ਕੋ। ਕੱਲੀ ਫੌਜ ਹੀ ਰਹਿ ਗਈ, ਉਹ ਤਾਂ ਮਾਰਿਆ ਗਿਆ ਸੁਲੱਭੀ। ਤੇ ਫੌਜ ਨੂੰ ਪਤਾ ਸੀ ਵੀ ਜਹਾਂਗੀਰ ਬਾਦਸ਼ਾਹ ਇੱਥੇ ਲਾਹੌਰ ਆਇਆ ਹੋਇਆ। ਤੇ ਫੌਜ ਫਿਰ ਅੰਮ੍ਰਿਤਸਰ ਨਾ ਗਈ, ਇੱਥੋਂ ਲਾਹੌਰ ਨੂੰ ਦੌੜ ਗਈ ਹੈ। ਮਾਰਿਓ ਸਰਦਾਰੇ। ਇਹਨਾਂ ਦਾ ਸਰਦਾਰ ਸੈਯਦਾਂ ਨੇ ਮਾਰ ਸੁੱਟਿਆ ਹੈ ਮਾਇਆ ਲੈਣ ਦੇ ਬਦਲੇ। ਉਤ ਚੰਦੂ ਚਿਤਵਤ ਰਹਿਤ। ਇਧਰ ਹੁਣ ਸੁਲੱਭੀ ਤਾਂ ਚੜਾਈ ਕਰ ਗਿਆ ਤੇ ਲਾਹੌਰ ਪਹੁੰਚਿਆ ਹੋਇਆ ਚੰਦੂ ਬਾਦਸ਼ਾਹ ਦੇ ਨਾਲ। ਇਹ ਪਾਪੀ ਮਨ ਵਿੱਚ ਚਿਤਵ ਰਿਹਾ ਹੈ। ਹੱਥ ਕਰ ਗੁਰ ਆਵੈ। ਵੀ ਬੜੀ ਛੇਤੀ ਸੁਲੱਭੀ ਨੇ ਮਾਰ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤੇ ਆ ਜਾਣਾ ਬਸ ਕੁਝ ਸਮੇਂ ਵਿੱਚ ਲਾਹੌਰ ਨੂੰ। ਪਲਟਾ ਹੈ ਬਹੁ ਦਿਓ ਸਕੋ। ਬੜੇ ਸਮੇਂ ਦਾ ਮੇਰਾ ਬਦਲਾ ਰਹਿੰਦਾ ਹੈ ਗੁਰੂ ਅਰਜਨ ਦੇਵ ਤੋਂ ਲੈਣਾ। ਜਿਸ ਕੋ ਅਬ ਪਾਵੈ। ਤੇ ਮੇਰਾ ਇਹ ਬਦਲਾ ਉਹ ਸੁਲਹੀ ਦਾ ਭਤੀਜਾ ਸੁਲੱਭੀ ਅੱਜ ਪੂਰਾ ਕਰਕੇ ਆਵੇਗਾ। ਤਬ ਲਾ ਸੰਗੀ ਆਏ ਕੇ। ਅੱਜ ਚੰਦੂ ਤਾਂ ਮਨ ਵਿੱਚ ਖਾਲਸਾ ਜੀ ਇਹ ਸੋਚ ਰਿਹਾ ਸੀ, ਇਹਨੇ ਨੂੰ ਇਹ ਸੁਲਹੀ ਦੀ ਜਿਹੜੀ ਫੌਜ ਸੁਲੱਭੀ ਦੀ ਉਹ ਮਰ ਜਾਣ ਤੋਂ ਬਾਅਦ ਲਾਹੌਰ ਦੌੜ ਆਈ, ਉਹਨਾਂ ਵਿੱਚੋਂ ਇੱਕ ਨੇ ਆਣ ਖਬਰ ਦਿੱਤੀ ਹੈ। ਸੁਧ ਸਕਲ ਸੁਨਾਈ। ਕਹਿੰਦਾ ਮਹਾਰਾਜ ਚੰਦੂ ਦੀਵਾਨ ਜੀ ਜਰਾ ਸੁਣਨਾ ਕਰੋ ਸਾਡੀ ਗੱਲ ਤੁਸੀਂ। ਸੈਯਦ ਕੇ ਸੰਗ ਜਿਦ ਪਰਿਓ। ਸੁਲੱਭੀ ਤਾਂ ਮਾਰਿਆ ਗਿਆ
ਕਹਿੰਦੇ ਕੀ ਹੋਇਆ? ਕਹਿੰਦੇ ਉਹ ਸੈਦ ਸੀ ਪੁਰਾਣਾ ਫੌਜਦਾਰ ਜਿਹੜਾ ਸੁਲਹੀ ਦੇ ਹੇਠਾਂ ਕੰਮ ਕਰਦਾ ਸੀ, ਉਸ ਦੇ ਨਾਲ ਉਹ ਜਿੱਦ ਪਿਆ ਸੀ ਰਸਤੇ ਵਿੱਚ। ਮੁਖ ਗਾਰ ਨੀ ਤੇ ਸੁਨਾਈ, ਇੱਕ ਤਾਂ ਅਗਲੇ ਦੀ ਮਾਇਆ ਦੇਣੀ ਸੀ, ਉਲਟਾ ਉਹਨਾਂ ਨੂੰ ਗਾਲੀ ਗਲੋਚ ਕਰਦਾ ਰਹਿਆ। ਸੁਲਹੀ ਆਗੇ ਨੌਕਰੀ, ਕਿਉਂਕਿ ਜਿਹੜੇ ਫੌਜੀ ਸੈਨਾ ਕੁਝ 500-700 ਮਨੁੱਖ ਜਿਹੜਾ ਹੈ, ਇਹਦੇ ਚਾਚੇ ਸੁਲਹੀ ਦੇ ਅੱਗੇ ਨੌਕਰੀ ਕਰਦਾ ਸੀ। ਕੀਨੀ ਧਰ ਜਾਚੇ, ਉਹਨਾਂ ਦੀ ਸਾਲ ਦੀ ਤਨਖਾਹ ਨਹੀਂ ਸੀ ਦਿੱਤੀ ਸੁਲਹੀ ਨੇ, ਤੇ ਉਹ ਇਹਦੇ ਭਤੀਜੇ ਸੁਲੱਭੀ ਕੋਲੋਂ ਤਨਖਾਹ ਲੈਣ ਵਾਸਤੇ ਰਸਤੇ ਵਿੱਚ ਟੱਕਰ ਪਏ। ਉਹ ਮਾਇਆ ਮੰਗਦੇ ਸੀ ਤੇ ਅੱਗੋਂ ਗਾਲਾਂ ਕੱਢਦਾ ਹੈ ਸੀ। ਝਗਰ ਪਰੇ ਆਪਸ ਵਿਖੈ, ਜਿੱਦ ਤੋਂ ਮਹਾਰਾਜ ਚੰਦੂ ਜੀ ਇਹ ਆਪਸ ਵਿੱਚ ਝਗੜ ਪਏ, ਸੁਲੱਭੀ ਤੇ ਸੈਯਦ ਦੀ ਫੌਜ ਦੋਵੇਂ ਹੀ। ਦੋਨਾਂ ਹਰੇ ਸੁਰਾਚੇ, ਤੇ ਦੋਵਾਂ ਦੇ ਵਿੱਚ ਗੁੱਸਾ ਬਹੁਤ ਭਾਰੀ ਚੜ ਗਿਆ ਤੇ ਹੱਥੋਂ ਹੱਥੀ ਹੋ ਗਏ ਐ। ਜਮ ਧਰ ਮਾਰੀ ਮਰ ਗਇਓ, ਸੈਯਦ ਤਗੜਾ ਸੀ, ਉਹਨੇ ਜਿਹੜੀ ਵਾ ਕਟਾਰ ਇਹਦੇ ਛਾਤੀ 'ਚ ਦਿਲ ਤੇ ਕੋਈ ਵਾਰ ਕੀਤਾ ਤੇ ਥਾਈ ਜਿਹੜਾ ਇਹ ਸੁਲੱਭੀ ਹੈ ਉਹ ਚੜ੍ਹਾਈ ਕਰ ਗਿਆ, ਮਰ ਮੁੱਕ ਗਿਆ ਹੈ। ਹਮ ਹਟ ਕਰ ਆਏ, ਤੇ ਅਸੀਂ ਅੰਮ੍ਰਿਤਸਰ ਤਾਂ ਫਿਰ ਨਾ ਗਏ ਕਿਉਂਕਿ ਜਰਨੈਲ ਸਾਡਾ ਮਾਰਿਆ ਗਿਆ, ਤੇ ਅਸੀਂ ਉਥੋਂ ਹਟ ਕੇ ਇੱਥੇ ਲਾਹੌਰ ਮੁੜ ਆਏ ਹਾਂ। ਸੁਨ ਚੰਦੂ ਬਿਸਮਿਓ ਹਿਰਦੇ, ਚੰਦੂ ਵਿਚਾਰਾ ਸੁਣ ਕੇ ਬੜਾ ਹੈਰਾਨ ਹੋਇਆ ਹੈ। ਭਲ ਮਾਰਨ ਧਾਏ, ਕਹਿੰਦੇ ਆ ਵੀ ਇਹ ਤਾਂ ਚੰਗਾ ਮਾਰਨ ਵਾਸਤੇ ਸੁਲੱਭੀ ਗੁਰੂ ਅਰਜਨ ਦੇਵ ਨੂੰ ਗਿਆ ਸੀ, ਕੇਤਿਕ ਦਿਨ ਮੈਂ ਸ਼ਾਹੋ ਲਖ, ਵੀ ਇਹ ਤਾਂ ਆਪ ਹੀ ਮਰ ਗਏ ਨੇ, ਇਹ ਤਾਂ ਮਾਰਨ ਗਿਆ ਤੇ ਆਪ ਸ਼ਿਕਾਰੀ ਸ਼ਿਕਾਰ ਹੋ ਗਿਆ। ਚੰਦੂ ਹੈਰਾਨ ਹੁੰਦਾ ਹੈ। ਤੋ ਕਵੀ ਜੀ ਕਹਿੰਦੇ ਕੁਝ ਕੁ 4-5-7 ਦਿਨ ਪਏ ਤੇ ਇੱਕ ਦਿਨ ਬਾਦਸ਼ਾਹ ਜਹਾਂਗੀਰ ਮਨ ਵਿੱਚ ਸੋਚਦਾ ਵਿਚਾਰਦਾ ਹੈ। ਚੰਦੂ ਸੰਗ ਬੂਝਾ, ਸੋਚ ਵਿਚਾਰ ਕੇ ਤੇ ਚੰਦੂ ਨੂੰ ਬਾਦਸ਼ਾਹ ਪੁੱਛਣ ਲੱਗਿਆ। ਅਬਲਾ ਸੁਲੱਭੀ ਕਿਤ ਰਹਿਓ, ਕਹਿੰਦਾ ਹੈ ਵੀ ਚੰਦੂ ਆ ਜਾਣਾ ਚਾਹੀਦਾ ਸੀ ਸੁਲੱਭੀ ਨੂੰ, ਲਾਗੇ ਤਾਂ ਅੰਮ੍ਰਿਤਸਰ ਸਾਹਿਬ ਹੈ, ਸੁਲੱਭੀ ਖਰੇ ਇੰਨੇ ਦਿਨਾਂ ਦਾ ਕਿੱਥੇ ਰਹਿ ਗਿਆ ਹੈ। ਕਿਸ ਕਾਜ ਅਰੂਝਾ, ਜਿਹੜੇ ਕੰਮ ਭੇਜਿਆ ਸੀ ਖਰੇ ਉਹ ਪੂਰਾ ਹੋਇਆ ਕਿ ਨਹੀਂ ਹੋਇਆ। ਸੁਲੱਭੀ ਖੌਰੇ ਕਿਹੜੇ ਕੰਮ ਵਿੱਚ ਉਲਝ ਗਿਆ ਹੈ, ਅੜ ਗਿਆ ਹੋਇਆ ਹੈ। 2-3 ਦਿਨ ਮੈਂ ਆਵਨ, ਕੰਮ ਤਾਂ 2-3 ਦਿਨ ਦਾ ਸੀ, 2-3-4 ਦਿਨਾਂ ਵਿੱਚ ਆ ਜਾਣਾ ਚਾਹੀਦਾ ਸੀ। ਚਹੀਅਤ ਤਿਸ ਕੇਰੋ, ਸੁਲੱਭੀ ਨੂੰ ਹੁਣ ਤੱਕ ਤਾਂ ਆ ਜਾਣਾ ਸੀ, ਦਿਨ ਕਾਫੀ ਹੋ ਗਏ ਐ, 2-4 ਦਿਨਾਂ ਦਾ ਕੰਮ ਸੀ, ਪਰ ਉਹਦੀ ਕੋਈ ਖਬਰਸਾਰ ਨਹੀਂ ਹੋ ਰਹੀ ਹੈ। ਕਬੇ ਹੂੰ ਸੁਧ ਆਈ ਕਿ ਨਹੀਂ, ਚੰਦੂ ਦੱਸ ਵੀ ਸੁਲੱਭੀ ਦੀ ਕੋਈ ਖਬਰ ਆਈ ਕਿ ਨਹੀਂ ਆਈ। ਅੰਮ੍ਰਿਤਸਰ ਸਾਹਿਬ ਗਿਆ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਸ, ਦੱਸ ਖਾਂ ਜਰਾ ਕੀ ਬਣਿਆ, ਕੀ ਕੋਈ ਗੱਲਬਾਤ ਕੋਈ ਖਬਰ ਸੁਣੀ ਹੈ ਤੈਂ ਸੁਲੱਭੀ ਦੀ ਬਾਬਤ। ਸਾਮੀਪੀ ਤੇਰੋ, ਕਿਉਂਕਿ ਤੇਰਾ ਬੜਾ ਸਮੀਪੀ ਬੜਾ ਨਜ਼ਦੀਕੀ ਹੈ ਸੀ। ਸੁਨ ਚੰਦੂ ਕਹਿ ਸ਼ਾਹੋ ਜੀ, ਸੁਣ ਕੇ ਤੇ ਚੰਦੂ ਕਹਿੰਦਾ ਹੈ ਬਾਦਸ਼ਾਹ ਸਲਾਮਤ ਜਰਾ ਸੁਣਨਾ ਕਰੋ। ਸੈਯਦ ਸੋ ਮਾਰਾ, ਉਹ ਸੁਲੱਭੀ ਤਾਂ 5-4 ਦਿਨ ਪਹਿਲਾਂ ਅਜੇ ਰਾਹ 'ਚ ਹੀ ਸੀ ਤੇ ਸੈਯਦ ਨੇ ਫੜਕਾ ਸੁੱਟਿਆ ਹੈ। ਝਗਰ ਪਰੇ ਹਿਤ ਨੌਕਰੀ, ਨੌਕਰੀ ਦੇ ਵਾਸਤੇ ਤਨਖਾਹ ਲੈਣ ਵਾਸਤੇ ਬੜਾ ਝਗੜਾ ਹੋ ਗਿਆ ਸੀ, ਵੱਡ ਗਜਬ ਗੁਜ਼ਾਰਾ, ਤੇ ਬੜਾ ਭਾਰੀ ਗਜਬ ਹੋ ਗਿਆ, ਬਹੁਤ ਭੈੜਾ ਕੰਮ ਹੋ ਗਿਆ ਹੈ। ਫੌਜ ਨੇ ਬਗਾਵਤ ਕਰਕੇ ਤੇ ਸੁਲੱਭੀ ਜਰਨੈਲ ਨੂੰ ਮਾਰ ਸੁੱਟਿਆ ਹੈ। ਜਹਾਂਗੀਰ ਚਿਤ ਵਿਉ ਤਬ ਹੈ, ਤੇ ਕਵੀ ਜੀ ਕਹਿੰਦੇ ਸੁਣ ਕੇ ਚੰਦੂ ਤੋਂ ਵੀ ਪਹਿਲਾਂ ਸੁਲਹੀ ਮਰਿਆ, ਹੁਣ ਸੁਲੱਭੀ। ਜਹਾਂਗੀਰ ਬਾਦਸ਼ਾਹ ਚਿੱਤ ਵਿੱਚ ਬੜਾ ਹੈਰਾਨ ਹੋ ਰਿਹਾ ਤੇ ਸੋਚੀ ਪੈ ਗਿਆ ਵੈ। ਗੁਰ ਪੀਰ ਮਹਾਨਾ, ਵੀ ਇਹ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕੋਈ ਮਹਾਨ ਪੀਰ ਪੈਗੰਬਰ ਹਨ। ਕਿਮ ਤਸ ਕਰ ਸੋ ਰਾਖਤੇ, ਐਡੀ ਸ਼ਕਤੀ ਬਲ ਵਾਲੇ ਗੁਰੂ ਪਾਤਸ਼ਾਹ ਮਹਾਰਾਜ ਕਿਵੇਂ ਘਰ ਵਿੱਚ ਚੋਰ ਰੱਖ ਸਕਦੇ ਹਨ। ਇਨ ਝੂਠ ਬਖਾਨਾ, ਤੇ ਲੱਗਦਾ ਹੈ ਵੀ ਚੰਦੂ ਨੇ ਮੈਨੂੰ ਝੂਠ ਬੋਲਿਆ ਹੈ। ਕਹਿਓ ਪਨਹਿ ਬਿਨ ਦੋਸ਼ ਪਰ, ਤੇ ਬਾਦਸ਼ਾਹ ਜਹਾਂਗੀਰ ਕਹਿੰਦਾ ਚੰਦੂ ਬਈ ਤੂੰ ਬਿਨਾਂ ਦੋਸ਼ ਤੋਂ ਹੀ, ਬਿਨਾਂ ਕਿਸੇ ਸਬੂਤ ਤੋਂ, ਤੁਮ ਦੋਸ਼ ਬਖਾਨਾ, ਤੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੇ ਦੋਸ਼ ਲਾਈ ਜਾਂਦਾ ਵੀ ਉਹਨਾਂ ਚੋਰ ਪਾਲੇ ਹੋਏ, ਡਕੈਤੀਆਂ ਚੋਰੀਆਂ ਡਾਕੂ ਰੱਖ ਕੇ ਕਰਾਉਂਦੇ ਆ, ਕੋਈ ਸਬੂਤ ਤੇਰੇ ਕੋਲ ਹੈ ਨਹੀਂ ਤੇ ਤੂੰ ਪਾਤਸ਼ਾਹ ਤੇ ਇਲਜ਼ਾਮ ਲਾਉਂਦਾ ਹੈ। ਕਿਵੇਂ ਪਹੁੰਚਾ ਹੈ ਆਧ ਬੀਚ ਹੀ, ਤੇ ਜਦੋਂ ਇਹੋ ਜਿਹੇ ਪਾਤਸ਼ਾਹ ਹੋਣ ਤੇ ਕਿਵੇਂ ਕੋਈ ਉਹਨਾਂ ਦੇ ਉੱਪਰ ਚੜ ਕੇ ਪਹੁੰਚ ਸਕਦਾ ਹੈ। ਮੂਰਖ ਹੱਥ ਪ੍ਰਾਨਾ, ਜਿੰਨੇ ਵੀ ਘੱਲੇ ਆ, ਚਾਹੇ ਤੂੰ ਸੁਲਹੀ ਘੱਲਿਆ, ਫਿਰ ਸੁਲੱਭੀ ਜਿਹੜਾ ਵੀ ਜਾਂਦਾ ਰਾਹ ਵਿੱਚ ਹੀ ਮਰ ਮੁੱਕ ਜਾਂਦਾ ਹੈ। ਮੂਰਖ
ਇਹਦਾ ਅਰਥ ਹੈ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਸੱਚੇ ਹੈ ਤੇ ਉਹਨਾਂ ਦੇ ਘਰ ਵਿੱਚ ਬਰਕਤ ਹੈ। ਮੁਝ ਮਨ ਮੈਂ ਇਮ ਸਮਝ ਪੀ। ਮੈਨੂੰ ਤਾਂ ਮਨ ਵਿੱਚ ਇਹੀ ਸਮਝ ਪੈਂਦੀ ਚੰਦੂ ਵੀ ਉਹ ਚੋਰ ਨਹੀਂ ਹੋ ਸਕਦੇ, ਨਾ ਉਹ ਚੋਰਾਂ ਨੂੰ ਰੱਖਣ ਵਾਲੇ ਹੋ ਸਕਦੇ ਐ। ਜਿਨ੍ਹਾਂ ਦੇ ਵਿੱਚ ਇੰਨੀ ਅਜ਼ਮਤ ਹੋਵੇ ਉਹ ਤਾਂ ਪੈਗੰਬਰ ਦੇ ਰਸੂਲ ਹਨ। ਕਹਿ ਤੂਸਨ ਹੋਇਓ। ਉਹ ਅੱਲਾ ਦੇ ਪੈਗੰਬਰ ਹਨ, ਰਸੂਲ ਹਨ, ਪਵਿੱਤਰ ਪਾਕ ਆਤਮਾ ਹਨ। ਇਹ ਕਹਿ ਕੇ ਤੇ ਬਾਦਸ਼ਾਹ ਜਹਾਂਗੀਰ ਖਾਲਸਾ ਜੀ ਚੁੱਪ ਹੋ ਗਿਆ ਵੈ। ਰੁਖ ਲਖ ਕਹਿ ਪਤਸ਼ਾਹ ਕੋ। ਤੇ ਬਾਦਸ਼ਾਹ ਨੂੰ ਗੁੱਸਾ ਜਾ ਹੁੰਦਿਆਂ ਵੇਖ ਕੇ ਚੰਦੂ ਦੁਖ ਪੋਇਓ। ਜਦੋਂ ਝਿੜਕਾਂ ਪਈਆਂ ਤੇ ਚੰਦੂ ਨੂੰ ਬੜਾ ਮਨ ਨੂੰ ਦੁੱਖ ਲੱਗਿਆ ਹੈ। ਉਠ ਆਇਓ ਨਿਜ ਸਦਨ ਕੋ। ਤੇ ਬੁਰਾ ਜਿਹਾ ਮਨਾ ਕੇ ਬਾਦਸ਼ਾਹ ਤੋਂ ਝਿੜਕਾ ਲੈ ਕੇ ਚੰਦੂ ਆਪਣੇ ਘਰ ਨੂੰ ਮੁੜ ਆਇਆ ਹੈ। ਔਰ ਝੂਰਹਿ ਪੂਰਾ। ਤੇ ਮਨ ਵਿੱਚ ਬੜਾ ਭਾਰੀ ਝੋਰਾ ਮਨਾਉਂਦਾ, ਦੁਖੀ ਹੁੰਦਾ ਹੈ। ਇਤੋ ਜਤਨ ਕਰ ਕੂਰ ਕੇ। ਸੋਚਦਾ ਮੈਂ ਝੂਠ ਬੋਲ ਬੋਲ ਕੇ ਕਿੰਨੇ ਯਤਨ ਕੀਤੇ, ਪਾਪੜ ਵੇਲੇ ਸੀ ਨਹਿ ਉਤਰਿਓ ਪੂਰਾ। ਪਰ ਮੇਰੇ ਵੇਲੇ ਹੋਏ ਪਾਪੜ ਬਣਾਈਆਂ ਹੋਈਆਂ ਨੀਤੀਆਂ ਇੱਕ ਵੀ ਪੂਰੀ ਨਹੀਂ ਉਤਰੀ ਹੈ। ਤਾਤੀ ਵਾਯੂ ਨਹਿ ਲੱਗੀ। ਮੇਰੇ ਦੁਸ਼ਮਣ ਗੁਰੂ ਅਰਜਨ ਦੇਵ ਨੂੰ ਤਾਂ ਤਤੀ ਵਾ ਤੱਕ ਨਹੀਂ ਲੱਗਦੀ ਹੈ। ਨਹਿ ਪਾਇਆ ਤਰਾਸਾ। ਮੇਰਾ ਤੇ ਬਾਦਸ਼ਾਹ ਦਾ ਥੋੜੇ ਮਾਤਰ ਵੀ ਉਹਨੂੰ ਡਰ ਨਹੀਂ। ਜੇ ਕਿਸੇ ਨੂੰ ਚੜਾ ਕੇ ਭੇਜਦੇ ਆ ਰਾਹ ਵਿੱਚ ਹੀ ਮਰ ਜਾਂਦਾ ਹੈ। ਗੁਰੂ ਅਰਜਨ ਦੇਵ ਨੂੰ ਤਤੀ ਵਾ ਨਹੀਂ ਲੱਗਦੀ ਹੈ। ਮੂਰਖ ਸੰਕਟ ਕੇ ਸਹਿਤ। ਤੋ ਇਸ ਤਰ੍ਹਾਂ ਇਹ ਕਵੀ ਜੀ ਕਹਿੰਦੇ ਚੰਦੂ ਮੂਰਖ ਹੈ ਤੇ ਐਵੇਂ ਹੀ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਵੈਰ ਹਿਰਦੇ ਵਿੱਚ ਪਾਲ ਕੇ ਦੁਖੀ ਹੋਈ ਜਾਂਦਾ ਹੈ। ਪਰ ਦੀਰਘ ਸਵਾਸਾ। ਤੇ ਬੜੇ ਉੱਚੇ ਉੱਚੇ ਹੌਕੇ ਸਵਾਸ ਲੈਂਦਾ, ਬਹੁਤ ਔਖਾ ਹੋ ਰਿਹਾ ਹੈ। ਦੋਹਰਾ ਚਿੰਤਾ ਚਿਤ ਗਲਤਾਨ ਹਵੈ। ਇਧਰ ਚੰਦੂ ਜਿਹੜਾ ਹੈ ਚਿੰਤਾ ਦੇ ਵਿੱਚ ਵਿਚਾਰਾ ਰੋਜ਼ ਹੀ ਡੁੱਬਿਆ ਰਹਿੰਦਾ ਹੈ। ਚੰਦੂ ਦੁਸ਼ਟ ਬਿਲੰਦ। ਜਿਹੜਾ ਬਹੁਤ ਵੱਡਾ ਦੁਸ਼ਟ ਹੈ, ਪਾਪੀ ਹੈ। ਚਾਹਤ ਗੁਰ ਅਪਕਾਰ ਕੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਨੁਕਸਾਨ ਕਰਿਆ ਚਾਹੁੰਦਾ ਇਹ ਪਾਪੀ ਮੂਰਖ। ਨਿਸਬਾਸੁਰ ਮਤ ਮੰਦ। ਤੇ ਦਿਨ ਤੇ ਰਾਤ ਭੈੜੀ ਮਤ ਵਾਲਾ ਬਸ ਇੱਕੋ ਗੱਲ ਹੀ ਸੋਚੀ ਜਾਂਦਾ ਹੈ ਵੀ ਕਿਸੇ ਨਾ ਕਿਸੇ ਤਰੀਕੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨੁਕਸਾਨ ਕਰਨਾ ਹੈ। ਨਿਸ਼ਾਨੀ ਛੰਦ ਜਤਨ ਕਪਟ ਕੇ ਚਿਤਾ ਚਿਤ। ਕਵੀ ਜੀ ਕਹਿੰਦੇ ਰੋਜ਼ ਦਿਨ ਰਾਤ ਚੰਦੂ ਚਿੱਤ ਦੇ ਵਿੱਚ ਕਪਟ ਧੋਖਾ ਕਰਨ ਦੇ ਮਹਾਰਾਜ ਦਾ ਨੁਕਸਾਨ ਕਰਨ ਦੀਆਂ ਵਿਉਂਤਾਂ ਬਣਾਈ ਜਾਂਦਾ। ਵੱਡ ਘਾਤ ਬਣਾਵੈ। ਵੀ ਮੈਨੂੰ ਕੋਈ ਵੱਡਾ ਮੌਕਾ ਮਿਲੇ ਤੇ ਮੈਂ ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕਰਵਾ ਦੇਵਾਂ। ਪੂਰਬ ਕਰੇ ਉਪਾਏ ਜੇ। ਸੋਚਦਾ ਵੀ ਮੈਂ ਪਹਿਲਾਂ ਬੜੇ ਉਪਾਅ ਕੀਤੇ, ਬੜੇ ਮੈਂ ਚਾਲਾਂ ਵੀ ਚੱਲੀਆਂ ਹਨ। ਕੋ ਪੇਸ਼ ਨ ਆਵੈ। ਜਾਵੈ ਕੋਈ ਮੇਰੀ ਪੇਸ਼ ਨਹੀਂ ਜਾਂਦੀ ਹੈ, ਕੋਈ ਮੇਰਾ ਜ਼ੋਰ ਨਹੀਂ ਚੱਲਦਾ ਹੈ। ਸਾਹੋ ਲਿਖ ਹੈ ਨਹਿ ਇਮਹਨਾ। ਹੁਣ ਬਾਦਸ਼ਾਹ ਵੀ ਨਹੀਂ ਜਾਣਦਾ ਤੇ ਕਿਵੇਂ ਮੈਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਨੁਕਸਾਨ ਪਹੁੰਚਾਵਾਂਗਾ। ਬਾਦਸ਼ਾਹ ਵੀ ਉਹਨਾਂ ਤੇ ਸ਼ਰਧਾ ਰੱਖਦਾ ਹੈ। ਕਰ ਕੈ ਚਤੁਰਾਈ। ਪਰ ਕੋਈ ਗੱਲ ਨਹੀਂ, ਮੈਂ ਕੋਈ ਨਾ ਕੋਈ ਚਤੁਰਾਈ ਕਰਕੇ ਤੇ ਬਾਦਸ਼ਾਹ ਨੂੰ ਮਨਾ ਕਰਕੇ ਗੁਰੂ ਅਰਜਨ ਦੇਵ ਨੂੰ ਛੱਡਣਾ ਨਹੀਂ, ਜੋ ਮਰਜ਼ੀ ਹੋ ਜਾਵੇ। ਕਿਵੇਂ ਬੈਠਿਓ ਘਰ ਮਹਿ ਮਰਹਿ। ਕਿਵੇਂ ਮੈਂ ਘਰ ਵਿੱਚ ਬੈਠਾ ਹੋਇਆ ਰੋਜ਼ ਮਰੀ ਜਾਵਾਂ। ਨਿਤ ਆਨੰਦ ਵਧਾਈ। ਤੇ ਦੁਸ਼ਮਣ ਗੁਰੂ ਅਰਜਨ ਦੇਵ ਜੀ ਰੋਜ਼ ਬਰ ਰੋਜ਼ ਆਪਦੀ ਜ਼ਿੰਦਗੀ ਵਿੱਚ ਆਨੰਦ ਵਧਾ ਰਹੇ ਐ ਤੇ ਮੈਂ ਇੱਥੇ ਝੂਰ ਕੇ ਮਰੀ ਜਾਂਦਾ ਹਾਂ, ਤਪੀ ਜਾਂਦਾ ਹਾਂ। ਅਬ ਹੈ ਸ਼ਾਹ ਕੋ ਦੇਖ ਰੁਖ। ਕੋਈ ਗੱਲ ਨਹੀਂ, ਹੁਣ ਮੈਂ ਫੇਰ ਕਿਸੇ ਦਿਨ ਬਾਦਸ਼ਾਹ ਦਾ ਰੁਖ ਜਿਹਾ ਵੇਖ ਕੇ, ਸੁਭਾਅ ਜਿਹਾ ਵੇਖ ਕੇ, ਹਰਖ ਹੈ ਜਿਸ ਕਾਲਾ। ਜਿੱਦੇ ਮੈਨੂੰ ਪਤਾ ਲੱਗਿਆ ਵੀ ਜਿੱਦੇ ਬਾਦਸ਼ਾਹ ਬਹੁਤ ਜ਼ਿਆਦਾ ਖੁਸ਼ ਹੋਵੇਗਾ, ਪ੍ਰਸੰਨ ਹੋਵੇਗਾ। ਮੋਹੇ ਸਾਥ ਬਾਤੈਂ ਕਰੀ। ਜਦੇ ਕਿਤੇ ਮੇਰੇ ਨਾਲ ਖੁਸ਼ੀ ਬਾਦਸ਼ਾਹ ਗੱਲਾਂ ਬਾਤਾਂ ਕਰੇਗਾ। ਤਬ ਕਹਾਂ ਰਸਾਲਾ। ਤੇ ਉਦੋਂ ਮੈਂ ਸੁੰਦਰ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮਾਰਨ ਦੀ ਬਾਬਤ ਫੇਰ ਇਹ ਬਾਦਸ਼ਾਹ ਦੇ ਤਾਈਂ ਕਹਿ ਦੇਵਾਂਗਾ। ਦਸ ਕਰ ਰਾਖਣ ਦੋਸ਼ ਕੋ। ਮੈਂ ਫਿਰ ਇੱਕ ਵਾਰੀ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਦੋਸ਼ ਸਿੱਧ ਕਰ ਦੇਵਾਂਗਾ ਸਬੂਤਾਂ ਸਹਿਤ ਵੀ ਇਹ ਚੋਰ ਰੱਖਦੇ ਆ, ਝੂਠੇ ਸੱਚੇ ਗਵਾਹ ਪੇਸ਼ ਕਰਕੇ ਮੈਂ ਪੁਨਹ ਜਨਾਵਾ। ਮੈਂ ਜਣਾ ਦੇਵਾਂਗਾ ਬਾਦਸ਼ਾਹ ਜਹਾਂਗੀਰ ਨੂੰ ਵੀ ਮੈਂ ਜੋ ਕਹਿੰਦਾ ਸੀ ਉਹ ਸੱਚ ਹੈ। ਗੁਰੂ ਅਰਜਨ ਦੇਵ ਜੀ ਨੇ ਸੱਚੀ ਲੁਟੇਰੇ ਡਾਕੂ ਪਾਲੇ ਹੋਏ ਐ। ਝੂਠੀਆਂ ਸੱਚੀਆਂ ਗਵਾਹੀਆਂ ਦਵਾ ਦੇ ਕੇ
ਇਸ ਤਰ੍ਹਾਂ ਮੈਂ ਬਾਦਸ਼ਾਹ ਨੂੰ ਭਰੋਸਾ ਦਿਵਾ ਦੇਵਾਂਗਾ। ਅਪਰ ਘਾਤ ਨਹਿ ਦੰਡ ਤਬ, ਕਿਉਂਕਿ ਹੋਰ ਤਾਂ ਕੋਈ ਮੇਰੇ ਕੋਲ ਚਾਰਾ ਨਹੀਂ, ਤੇ ਜੇ ਹੋਰ ਮੇਥੋਂ ਕੁਝ ਨਾ ਸਰਿਆ, ਨਾ ਦਾ ਲੱਗਿਆ ਮੇਰਾ, ਕਹਿ ਕੈ ਲਗਵਾਵਾ। ਤਬ ਕਹਿ ਕੇ ਲਗਵਾਵਾਂ। ਮੈਂ ਦੰਡ ਜਿਹੜਾ ਨਾ ਬਾਦਸ਼ਾਹ ਤੋਂ ਕੋਈ ਨਾ ਕੋਈ ਡੰਨ ਜ਼ਰੂਰ ਗੁਰੂ ਅਰਜਨ ਦੇਵ ਨੂੰ ਲਗਵਾ ਦੇਵਾਂਗਾ। ਨਾ ਕੁਝ ਹੋਇਆ ਹੋਰ ਨਹੀਂ ਤੇ ਸਜ਼ਾ ਜ਼ਰੂਰ ਦਿਵਾਵਾਂਗਾ। ਅਵਸਰ ਕੋ ਹੇਰਤ ਰਹਿਤ, ਤੇ ਇਸ ਤਰ੍ਹਾਂ ਸਾਧ ਸੰਗਤ ਜੀ ਪਾਪੀ ਚੰਦੂ ਸਾਰੇ ਹੀਲੇ ਫੇਲ ਹੋ ਗਏ, ਤੇ ਰੋਜ਼ ਹੁਣ ਮਨ ਦੇ ਵਿੱਚ ਚੰਗਾ ਮੌਕਾ ਲੱਭਦਾ ਰਹਿੰਦਾ ਹੈ। ਦਿਨ ਕਿਤਕ ਬਿਤਾਏ, ਕੁਝ ਕੁ ਦਿਨ ਜਦੋਂ ਬਤੀਤ ਹੋ ਗਏ ਹਨ, ਨਰ ਪ੍ਰਿਥੀਏ ਕੋ ਟਿਗ ਆਇਓ। ਇੱਕ ਮਨੁੱਖ ਜਿਹੜਾ ਹੈ ਉਹ ਪ੍ਰਿਥੀ ਚੰਦ ਦਾ ਭੇਜਿਆ ਹੋਇਆ ਦੇ ਕੋਲ ਆਇਆ ਹੈ। ਦੇ ਪੱਤਰ ਪਠਾਏ, ਜਿਹੜਾ ਚਿੱਠੀ ਚੰਦੂ ਨੂੰ ਪ੍ਰਿਥੀ ਚੰਦ ਨੇ ਲਿਖ ਕੇ ਭੇਜਿਆ ਹੈ। ਖੋਲ ਪਠੀ ਇਮ ਲਿਖਿਓ ਵਿੱਚ, ਤੇ ਚਿੱਠੀ ਖੋਲ ਕੇ ਜਦੋਂ ਚੰਦੂ ਨੇ ਪੜ੍ਹੀ, ਉਹਦੇ ਵਿੱਚ ਪ੍ਰਿਥੀ ਚੰਦ ਵੱਲੋਂ ਲਿਖਿਆ ਸੀ, ਤੂੰ ਸਮਤ ਵਡੇਰੋ। ਕਿ ਹੇ ਚੰਦੂ ਦੀਵਾਨ, ਤੂੰ ਬੜੀ ਤੇਜ ਤਰਾਰ ਸਿਆਣੀ ਮਤ ਵਾਲਾ ਤੇ ਬੜੇ ਤਾਕਤ ਵਾਲਾ ਵੱਡਾ ਹੈ। ਕਾਰਜ ਸਭ ਪੂਰਨ ਕਰਹਿ, ਮੇਰਾ ਕਾਰਜ ਜਿਹੜਾ ਗੁਰੂ ਅਰਜਨ ਦੇਵ ਨੂੰ ਮਾਰ ਕੇ ਤੇ ਮੈਨੂੰ ਗੱਦੀ ਤੇ ਬਾਉਣ ਦਾ, ਇਹ ਮੈਨੂੰ ਪਤਾ ਹੈ ਤੂੰ ਜ਼ਰੂਰ ਪੂਰਾ ਕਰੇਂਗਾ। ਪਰਵਾਸਾ ਤੇਰੋ, ਮੈਨੂੰ ਤੇਰਾ ਰੱਬ ਜਿਹੜਾ ਭਰੋਸਾ ਹੈ। ਹਜ਼ਰਤ ਕੋ ਉਪਦੇਸ਼ ਕੈ, ਤੇ ਕਿਸੇ ਨਾ ਕਿਸੇ ਤਰ੍ਹਾਂ ਹਜ਼ਰਤ ਨੂੰ ਬਾਦਸ਼ਾਹ ਨੂੰ ਪ੍ਰੇਰ ਕਰਕੇ ਲਵਪੁਰ ਮਹਿ ਲਿਆਏ। ਤੂੰ ਇੱਕ ਵਾਰੀ ਲਾਹੌਰ ਵਿੱਚ ਲੈ ਆ ਕਿਸੇ ਤਰ੍ਹਾਂ ਦੇ ਨਾਲ। ਇਹ ਕਾਰਜ ਤੁਝ ਤੇ ਸਰਹਿ, ਜਿਹੜਾ ਲਾਹੌਰ ਲੈ ਕੇ ਆਉਣ ਦਾ ਕੰਮ ਹੈ ਹੋਰ ਕੋਈ ਨਹੀਂ ਕਰ ਸਕਦਾ। ਪ੍ਰਿਥੀ ਚੰਦ ਨੇ ਚਿੱਠੀ 'ਚ ਲਿਖਿਆ ਵੀ ਚੰਦੂ, ਤੂੰ ਕਿਸੇ ਨਾ ਕਿਸੇ ਤਰ੍ਹਾਂ ਬਾਦਸ਼ਾਹ ਜਹਾਂਗੀਰ ਨੂੰ ਇੱਕ ਵਾਰੀ ਲਾਹੌਰ ਲੈ ਆ, ਇਹ ਕੰਮ ਤੂੰ ਹੀ ਸਾਰ ਸਕਦਾ, ਕਰ ਸਕਦਾ ਹੈ। ਨਹਿ ਅਪਰ ਬਨਾਏ, ਹੋਰ ਕਿਸੇ ਦੇ ਆਖੇ ਬਾਦਸ਼ਾਹ ਨੇ ਲੱਗਣਾ ਨਹੀਂ, ਕਿਸੇ ਹੋਰ ਤੋਂ ਇਹ ਕੰਮ ਨਹੀਂ ਬਣ ਆਵੇਗਾ। ਰਿਪਹਤ ਬੇਕੋ ਸਮੈ ਆਬ, ਕਿਉਂਕਿ ਹੁਣ ਆਪਣਾ ਦੁਸ਼ਮਣ ਜੋ ਗੁਰੂ ਅਰਜਨ ਦੇਵ ਹੈ, ਉਹਨੂੰ ਮਾਰਨ ਦਾ ਸਮਾਂ ਆ ਗਿਆ ਹੈ ਨਿਕਟ ਤੁਮਾਰੇ। ਤੇ ਹੈ ਵੀ ਤੇਰੇ ਕੋਲ, ਮੈਨੂੰ ਪਤਾ ਤੂੰ ਪੰਜਾਬ ਦੇਸ਼ ਵਿੱਚ ਆਇਆ ਹੋਇਆ, ਤੇ ਹੁਣ ਆਹੀ ਸਮਾਂ ਗੁਰੂ ਅਰਜਨ ਦੇਵ ਨੂੰ ਮਾਰ ਮੁਕਾ ਦਈਏ। ਜੇ ਪੁਕਾਰ ਕੋ ਮਿਸ ਬਨਹਿ, ਜੇ ਕੋਈ ਬਹਾਨਾ ਬਣ ਜਾਵੇ ਨਾ ਪੁਕਾਰ ਕਰਨ ਦਾ, ਗੁਰੂ ਅਰਜਨ ਦੇਵ ਸਾਹਿਬ ਤੇ ਦਰਖਾਸਤ ਦੇਵਣ ਦਾ, ਮੁਝ ਲਿਹੋ ਹਕਾਰੇ। ਤੇ ਮੈਨੂੰ ਬੁਲਾ ਲਈ। ਜਦੋਂ ਵੀ ਬਹਾਨਾ ਬਣੇਗਾ ਤੇ ਉਦੋਂ ਹੀ ਮੈਂ ਹਾਜ਼ਰ ਹੋਵਾਂਗਾ, ਕਿਉਂਕਿ ਇਹਨਾਂ ਵਿਉਂਤ ਪਹਿਲਾਂ ਹੀ ਬਣਾਈ ਹੋਈ ਸੀ। ਜਦੋਂ ਪ੍ਰਿਥੀ ਚੰਦ ਦਿੱਲੀ ਗਿਆ ਨਾ, ਉੱਥੇ ਚੰਦੂ ਨੇ ਬਣਾਈ ਹੋਈ ਸੀ ਵਿਉਂਤ, ਤੇ ਚੰਦੂ ਤੇ ਪ੍ਰਿਥੀ ਚੰਦ ਨੇ ਵੀ ਆਪਾਂ ਬਾਦਸ਼ਾਹ ਨੂੰ ਕਿਸੇ ਬਹਾਨੇ ਨਾਲ, ਚੰਦੂ ਕਹਿੰਦਾ ਮੈਂ ਲਾਹੌਰ ਲੈ ਆਵਾਂਗਾ, ਤੇ ਜਦੋਂ ਮੈਂ ਕੋਈ ਬਹਾਨਾ ਬਣਾ ਲਿਆ ਲਾਹੌਰ ਆ ਗਿਆ ਬਾਦਸ਼ਾਹ, ਤੇ ਪ੍ਰਿਥੀ ਚੰਦ ਤੂੰ ਲਾਹੌਰ ਆ ਜਾਈਂ ਤੂੰ ਵੀ, ਤੇ ਲਾਹੌਰ ਗੁਰੂ ਅਰਜਨ ਦੇਵ ਮਹਾਰਾਜ ਤੇ ਲਾਹੌਰ ਦੀ ਕਚਹਿਰੀ 'ਚ ਮੁਕੱਦਮਾ ਕਰਾਂਗੇ। ਉੱਥੋਂ ਅੰਮ੍ਰਿਤਸਰ ਸਾਹਿਬ ਨੇੜੇ ਹੈ, ਤੇ ਗੁਰੂ ਅਰਜਨ ਦੇਵ ਨੂੰ ਇੱਕ ਵਾਰੀ ਜ਼ਰੂਰ ਸੱਦਿਆ ਜਾਵੇਗਾ ਸਫਾਈ ਦੇਣ ਵਾਸਤੇ। ਜੇ ਇੱਕ ਵਾਰੀ ਗੁਰੂ ਅਰਜਨ ਦੇਵ ਆ ਗਏ, ਚੰਦੂ ਕਹਿੰਦਾ ਮੈਂ ਫੇਰ ਨਹੀਂ ਛੱਡਣੇ, ਸ਼ਹੀਦ ਕਰਕੇ ਛੱਡਾਂਗਾ। ਤੋ ਕੀਤਾ ਬਾਅਦ ਵਿੱਚ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਸੀ। ਇਸ ਪਾਪੀ ਨੇ ਤੇ ਪ੍ਰਿਥੀ ਚੰਦ ਨੂੰ ਆਖਿਆ ਸੀ ਵੀ ਤੂੰ ਆ ਜਾਈਂ ਇੱਕ ਵਾਰੀ ਮੇਰੇ ਕਹੇ ਤੇ। ਤਾਂ ਪ੍ਰਿਥੀ ਚੰਦ ਯਾਦ ਕਰਾਉਂਦਾ ਵੀ ਸੁਣਿਆ ਵੀ ਤੁਸੀਂ ਇੱਧਰ ਆਏ ਹੋਏ ਹੋ ਲਾਹੌਰ, ਜੇ ਬਾਦਸ਼ਾਹ ਮੰਨ ਗਿਆ ਨਾ, ਤੇ ਜਦੋਂ ਮੁਕੱਦਮੇ ਦਾ ਅਵਸਰ ਜਾਂ ਲੱਭਿਆ ਵੀ ਕੋਈ ਦਰਖਾਸਤ ਆਵੇ, ਕੋਈ ਬਹਾਨਾ ਜਾਂ ਬਣਿਆ, ਤੇ ਪ੍ਰਿਥੀ ਚੰਦ ਕਹਿੰਦਾ ਚੰਦੂ ਉਦੋਂ ਮੈਨੂੰ ਚਿੱਠੀ ਭੇਜ ਦੇਈਂ ਤੇ ਮੈਂ ਲਾਹੌਰ ਆ ਜਾਵਾਂਗਾ। ਦੋਸ਼ ਸੰਦੇਹ ਆਰੋਪ ਕਰ, ਮੈਂ ਕੋਈ ਦੋਸ਼ ਲਾਵਾਂਗਾ, ਕੋਈ ਹੋਰ ਜਿਹੜੇ ਚੰਗੇ ਝੂਠੇ ਮਾੜੇ ਜਿਹੜੇ ਇਲਜ਼ਾਮ ਥੋਪ ਦੇਵਾਂਗਾ। ਕਰ ਸ਼ਾਹੋ ਗਹੀਜੈ, ਤੇ ਜਿਹੜਾ ਬਾਦਸ਼ਾਹ ਹੈ ਉਹ ਧੰਨ ਗੁਰੂ ਅਰਜਨ ਦੇਵ ਨੂੰ ਪਕੜ ਲਵੇਗਾ। ਮੈਂ ਦੋਸ਼ ਲਾਵਾਂਗਾ ਚੰਗੇ ਮਾੜੇ ਜਿਵੇਂ ਵੀ ਲਾਏ ਗਏ, ਮੁਕੱਦਮਾ ਕਰਾਂਗਾ ਤੇ ਬਾਦਸ਼ਾਹ ਜ਼ਰੂਰ ਕੈਦ ਦੇ ਦੇਵੇਗਾ। ਲਿਖੋ ਆਪ ਮੈਂ ਆਏ ਹਾਂ, ਮੈਨੂੰ ਚਿੱਠੀ ਲਿਖ ਦੇਈਂ ਜਦੋਂ ਮੇਰੀ ਲੋੜ ਹੋਈ, ਮੈਂ ਦੌੜਿਆ ਆਵਾਂਗਾ। ਮਿਲ ਯਤਨ ਕਰੀਜੈ, ਤੇ ਦੋਵੇਂ ਮਿਲ ਕੇ ਲਾਹੌਰ ਵਿੱਚ ਆਪਾਂ ਦੁਸ਼ਮਣ ਨੂੰ ਮਾਰਨ ਦਾ ਯਤਨ ਕਰਾਂਗੇ। ਪਠ ਕੈ ਪਾਤੀ ਚਿਤਿਓ ਚਿਤ, ਇਧਰ ਚੰਦੂ ਪ੍ਰਿਥੀਏ ਦੀ ਚਿੱਠੀ ਪੜ੍ਹ ਕੇ ਖੁਸ਼ ਹੁੰਦਾ ਹੈ ਤੇ ਮਨ ਵਿੱਚ ਸੋਚਦਾ ਹੈ ਕਰ ਬੂਝਣ ਸਾਹੂ, ਤੇ ਮੈਂ ਜ਼ਰੂਰ ਬਾਦਸ਼ਾਹ ਨੂੰ ਪੁੱਛਾਂਗਾ। ਪੁਨ ਪ੍ਰਿਥੀਆ ਬੁਲਵਾਏ ਹਾਂ, ਵੀ ਮੈਂ ਬਾਦਸ਼ਾਹ ਨੂੰ ਪੁੱਛ ਕੇ ਨਾ ਲਾਹੌਰ ਜਾਣ ਬਾਬਤ
ਤੇ ਫੇਰ ਮੈਂ ਪ੍ਰਿਥੀ ਚੰਦ ਨੂੰ ਇੱਥੇ ਸੱਦ ਲਵਾਂ। ਤੂਰਨ ਨਿਜ ਪਾਹੂ ਆਪਦੇ ਪਾਸ ਬੜੀ ਛੇਤੀ ਦੇ ਨਾਲ ਪ੍ਰਿਥੀ ਚੰਦ ਵੀ ਆ ਜਾਵੇਗਾ। ਇਮਨ ਸੱਚੇ ਕਰ ਪ੍ਰਾਤ ਉਠ ਤੋ ਸਾਧ ਸੰਗ ਜੀ ਇਸ ਤਰ੍ਹਾਂ ਮਨ ਵਿੱਚ ਚਾਲ ਜੀ ਸੋਚ ਕੇ ਨਾ ਇੱਕ ਨਵੀਂ ਰਾਤ ਬਰਾਜਿਆ ਤੇ ਅੰਮ੍ਰਿਤ ਵੇਲੇ ਜਦੋਂ ਤੜਕੇ ਹੀ ਵੱਡੇ ਇਹ ਚੰਦੂ ਉੱਠ ਕਰਕੇ ਮਤ ਮੰਦ ਚਿਤਾਰੈ ਭੈੜੀ ਮਤ ਜਿਹੜੀ ਵੈ ਕੁਝੀਆਂ ਚਾਲਾਂ ਸਤਿਗੁਰਾਂ ਦੇ ਬਾਬਤ ਮਨ ਵਿੱਚ ਸੋਚਦਾ ਵਿਚਾਰਦਾ ਹੋਇਆ। ਗਮਨਿਓ ਹਜ਼ਰਤ ਕੇ ਨਿਕਟ ਇਹ ਫੇਰ ਬਾਦਸ਼ਾਹ ਜਹਾਂਗੀਰ ਦੇ ਪਾਸ ਪਹੁੰਚਿਆ ਨਰ ਨਿਮਹਿ ਹਜ਼ਾਰੈ ਤੇ ਇਹ ਜਦੋਂ ਚੱਲਿਆ ਹੈ ਤੇ ਬਾਦਸ਼ਾਹ ਹੁਣ ਇਹ ਵੀ ਦੀਵਾਨ ਹੈ ਬਾਦਸ਼ਾਹ ਦਾ। ਕਵੀ ਜੀ ਕਹਿੰਦੇ ਹਜ਼ਾਰਾਂ ਮਨੁੱਖ ਇਸ ਹੰਕਾਰੀ ਚੰਦੂ ਅੱਗੇ ਸਿਰ ਝੁਕਾਉਂਦੇ ਹਨ। ਰਜਤ ਦੰਡ ਗਹਿ ਅਗਰ ਚੱਲ ਤੇ ਇਸ ਤਰ੍ਹਾਂ ਦਾ ਇਹਦਾ ਪ੍ਰਤਾਪ ਹੈ। ਚਾਂਦੀ ਦੀਆਂ ਚੋਭਾਂ ਲੈ ਲੈ ਕੇ ਜਿਹੜੇ ਕੋਈ ਉਹ ਅੱਗੇ ਤੁਰਨ ਵਾਲੇ ਆ ਚੋਭਦਾਰ ਉਹ ਚੰਦੂ ਦੇ ਅੱਗੇ ਤੁਰਦੇ ਆ ਚਾਂਦੀ ਦੀਆਂ ਚੋਭਾਂ ਲੈ ਕੇ ਕਰਕੇ। ਕੋ ਨਰਨ ਹਟਾਵੈ ਤੇ 2-4 ਬੰਦੇ ਅੱਗੇ ਰਹਿੰਦੇ ਆ ਚੰਦੂ ਦੇ ਲੰਘਦਿਆਂ ਹੋਇਆਂ ਰਸਤੇ ਦੇ ਵਿੱਚੋਂ ਮਨੁੱਖਾਂ ਨੂੰ ਪਾਸੇ ਹਟਾਉਂਦੇ ਆ ਗਲੀ ਖੁੱਲੀ ਕਰਵਾਉਂਦੇ ਹਨ। ਸੰਗ ਸੁਬਟ ਗਮਨਤ ਪਗਨ ਵੱਡੇ ਵੱਡੇ ਜਰਨੈਲ ਸੂਰਮੇ ਚੰਦੂ ਦੇ ਨਾਲ ਜਾ ਰਹੇ ਹਨ। ਚਾਹੋਂ ਦਿਸ ਮਹਿ ਜਾਵੈ ਚਾਰ ਚਫੇਰੇ ਘੇਰਾ ਕੱਤਿਆ ਹੋਇਆ ਕਿਉਂਕਿ ਬਗਾਨੇ ਮੁਲਕ ਤਾਂ ਇਹਨਾਂ ਦਾ ਹੀ ਆ ਪਰ ਹੁਣ ਬਗਾਨਾ ਥਾਂ ਹੈ ਇੱਥੇ ਪਤਾ ਨਹੀਂ ਕੌਣ ਕੈਸਾ ਹੈ ਤੇ ਚੰਦੂ ਦੀ ਬੜੀ ਜਿਹਨੂੰ ਸਿਕਿਉਰਿਟੀ ਕਹਿ ਦਿੰਦੇ ਸੁਰੱਖਿਆ। ਚਾਰ ਚਫੇਰੇ ਵੱਡੇ ਵੱਡੇ ਸੂਰਮੇ ਵਿਚਕਾਰ ਚੰਦੂ ਚਾਂਦੀ ਦੀਆਂ ਚੋਭਾਂ ਅੱਗੇ ਲੈ ਕੇ ਚੋਭਦਾਰ ਤੁਰਦੇ ਹਨ। ਕਿਤਕ ਦਾਸ ਦੌੜਤ ਚੱਲੈ ਹੈ ਕਈ ਦਾਸ ਚਾਰ ਚਫੇਰੇ ਦੌੜਦੇ ਹੋਏ ਅੱਗੇ ਭੱਜੇ ਜਾਂਦੇ ਹਨ। ਅਗਵਾਚ ਪਿਛਵਾਈ ਕੋਈ ਅੱਗੇ ਤੁਰਿਆ ਜਾਂਦਾ ਹੈ ਕੋਈ ਪਿੱਛੇ ਤੁਰਿਆ ਜਾਂਦਾ ਹੈ ਕੋਈ ਖੱਬੇ ਕੋਈ ਸੱਜੇ ਬੜੀ ਫੌਜ ਦੇ ਨਾਲ ਹੈ। ਬੋਲਤ ਜਾਤ ਨਕੀਬ ਜੋ ਤੇ ਨਕੀਬ ਜਿਹੜੇ ਹੁੰਦੇ ਐ ਸੋਭਾ ਗਾਉਣ ਵਾਲੇ ਉਹ ਚੰਦੂ ਦੀ ਸੋਭਾ ਕਰਦੇ ਗਲੀਆਂ ਵਿੱਚੋਂ ਲੰਘ ਰਹੇ ਹਨ। ਕੋ ਸੁਜਾਸ ਸੁਨਾਈ ਕੋਈ ਚੰਦੂ ਦੀ ਸ਼੍ਰੇਸ਼ਟ ਵਡਿਆਈ ਬਣਾ ਬਣਾ ਕੇ ਸਵਈਏ ਗਾ ਰਿਹਾ ਹੈ। ਅੱਗੇ ਚੱਲੈ ਟਲੈ ਤੋ ਕੁਛ ਨਕੀਬ ਤੁਰੇ ਜਾਂਦੇ ਆ ਅਗਲੇ ਪਾਸੇ ਤੋਂ ਨਾਲ ਕੁਝ ਸੂਰਮੇ ਵੱਡੇ ਯੋਧੇ ਅਗਲੇ ਪਾਸੇ ਫੌਜ ਤੋਂ ਸਾਰਿਆਂ ਤੋਂ ਅੱਗੇ ਚੰਦੂ ਦੇ ਸੁਰੱਖਿਆ ਵਾਸਤੇ ਜਾ ਰਹੇ ਹਨ। ਗਹਿ ਖੜਗ ਰੋਟਾਲੇ ਤੇ ਹੱਥਾਂ ਵਿੱਚ ਉਹਨਾਂ ਨੇ ਖੜਗਾਂ ਫੜੀਆਂ ਹੋਈਆਂ ਤੇਗਾਂ ਢਾਲਾਂ ਪਕੜੀਆਂ ਹਨ। ਕੋ ਸਨਮਾਨਤ ਸੰਗ ਮੈਂ ਕਈ ਚੰਦੂ ਦੇ ਨਾਲ ਤੁਰੇ ਜਾਂਦੇ ਬੜਾ ਸਤਿਕਾਰ ਕਰ ਰਹੇ ਐ। ਕਹਿ ਬਾਕ ਰਸਾਲੇ ਤੇ ਬੜੇ ਮਿੱਠੇ ਮਿੱਠੇ ਬਚਨ ਚੰਦੂ ਨੂੰ ਬੋਲ ਕੇ ਖੁਸ਼ ਕਰਨ ਦੇ ਚੱਕਰ ਵਿੱਚ ਮੰਗਤ ਜਨ ਗਨ ਬੋਲਤੇ ਬੜੇ ਲਾਹੌਰ ਦੇ ਮੰਗਤੇ ਚੰਦੂ ਦੇ ਅੱਗੇ ਹੱਥ ਅੱਡ ਅੱਡ ਕੇ ਮੰਗ ਰਹੇ ਹਨ। ਸਿਵਕਾ ਪਰ ਚਾਲਾ ਤੇ ਕਿਉਂਕਿ ਪਤਾ ਵੀ ਦੀਵਾਨ ਹੈ ਤੇ ਇਥੋਂ ਚੜ ਕੇ ਪਾਲਕੀ ਤੇ ਤੁਰਿਆ ਹੈ। ਘਰ ਜਾਮਾ ਪਾਲੇ ਬਹੁਤ ਤੇ ਬੇਸ਼ਕੀਮਤੀ ਸਾਧ ਸੰਗਤ ਜੀ ਗਲ ਦੇ ਵਿੱਚ ਜਾਮਾ ਇਸ ਦੇ ਪਾਇਆ ਹੋਇਆ ਹੈ। ਸਿਰ ਪਾਗ ਵਿਸਾਲਾ ਤੇ ਸਿਰ ਦੇ ਉੱਪਰ ਪੱਗ ਬੰਨੀ ਹੋਈ ਆ ਬਹੁਤੇ ਪੱਲਿਆਂ ਵਾਲਾ ਕਲੀਆਂ ਵਾਲਾ ਜਾਮਾ ਪਾਇਆ ਸਿਰ ਤੇ ਵੱਡੀ ਚਿੱਟੀ ਪੱਗ ਬੰਨੀ ਹੋਈ ਹੈ। ਦੋਹਾਂ ਦੇ ਸਲੇਤ ਸਲਾਮ ਕੋ ਦੋ ਪਾਸਿਓਂ ਚੰਦੂ ਨੂੰ ਸਲੂਟ ਸਲਾਮਾਂ ਵੱਜ ਰਹੀਆਂ ਹਨ ਸਿਰ ਝੁਕਦੇ ਹਨ। ਗਮਨਤਪੁਰ ਮਾਹੂ ਇਸ ਤਰ੍ਹਾਂ ਲਾਹੌਰ ਦੇ ਵਿੱਚ ਤੁਰਿਆ ਜਾਂਦਾ ਪਾਲਕੀ ਤੇ ਚੜਿਆ ਜਾਂਦਾ ਤੋ ਇਸ ਤਰ੍ਹਾਂ ਬੜੇ ਇਸ ਚਾਰ ਚਫੇਰੇ ਦੀ ਸੋਭਾ ਦੇ ਗੀਤ ਗਾਏ ਜਾ ਰਹੇ। ਭਿਖ ਦੀਵਾਨ ਨਰ ਖਰੇ ਹੋਏ ਜਦੋਂ ਇਹ ਕਚਹਿਰੀ ਵਿੱਚ ਪਹੁੰਚਿਆ ਤੇ ਇਹ ਦੀਵਾਨ ਨੂੰ ਆਇਆ ਵੇਖ ਕੇ ਬੜੇ ਜਿਹੜੇ ਛੋਟੇ ਅਹਿਲਕਾਰ ਹੈ ਉਮਰਾਵ ਹੈ ਸਾਰੇ ਖੜੇ ਹੋ ਗਏ ਹਨ। ਹੋਏ ਸਨਮਾਨ ਉਮਾਹੂ ਬੜਾ ਸਨਮਾਨ ਕੀਤਾ ਸਾਰਿਆਂ ਨੇ ਬੜੀ ਉਤਸ਼ਾਹ ਦੇ ਨਾਲ। ਸਿੰਘ ਪੌਰ ਮਹਿ ਬਰਿਓ ਜਬ ਜਦੋਂ ਸਾਧ ਸੰਗਤ ਜੀ ਮਹਿਲ ਜਿਹੜਾ ਕਿਲਾ ਇੱਥੋਂ ਦਾ ਲਾਹੌਰ ਦਾ ਇਸ ਕਿਲੇ ਦੇ ਸਿੰਘ ਪੌਰ ਕਈ ਵੱਡੇ ਦਰਵਾਜ਼ੇ ਡਿਉੜੀ ਵਿੱਚ ਵੜਿਆ ਹੈ। ਪਟ ਗਨ ਪੇ ਠਾਡੇ ਤੇ ਬੜੇ ਭਾਟ ਸੋਭਾ ਗਾਉਣ ਵਾਲੇ ਨਕੀਬ ਅੱਗੇ ਖੜੇ ਹਨ। ਉਮਰਾਵਨ ਮਹਿ ਪੁਨ ਗਇਓ ਤੇ ਫਿਰ ਉਹਦੀ ਸੋਭਾ ਚੰਦੂ ਦੀ ਹੁੰਦੀ ਜਾਂਦੀ ਹੈ ਤੁਰਿਆ ਜਾਂਦਾ ਹੈ ਤੇ ਫਿਰ ਅੱਗੇ ਜਿੱਥੇ ਉਮਰਾਵ ਬਹਿੰਦੇ ਆ ਇਹ ਡਿਉੜੀ ਵਿੱਚੋਂ ਲੰਘਦਾ ਹੋਇਆ ਉੱਥੇ ਪਹੁੰਚਿਆ ਹੈ। ਧਨ ਕਰ ਗਾਢੇ ਤੇ ਬਹੁਤਾ ਜਿਹੜਾ ਵੈ ਧਨ ਜਿਨ੍ਹਾਂ ਦੇ ਪਾਸ ਹੈ
ਉਹ ਬਹੁਤੇ ਧਨ ਵਾਲੇ ਉਮਰਾਵ ਅਮੀਰ ਅਹਿਲਕਾਰੇ ਦੇ ਪਾਸ ਅਗਲੇ ਪਾਸੇ ਖੜੇ ਐ ਸਵਾਗਤ ਵਾਸਤੇ। ਜਹਾਂਗੀਰ ਬੈਠਿਓ ਤਖਤ ਤੇ ਬਾਦਸ਼ਾਹ ਜਹਾਂਗੀਰ ਕਚਹਿਰੀ ਵਿੱਚ ਤਖਤ ਦੇ ਉੱਪਰ ਬੈਠਾ ਹੋਇਆ ਹੈ। ਬਾਹ ਨਮੋ ਕਰੰਤਾ ਤੇ ਬੜੇ ਜਾ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਵੀ ਨਮਸਕਾਰਾਂ ਕਰਦੇ ਐ। ਇਹੋ ਜਿਹੇ ਮਹਾਨ ਦਰਬਾਰ ਜਿਹੜਾ ਇਹਨਾਂ ਦਾ ਬਣਿਆ ਹੋਇਆ ਬਹੁਤ ਵੱਡਾ, ਉਸ ਦੁਨਿਆਵੀ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਚੰਦੂ ਪਹੁੰਚਿਆ ਹੈ। ਨਿਜ ਦਰਜੇ ਪਰ ਤਬ ਥਿਰਿਓ ਤੇ ਨਮਸਕਾਰ ਕਰਕੇ ਬਾਦਸ਼ਾਹ ਜਹਾਂਗੀਰ ਨੂੰ ਤੇ ਫਿਰ ਇਹ ਚੰਦੂ ਆਪਣਾ ਜਿਹੜਾ ਇਹਦਾ ਬਾਦਸ਼ਾਹ ਤੋਂ ਸਾਧ ਸੰਗਤ ਦੂਜੇ ਨੰਬਰ ਤੇ ਛੋਟਾ ਤਖਤ ਜਿਹੜਾ ਹੁੰਦਾ ਸੀ ਸਿੰਘਾਸਣ, ਉਹ ਚੰਦੂ ਦਾ ਹੁੰਦਾ ਸੀ। ਤੇ ਉਸ ਤੋਂ ਬਾਅਦ ਦੂਜੇ ਅਮੀਰਾਂ ਵਜ਼ੀਰਾਂ ਦਾ ਹੁੰਦਾ ਸੀ। ਵੱਡੇ ਤਖਤ ਤੇ ਬਾਦਸ਼ਾਹ ਤੇ ਉਹਦੇ ਤੋਂ ਥੋੜਾ ਜਿਹਾ ਨੀਵੇਂ ਤਖਤ ਦੇ ਉੱਪਰ ਚੰਦੂ ਬਹਿੰਦਾ ਹੈ। ਇਹ ਜਾ ਕਰਕੇ ਆਪਣੇ ਤਖਤ ਸਿੰਘਾਸਣ ਤੇ ਬੈਠ ਗਿਆ, ਜਿਹੜਾ ਦੀਵਾਨ ਦਾ ਸਿੰਘਾਸਣ ਹੈ। ਉਤਸਾਹੋ ਤਰੰਤਾ ਤੇ ਮਨ ਵਿੱਚ ਬੜਾ ਹੰਕਾਰਿਆ ਹੋਇਆ ਹੈ, ਉਤਸ਼ਾਹ ਜਿਹਾ ਧਾਰਦਾ ਹੈ। ਹਜ਼ਰਤ ਕੋ ਅਭਿਨੰਦਨੇ ਇਧਰ ਬਾਦਸ਼ਾਹ ਜਹਾਂਗੀਰ ਨੂੰ ਨਮਸਕਾਰਾਂ ਕਰ ਕਰਕੇ ਕਰ ਕਰ ਚਤੁਰਾਈ ਇਹ ਰੋਜ਼ ਹੀ ਮਿੱਠਾ ਬਹੁਤ ਰਹਿੰਦਾ ਹੈ ਬਾਦਸ਼ਾਹ ਜਹਾਂਗੀਰ ਦੇ ਨਾਲ। ਬੜੇ ਸਲਾਮ ਵਾਲੇਕੁਮ ਕਰਦਾ ਹੈ, ਮੱਥੇ ਟੇਕਦਾ ਹੈ, ਉਹਦੇ ਤੇ ਬੜਾ ਹੇਜ ਜਤਾਉਂਦਾ ਹੈ। ਕਹਿਤ ਸੁਨਾਵਤ ਮ੍ਰਿਦੁਲ ਬਾਚ ਤੇ ਆ ਕੇ ਬਹਿ ਗਿਆ ਕਚਹਿਰੀ 'ਚ ਚੰਦੂ। ਪਹਿਲਾਂ ਤਾਂ ਬੜੀ ਸੋਭਾ ਗਾਈ ਇਹਨੇ ਜਹਾਂਗੀਰ ਦੀ, ਸੋਭਾ ਗਾਉਂਦਾ ਗਾਉਂਦਾ ਖਾਲਸਾ ਜੀ ਫਿਰ ਹੋਰ ਗੱਲਾਂ ਜਿਹੜੀਆਂ ਮੈਂ ਤਰੀਕੇ ਨਾਲ ਕਰਦਾ ਜਾਂਦਾ, ਮਿੱਠੀਆਂ ਪੋਲੇ ਬਚਨ ਬੋਲਦਾ ਹੈ। ਕੀਰਤ ਵਰਧਾਈ ਤੇ ਬਾਦਸ਼ਾਹ ਨੂੰ ਐ ਵਡਿਆਈ ਕਰ ਕਰਕੇ ਚੰਗਾ ਫੁਲਾ ਦਿੱਤਾ ਹੈ। ਹਸਤ ਸਾਹੋ ਹਰਖਤ ਹੀਓ ਤੇ ਬਾਦਸ਼ਾਹ ਇਹਦੇ ਤੇ ਬੜਾ ਖੁਸ਼ ਰਹਿੰਦਾ। ਜਹਾਂਗੀਰ ਚੰਦੂ ਤੇ ਬਹੁਤ ਪ੍ਰਸੰਨ ਰਹਿੰਦਾ ਹੈ। ਸਭ ਸਭਾ ਸਰਾਹਿਓ ਤੇ ਸਾਰੀ ਸਭਾ ਦੇ ਵਿੱਚ ਨਾ ਬਾਦਸ਼ਾਹ ਨੇ ਇੱਥੇ ਲਾਹੌਰ ਬੈਠੇ ਹੋਏ ਜਹਾਂਗੀਰ ਨੇ ਚੰਦੂ ਦੀ ਸਾਰਿਆਂ ਨਕੀਬਾਂ ਭਟਾਂ ਉਮਰਾਵ ਅਮੀਰਾਂ ਵਜ਼ੀਰਾਂ ਦੇ ਸਾਹਮਣੇ ਇਹ ਬਚਨ ਕਹਿ ਕੇ ਸੋਭਾ ਕੀਤੀ ਹੈ। ਚੰਦ ਦੀਵਾਨ ਪੁਰਾਤਨੀ ਕਿ ਠੀਕ ਹੈ, ਮੇਰੇ ਪਾਸ ਬੜੇ ਬੜੇ ਨੌਕਰੀ ਕਰਦੇ ਅਮੀਰ ਵਜ਼ੀਰ ਜਿੰਨੇ ਹੋ ਤੁਸੀਂ ਸੁਣੋ ਭਾਈ, ਇਹ ਜੋ ਚੰਦੂ ਹੈ ਨਾ ਇਹ ਦੀਵਾਨ ਮਹਾਨ ਤੇ ਬਹੁਤ ਪੁਰਾਣਾ ਮੇਰਾ ਸੱਜਣ ਹੈ, ਮੇਰਾ ਨੇੜ ਵਾਲਾ ਹੈ। ਬਰਾਬਰ ਚਿਤ ਚਾਹਿਓ ਤੇ ਇਹ ਇਸ ਤਰ੍ਹਾਂ ਦਾ ਹੈ ਤੇ ਮੇਰਾ ਮਨ ਜਿਹੜਾ ਵੈ ਇਹ ਸਦਾ ਹੀ ਚੰਦੂ ਦਾ ਗੇੜ ਚਾਹੁੰਦਾ ਹੈ। ਤੋ ਇਸ ਤਰ੍ਹਾਂ ਦੇ ਬਚਨ ਕਹਿ ਰਹੇ ਹੈ। ਇਧਰ ਖਾਲਸਾ ਦੀ ਜਿਹੜੀ ਸਭਾ ਹੈ ਨਾ ਉਹ ਵੀ ਚੰਦੂ ਦੀ ਸੋਭਾ ਕਰਦੀ। ਬਾਦਸ਼ਾਹ ਚੰਦੂ ਵਾਕਿਆ ਹੀ ਬਹੁਤ ਪੁਰਾਣਾ ਤੁਹਾਡਾ ਅਹਿਲਕਾਰ ਹੈ, ਬਹੁਤ ਮਿਹਨਤ ਨਾਲ ਦੀਵਾਨ ਦੇ ਅਹੁਦੇ ਤੇ ਪਹੁੰਚਿਆ ਹੈ। ਨਾਲ ਹੀ ਬਾਦਸ਼ਾਹ ਅਸੀਂ ਜਾਣਦੇ ਹਾਂ ਤੁਹਾਡਾ ਮਨ ਸਦਾ ਚੰਦੂ ਦੀ ਗੇੜਤਾ ਚਾਹੁੰਦਾ ਹੈ। ਘਾਤ ਪਾਏ ਬੋਲਿਓ ਬਾਹਰ ਇਧਰ ਜਦੋਂ ਚੰਦੂ ਦੀ ਖਾਲਸਾ ਦੀ ਵਡਿਆਈ ਹੋਈ, ਪਤਾ ਲੱਗਿਆ ਵੀ ਬਾਦਸ਼ਾਹ ਮੇਰੇ ਤੇ ਬਹੁਤ ਖੁਸ਼ ਹੈ, ਤੇ ਚੰਦੂ ਨੇ ਚਲਾਕੀ ਦੇ ਨਾਲ ਫਿਰ ਬਚਨ ਕੀਤਾ। ਜਾਣ ਲਿਆ ਵੀ ਮੌਕਾ ਮਿਲ ਗਿਆ ਹੈ। ਸੁਨ ਪਨਹ ਜਹਾਨਾ ਹੇ ਜਹਾਪਨਾ, ਜੇ ਇੰਨੀ ਮੇਰੇ ਤੇ ਭਰੋਸਾ ਕਰਦੇ ਹੋ ਤੁਸੀਂ, ਸੱਚਮੁੱਚ ਹੀ ਮੇਰੇ ਵੱਡੇ ਭਾਗ ਹੈ, ਫਿਰ ਨਾਲ ਹੀ ਮੇਰੀ ਇਹ ਬੇਨਤੀ ਵੀ ਸੁਣਨਾ ਕਰੋ। ਬਹੁ ਦਿਨ ਬੀਤੇ ਪ੍ਰਿਥੀਏ ਤੁਹਾਨੂੰ ਯਾਦ ਹੋਣਾ ਕਈ ਮਹੀਨੇ ਪਹਿਲਾਂ ਗੁਰੂ ਅਰਜਨ ਦੇਵ ਦਾ ਵੱਡਾ ਭਰਾ ਪ੍ਰਿਥੀ ਚੰਦ ਨਿਜ ਕਸ਼ਟ ਬਖਾਨਾ ਉਹਨੇ ਦਿੱਲੀ ਆ ਕੇ ਤੇ ਤੁਹਾਡੇ ਕੋਲ ਆਪਦਾ ਦੁੱਖ ਦੱਸਿਆ ਸੀ ਵੀ ਮੇਰਾ ਸਾਰਾ ਕੁਝ ਨੱਪ ਲਿਆ ਹੈ, ਮੇਰੀ ਜਾਇਦਾਦ ਵੀ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਨੇ ਜਿਹੜੀ ਵੈ ਖੋਹ ਲਈ ਹੈ, ਮੈਨੂੰ ਕੱਢ ਦਿੱਤਾ ਹੈ। ਤੁਹਾਨੂੰ ਯਾਦ ਹੋਣਾ ਵੀ ਪ੍ਰਿਥੀ ਚੰਦ ਨੇ ਇੱਕ ਵਾਰੀ ਦਰਖਾਸਤ ਕੀਤੀ ਸੀ ਦਿੱਲੀ ਦੇ ਦਰਬਾਰ ਵਿੱਚ, ਕਹਿਓ ਆਪ ਲਵਪੁਰ ਚੱਲਹਿ ਤੇ ਤੁਸੀਂ ਕਿਹਾ ਸੀ ਪ੍ਰਿਥੀ ਚੰਦ ਨੂੰ ਵੀ ਜਦੋਂ ਅਸੀਂ ਲਾਹੌਰ ਪਹੁੰਚਾਂਗੇ ਤਹਿ ਝਗਰ ਨਿਬੇੜੈ ਉਹ ਲਾਹੌਰ ਜਾ ਕੇ ਪ੍ਰਿਥੀ ਚੰਦ ਤੇਰਾ ਝਗੜਾ ਨਿਬੇੜਾਂਗੇ। ਬਾਦਸ਼ਾਹ ਨੂੰ ਹੁਣੇ ਯਾਦ ਕਰਵਾਉਂਦਾ ਵੀ ਤੁਸੀਂ ਆਖਿਆ ਸੀ ਪ੍ਰਿਥੀ ਚੰਦ ਨੂੰ ਕੋਈ ਗੱਲ ਨਹੀਂ, ਅਸੀਂ ਲਾਹੌਰ ਜਦੋਂ ਆਏ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਜੋ ਤੇਰਾ ਝਗੜਾ ਹੈ ਅਸੀਂ ਨਿਬੇੜ ਦੇਵਾਂਗੇ। ਰਹਿਓ ਪ੍ਰਤੀਖਤ ਸ਼ੁਧਤ ਜਿਮ ਤੇ ਬਾਦਸ਼ਾਹ ਉਹ ਪ੍ਰਿਥੀ ਚੰਦ ਦੀ ਚਿੱਠੀ ਆਈ ਹੈ ਤੇ ਪ੍ਰਿਥੀ ਚੰਦ ਤਾਂ ਉਡੀਕਦਾ ਹੈ ਬੜੇ ਸਮੇਂ ਦਾ, ਭੋਜਨ ਦਿਸ਼ ਹੀਰੈ ਜਿਵੇਂ ਭੁੱਖਾ ਬੜੇ ਸਮੇਂ ਦਾ ਭੋਜਨ ਵੱਲ ਵੇਂਦਾ ਨਾ, ਐਸੇ ਤਰ੍ਹਾਂ ਬਾਦਸ਼ਾਹ ਜੀ ਜਿਹੜਾ ਪ੍ਰਿਥੀ ਚੰਦ ਹੈ ਉਹ ਆਪਦਾ ਇਨਸਾਫ ਲੈਣ ਵਾਸਤੇ ਬੜੇ ਸਮੇਂ ਦਾ ਤੁਹਾਡਾ ਰਾਹ ਉਡੀਕਦਾ
ਤੇ ਅੱਜ ਤੁਸੀਂ ਹੁਣ ਇੱਥੇ ਮਸਾਂ ਲਾਹੌਰ ਆਏ ਹੋ ਅਬ ਆਵਨ ਕੋ ਚਹਤ ਤੇ ਹੈ। ਪ੍ਰਿਥੀਆ ਹੁਣ ਤੁਹਾਡੇ ਪਾਸ ਪੇਸ਼ ਹੋਣਾ ਚਾਹੁੰਦਾ ਹੈ। ਤੁਮ ਪਾਏ ਰਜਾਈ ਜੇ ਤੁਹਾਡੀ ਆਗਿਆ ਹੋ ਜਾਵੇ ਤਾਂ ਸੁਨਹਾ ਨਿਬੇਰੋ ਨਿਆਵ ਕਹਾ। ਤੁਸੀਂ ਸੁਣ ਲਓ ਉਹਦੀ ਦਰਖਾਸਤ ਤੇ ਉਹਦਾ ਨਿਆਂ ਕਰ ਦਿਓ ਜੀ। ਲਿਹੋ ਦੋਹਨ ਬੁਲਾਈ ਤੇ ਪ੍ਰਿਥੀ ਚੰਦ ਨੂੰ ਵੀ ਸੱਦ ਲਈਏ ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਵੀ ਇੱਥੇ ਲਾਹੌਰ ਬੁਲਾਇਆ ਜਾਵੇ। ਸ਼ਾਹਨ ਕੋ ਈਮਾਨ ਵੱਡ ਕਿਉਂਕਿ ਜਿਹੜਾ ਬਾਦਸ਼ਾਹ ਹੁੰਦਾ ਹੈ ਉਹਦੀ ਵਡਿਆਈ ਈਮਾਨ ਵਿੱਚ ਹੁੰਦੀ ਹੈ। ਨਿਤ ਨਿਆਵ ਵਿਚਾਰੈ ਤੇ ਬਾਦਸ਼ਾਹ ਦਾ ਈਮਾਨ ਇਹੀ ਹੈ, ਬਾਦਸ਼ਾਹ ਉਹ ਹੈ ਜਿਹੜਾ ਰੋਜ਼ ਨਿਆਂ ਕਰਦਾ ਹੈ, ਨਿਆਂ ਦੀ ਗੱਲ ਕਰਦਾ ਹੈ ਤੇ ਸੰਸਾਰ ਦੇ ਲੋਕਾਂ ਨੂੰ ਇਨਸਾਫ ਦਿੰਦਾ ਹੈ। ਜਥਾ ਜੋਗ ਰਖ ਪ੍ਰਜਾ ਕੋ ਜਥਾ ਉਚਿਤ ਹੁੰਦਾ, ਯੋਗ ਹੁੰਦਾ, ਉਹੋ ਜਿਹਾ ਪ੍ਰਜਾ ਨੂੰ ਰੱਖਦਾ ਹੈ। ਇਨਸਾਫ ਦੇ ਨਾਲ ਸਭ ਪਾਸੇ ਹੱਕ ਸੱਚ ਦਾ ਬੋਲਬਾਲਾ ਕਰਦਾ ਹੈ। ਸਭ ਕੋ ਪ੍ਰਤਿਪਾਰੈ ਤੇ ਇਸ ਤਰ੍ਹਾਂ ਨਿਆਂ ਦੇ ਦੇ ਕੇ ਸਾਰੇ ਆਪਣੀ ਪ੍ਰਜਾ ਨੂੰ, ਜਨਤਾ ਨੂੰ ਪਾਲਣ ਪੋਸ਼ਣ ਕਰਦਾ ਹੈ। ਸਭ ਕਾ ਜਨ ਤੇ ਇਹੋ ਵੱਡੋ ਇਸ ਲਈ ਬਾਦਸ਼ਾਹ ਸਲਾਮਤ ਜਹਾਂਗੀਰ ਮਹਾਰਾਜ ਸਾਰੇ ਕੰਮਾਂ ਤੋਂ ਵੱਡਾ ਕੰਮ ਨਿਆਂ ਕਰਨਾ ਹੈ। ਨਿਤ ਝਗਰ ਚੁਕਾਵੈ ਤੇ ਬਾਦਸ਼ਾਹ ਦਾ ਪਹਿਲਾ ਜਿਹੜਾ ਹੱਕ ਹੈ, ਅਧਿਕਾਰ ਹੈ, ਉਹ ਸੰਸਾਰ ਦੇ ਲੋਕਾਂ ਦੇ ਝਗੜਿਆਂ ਦਾ ਨਿਬੇੜਾ ਕਰੇ। ਇਹ ਬਾਦਸ਼ਾਹ ਦਾ ਫਰਜ਼ ਬਣਦਾ ਹੈ। ਤੁਮ ਸਮਾਨ ਕੋ ਨਹਿ ਭਇਓ ਤੇ ਸੰਸਾਰ ਦੇ ਵਿੱਚ ਨਿਆਂ ਕਰਨ ਵਾਲਾ ਜਹਾਂਗੀਰ ਬਾਦਸ਼ਾਹ ਤੁਹਾਡੇ ਵਰਗਾ ਹੋਰ ਕੋਈ ਨਹੀਂ ਜੰਮਿਆ ਹੈ। ਸੁਖ ਪ੍ਰਜਾ ਬਸਾਵੈ ਤੁਹਾਡੇ ਰਾਜ ਵਿੱਚ ਪ੍ਰਜਾ ਜਿਹੜੀ ਬਹੁਤ ਸੁਖੀ ਵਸ ਰਹੀ ਹੈ। ਰਾਉ ਰੰਕ ਵਿੱਚ ਨਿਆਵ ਕੇ ਤੁਸੀਂ ਤਾਂ ਰਾਜਾ ਕੀ ਤੇ ਕੀ ਰੰਕ, ਕੰਗਾਲ ਤੇ ਅਮੀਰਾਂ ਗਰੀਬਾਂ ਸਾਰਿਆਂ ਦੇ ਵਿੱਚ ਤੁਸੀਂ ਨਿਆਂ ਕਰਨ ਵਾਲੇ ਹੋ। ਤੁਮ ਲਖੇ ਸਮਾਨਾ ਤੁਸੀਂ ਜਾਣੇ ਜਾਂਦੇ ਹੋ। ਬਾਦਸ਼ਾਹ ਜਹਾਂਗੀਰ ਤੁਹਾਡਾ ਵਡਿਆਈ ਵਡੱਪਣ ਨਿਆਂ ਕਰਕੇ, ਤੁਹਾਡੇ ਹੱਕ ਸੱਚ ਤੇ ਖੜੇ ਹੋਣ ਕਰਕੇ ਸਭ ਛੋਟੇ ਵੱਡੇ ਤੁਹਾਨੂੰ ਜਾਣਦੇ, ਤੁਹਾਡੀ ਸ਼ੋਭਾ ਕਰਦੇ ਹਨ। ਪ੍ਰਿਥਕ ਕਰਿਓ ਪੈ ਪਾਨ ਕੋ ਉਹ ਇਸ ਤਰ੍ਹਾਂ ਸਾਰਾ ਜਿਹੜਾ ਵੈ ਨਾ ਇਹ ਦੱਸ ਦਿੱਤਾ ਹੈ। ਤੋ ਚੰਦੂ ਫਿਰ ਕਹਿੰਦਾ ਹੈ, ਬਾਦਸ਼ਾਹ ਤੁਸੀਂ ਇਹੋ ਜਿਹੇ ਬਾਦਸ਼ਾਹ ਜਾਂ ਆਪਣਾ ਨਿਆਂ ਕਰਨ ਵਾਲੇ ਹੋ ਜਿਵੇਂ ਦੁੱਧ ਤੇ ਪਾਣੀ ਨੂੰ ਕੋ ਵੱਖੋ ਵੱਖਰੇ ਕਰ ਦਿੰਦਾ ਹੈ। ਰੱਖਿਓ ਨਾ ਛਾਨਾ ਇਸ ਤਰ੍ਹਾਂ ਤੁਸੀਂ ਪਾਣੀ ਤੇ ਦੁੱਧ ਵਿੱਚ ਓਹਲਾ ਨਹੀਂ ਰਹਿਣ ਦਿੰਦੇ। ਜਿਵੇਂ ਦੁੱਧ ਤਾਂ ਦੁੱਧ ਤੇ ਪਾਣੀ ਦਾ ਪਾਣੀ, ਝੂਠ ਦਾ ਝੂਠ, ਸੱਚ ਦਾ ਸੱਚ ਕਰਨ ਵਾਲੇ ਬਾਦਸ਼ਾਹ ਹੋ। ਸਮਸ ਮਨਿੰਦ ਪ੍ਰਕਾਸ਼ ਨੈ ਤੋ ਇਸ ਤਰ੍ਹਾਂ ਆਪ ਜੀ ਤਾਂ ਪ੍ਰਕਾਸ਼ ਦੇ ਤੁੱਲ ਹੋ, ਜਿਵੇਂ ਸੂਰਜ ਚੜ੍ਹਿਆ ਪ੍ਰਕਾਸ਼ ਦਾ ਹੈ। ਤਮ ਅਨੈ ਨਸਾਏ ਇਹ ਸਾਰਾ ਹਨੇਰਾ ਜਿਵੇਂ ਸੂਰਜ ਨਾਸ਼ ਕਰ ਦਿੰਦਾ ਹੈ, ਜਾਂ ਆਪਣਾ ਤੁਸੀਂ ਨਿਆਂ ਦੇ ਨਾਲ ਅਨਿਆਂ ਨੂੰ ਸੰਸਾਰ ਤੋਂ ਨਾਸ਼ ਕੀਤਾ ਹੈ। ਭਾਰਤ ਵਰਸ਼ ਦੇ ਅੰਦਰ ਨਿਆਂ ਕੇਵਲ ਤੇ ਕੇਵਲ ਤੁਹਾਡੇ ਘਰ ਵਿੱਚ ਹੈ, ਜਿਵੇਂ ਸੂਰਜ ਦੇ ਘਰ ਵਿੱਚ ਪ੍ਰਕਾਸ਼ ਹੁੰਦਾ ਹੈ। ਚੋਰ ਜਾਰ ਬਟਪਾਰ ਠੱਗ ਜਿੰਨੇ ਚੋਰ ਯਾਰ ਹੈ, ਰਸਤੇ ਵਿੱਚ ਮਾਰ ਲੁੱਟ ਕਰਨ ਵਾਲੇ ਬਟਪਾਰ ਹੈ, ਕੋਈ ਠੱਗ ਹੈ, ਕੋਈ ਡਾਕੂ ਹੈ, ਕੋਈ ਲੁਟੇਰੇ ਹਨ। ਤਮ ਚਰ ਸੋ ਛਪਾਏ ਤੁਹਾਡੇ ਪ੍ਰਤਾਪ ਕਰਕੇ ਸਾਰੇ ਹੀ ਸੰਕੋਚੇ ਗਏ ਹੈ। ਸਭ ਭਾਰਤ ਵਰਸ਼ ਅੰਦਰ ਲੁੱਟਾਂ ਖੋਹਾਂ, ਠੱਗੀ, ਕਤਲੋ ਗਾਰਤ ਬੰਦ ਹੋ ਗਿਆ ਹੈ। ਸੁਣ ਚੰਦੂ ਤੇ ਸਾਹੂ ਕਹੈ ਚੰਦੂ ਤੋਂ ਸੁਣ ਕੇ ਸੋਭਾ ਦੇ ਬਚਨ ਜਿਹੜਾ ਬਾਦਸ਼ਾਹ ਹੈ, ਗੁਰ ਟਿਗ ਨਾ ਪਠਾਓ ਤੇ ਕਹਿੰਦਾ ਬਾਦਸ਼ਾਹ ਚੰਦੂ ਨੂੰ, ਚੰਦੂ ਠੀਕ ਹੈ ਪ੍ਰਿਥੀ ਚੰਦ ਨੂੰ ਤਾਂ ਸੱਦ ਲਓ ਭਾਵੇਂ, ਪਰ ਅਜੇ ਗੁਰੂ ਅਰਜਨ ਦੇਵ ਸਾਹਿਬ ਦੇ ਪਾਸ ਕੋਈ ਮਨੁੱਖ ਨਾ ਭੇਜੋ ਤੁਸੀਂ। ਕਰ ਹੈ ਪੁਕਾਰ ਜੋ ਪ੍ਰਿਥੀਆ ਕਿਉਂਕਿ ਜਿਹੜਾ ਪ੍ਰਿਥੀ ਚੰਦ ਹੈ ਜਦੋਂ ਪੁਕਾਰ ਕਰੇਗਾ, ਇੱਥੇ ਮੁਕੱਦਮਾ ਕਰੇਗਾ, ਨਿਜ ਨਿਕਟ ਬੁਲਾਓ ਉਹਨੂੰ ਬੁਲਾ ਲਓ। ਜਿਹੜੇ ਪ੍ਰਿਥੀ ਚੰਦ ਨੇ ਮੁਕੱਦਮਾ ਕੀਤਾ ਹੈ ਨਾ, ਗੁਰੂ ਅਰਜਨ ਦੇਵ ਸਾਹਿਬ ਨੂੰ ਤਾਂ ਅਜੇ ਨਾ ਬੁਲਾਓ, ਪਹਿਲਾਂ ਪ੍ਰਿਥੀ ਚੰਦ ਨੂੰ ਬੁਲਾਓ, ਦੀ ਗੱਲ ਸੁਣਾਂਗੇ। ਪ੍ਰਥਮ ਸੁਨੈ ਨਿਰਣੈ ਕਰਹਿ ਪਹਿਲਾਂ ਪ੍ਰਿਥੀ ਚੰਦ ਦੀ ਗੱਲ ਸੁਣ ਕੇ ਅਸੀਂ ਨਿਰਣਾ ਕਰਾਂਗੇ। ਕਿਮ ਕਰਹਿ ਪੁਕਾਰੂ ਲਿਆਓ ਸੱਦੋ ਪ੍ਰਿਥੀ ਨੂੰ, ਵੇਖਦੇ ਆਂ ਵੀ ਕੀ ਦੋਸ਼ ਲਾਉਂਦਾ ਹੈ, ਕੀ ਗੁਰੂ ਅਰਜਨ ਦੇਵ ਸਾਹਿਬ ਦੇ ਬਾਬਤ ਦਰਖਾਸਤ ਦਿੰਦਾ ਹੈ। ਬਾਹਰ ਉਗਾਹ ਹਕਾਰ ਕਰ ਤੇ ਫਿਰ ਗਵਾਹ ਲੱਭਾਂਗੇ ਆਪਾਂ ਵੀ ਕਿਹੜੇ ਕਿਹੜੇ ਗਵਾਹ ਜਿਹੜੇ ਆ ਉਹ ਪ੍ਰਿਥੀਆ ਪੇਸ਼ ਕਰੇਗਾ। ਤਿੰਨ ਸਿੱਖ ਜੇ ਉਦਾਰੂ ਤੇ ਉਧਰੋਂ ਗੁਰੂ ਅਰਜਨ ਦੇਵ ਸਾਹਿਬ ਦੇ ਕੋ ਸਿਆਣੇ ਸਿੱਖ ਜਿਹੜੇ ਵੈ
ਉਹ ਗਵਾਹੀ ਵਾਸਤੇ ਬੁਲਾਏ ਜਾਣਗੇ। ਸ਼੍ਰੀ ਗੁਰ ਬਾਹਰ ਬੁਲਾਏ ਹੈ। ਉਸ ਤੋਂ ਬਾਅਦ ਆਪਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਬੁਲਾਵਾਂਗੇ। ਪਹਿਲਾਂ ਪ੍ਰਿਥੀ ਚੰਦ ਨੂੰ ਸੱਦੋ ਤੇ ਪ੍ਰਿਥੀ ਚੰਦ ਤੋਂ ਗਵਾਹੀਆਂ ਦਵਾਏਗਾ ਨਾ, ਜਦੋਂ ਵੀ ਵਾਕਈ ਪ੍ਰਿਥੀ ਚੰਦ ਸੱਚ ਬੋਲਦਾ ਹੈ। ਫਿਰ ਦੂਜੇ ਪਾਸੋਂ ਆਪਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਿੱਖਾਂ ਦੇ ਨਾਲ ਗੱਲਬਾਤ ਕਰਾਂਗੇ। ਕੁਝ ਲਾਹੌਰ ਰਹਿੰਦੇ ਜਿਹੜੇ ਪੁਰਾਣੇ ਸਿੱਖ, ਉਹ ਦੱਸਣਗੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਬਤ ਪ੍ਰਿਥੀ ਚੰਦ ਸੱਚ ਬੋਲਦਾ ਹੈ ਕਿ ਝੂਠ। ਜੇ ਫਿਰ ਵੀ ਫੈਸਲਾ ਨਾ ਹੋਇਆ ਫਿਰ ਧੰਨ ਗੁਰੂ ਅਰਜਨ ਸਾਹਿਬ ਨੂੰ ਬੁਲਾ ਲਵਾਂਗੇ। ਜਬ ਉਚਿਤ ਨਿਹਾਰੈ, ਜਦੋਂ ਠੀਕ ਲੱਗੇਗਾ ਉਦੋਂ ਬੁਲਾਵਾਂਗੇ। ਅਜੇ ਤੁਸੀਂ ਪ੍ਰਿਥੀ ਚੰਦ ਕੱਲੇ ਨੂੰ ਸੱਦਾ ਭੇਜ ਦਿਓ। ਜਥਾ ਜੋਗ ਕਰਵਾਏ ਹੈ। ਜਥਾ ਯੋਗ ਹੈ ਉਹੀ ਕੰਮ ਕੀਤਾ ਜਾਵੇਗਾ, ਨਹਿ ਪੱਖ ਸੰਭਾਰੈ। ਤੇ ਅਸੀਂ ਕਿਸੇ ਦਾ ਪੱਖ ਨਹੀਂ ਕਰਾਂਗੇ, ਨਾ ਪ੍ਰਿਥੀ ਚੰਦ ਦਾ। ਤੇ ਜੇ ਗੁਰੂ ਅਰਜਨ ਦੇਵ ਸਾਹਿਬ ਦੇ ਜਿਹੜਾ ਵੈ ਉਹ ਘਰ ਵਿੱਚ ਝੂਠ ਹੋਇਆ, ਉਹਦਾ ਵੀ ਨਿਤਾਰਾ ਹੋਵੇਗਾ। ਵੀ ਅਸੀਂ ਕਿਸੇ ਦਾ ਪੱਖਪਾਤ ਨਹੀਂ ਕਰਾਂਗੇ, ਬਿਲਕੁਲ ਨਿਆਂ ਦੀ ਗੱਲ ਕਰਾਂਗੇ। ਪ੍ਰਿਥੀ ਚੰਦ ਨੂੰ ਪਹਿਲਾਂ ਸੱਦੋ, ਫਿਰ ਗਵਾਹਾਂ ਦੀਆਂ ਗਵਾਹੀਆਂ ਹੋਣਗੀਆਂ, ਫਿਰ ਗੁਰੂ ਸਾਹਿਬ ਨੂੰ ਬੁਲਾਵਾਂਗੇ। ਹਾਥ ਜੋਰ ਕਹਿ ਭਲਾ ਜੀ, ਢਿੱਡੋਂ ਹੱਸਦਾ ਹੋਇਆ ਚੰਦੂ ਖਾਲਸਾ ਜੀ ਬਾਦਸ਼ਾਹ ਜਹਾਂਗੀਰ ਨੂੰ ਹੱਥ ਜੋੜ ਕੇ ਕਹਿੰਦਾ, ਭਲਾ ਜੀ ਜਿਵੇਂ ਤੁਸਾਂ ਆਖਿਆ ਚੰਗਾ ਹੈ। ਉਠ ਸਾਹੋ ਗਇਓ ਹੈ। ਤੇ ਬਾਦਸ਼ਾਹ ਕਚਹਿਰੀ ਛੱਡ ਕੇ ਆਪਣੇ ਆਰਾਮਗਾਹ ਵਿੱਚ ਚਲਾ ਗਿਆ। ਭਈ ਬਰਖਾਸਤ ਸਭ ਸਭਾ, ਇਸ ਦਿਨ ਅਦਾਲਤ ਜਿਹੜੀ ਬਰਖਾਸਤ ਕਰ ਦਿੱਤੀ ਹੈ, ਇੱਕ ਵਾਰੀ ਮੁਲਤਵੀ ਕਰ ਦਿੱਤੀ ਹੈ। ਮੁਦ ਚੰਦ ਪਇਓ ਹੈ। ਤੇ ਚੰਦੂ ਹੁਣ ਖੁਸ਼ ਹੋ ਰਿਹਾ ਹੈ ਹਿਰਦੇ ਵਿੱਚ ਵੀ ਲਓ ਬਣ ਗਈ ਗੱਲ। ਹੁਣ ਗੁਰੂ ਅਰਜਨ ਦੇਵ ਜੀ ਨੂੰ ਵੀ ਛੇਤੀ ਲਾਹੌਰ ਸੱਦਿਆ ਜਾਵੇਗਾ। ਸਦਨ ਆਏ ਤਿਸ ਚਾਰ ਕੋ, ਜਿਹਨੇ ਪ੍ਰਿਥੀ ਚੰਦ ਨੂੰ ਚਿੱਠੀ ਲੈ ਕੇ ਆਇਆ ਨਾ, ਜਿਹੜਾ ਪ੍ਰਿਥੀ ਚੰਦ ਦੀ ਇੱਕ ਦਿਨ ਪਹਿਲਾਂ, ਚੰਦੂ ਚੁਸਤ ਹੈ। ਚੰਦੂ ਨੇ ਉਹਨੂੰ ਵਾਪਸ ਨਹੀਂ ਜਾਣ ਦਿੱਤਾ ਪ੍ਰਿਥੀ ਕੋਲ, ਉਹਨੂੰ ਰਾਤ ਆਪਦੇ ਘਰ ਰੱਖਿਆ। ਤੇ ਜਦੋਂ ਬਾਦਸ਼ਾਹ ਨੂੰ ਮਨਾ ਲਿਆ ਪ੍ਰਿਥੀ ਨੂੰ ਸੱਦਣ ਵਾਸਤੇ, ਤੇ ਫਿਰ ਘਰ ਵਿੱਚ ਜਾ ਕੇ ਇਹਨੇ ਫਿਰ ਚਿੱਠੀ ਲਿਖ ਕੇ ਉਹ ਹਲਕਾਰੇ ਨੂੰ, ਜਿਹੜਾ ਪ੍ਰਿਥੀ ਚੰਦ ਨੇ ਭੇਜਿਆ ਸੀ ਇੱਕ ਦਿਨ ਪਹਿਲਾਂ ਚਿੱਠੀ ਦੇ ਕੇ, ਉਹਨੂੰ ਸਭ ਦੱਸਣਾ ਕੀਤਾ ਹੈ। ਸਭ ਕਹਿਓ ਪ੍ਰਸੰਗਾ, ਕਹਿੰਦਾ ਲੈ ਭਾਈ ਪ੍ਰਿਥੀ ਚੰਦ ਦੇ ਹਲਕਾਰੇ, ਤੂੰ ਚਿੱਠੀ ਲੈ ਕੇ ਆਇਆ ਤੇ ਹੁਣ ਚਿੱਠੀ ਦਾ ਜਵਾਬ ਸੁਣ ਲੈ। ਸਾਰਾ ਪ੍ਰਸੰਗ ਤੈਨੂੰ ਦੱਸਦਾ, ਕੰਨ ਖੋਲ ਕੇ ਸੁਣ ਲਈ। ਤੇ ਇਨ ਬਿਨ ਚੰਦੂ ਉਹਨੂੰ ਪ੍ਰਿਥੀ ਚੰਦ ਨੂੰ ਦੱਸਣਾ ਹੈ। ਅਨਹ ਪ੍ਰਿਥੀਆ ਜਾਏ ਕਰ, ਤੂੰ ਕਹਿ ਦੀ ਪ੍ਰਿਥੀ ਚੰਦ ਨੂੰ ਵੀ ਗੱਲ ਬਣ ਗਈ ਹੈ ਤੇਰੀ, ਮੁਕੱਦਮਾ ਕਰਦੇ ਆ ਕੇ। ਤੇ ਤੂੰ ਪ੍ਰਿਥੀ ਚੰਦ ਨੂੰ ਜਾ ਕੇ ਸੱਦਾ ਦੇ ਵੀ ਛੇਤੀ ਇੱਥੇ ਪਹੁੰਚ ਜਾਵੇ। ਚੱਲ ਤੂਰਨ ਸੰਗਾ, ਬਹੁਤੀ ਦੇਰ ਨਾ ਲਾਈ। ਤੇ ਪ੍ਰਿਥੀ ਚੰਦ ਨੂੰ ਵੀ ਆਖਣਾ ਵੀ ਬਸ ਖਬਰ ਸੁਣਦਿਆਂ ਸਾਰੀ ਲਾਹੌਰ ਨੂੰ ਦੌੜ ਪਵੇ। ਸੁਣ ਕੋਠੇ ਕੋ ਨਰ ਗਇਓ, ਇਧਰ ਸਾਧ ਸੰਗ ਜੀ ਸੁਣ ਕੇ ਨਾ ਹਲਕਾਰਾ ਤੇ ਗੁਰੂ ਕੇ ਕੋਠੇ ਪਿੰਡ ਨੂੰ ਚਲਾ ਗਿਆ ਹੈ। ਨਹਿ ਬਿਲਮ ਲਗਾਈ, ਇਹਨੇ ਵੀ ਦੇਰੀ ਨਹੀਂ ਲਾਈ, ਕਿਉਂਕਿ ਲਾਹੌਰੋਂ ਤਾਂ ਜਾਣਾ ਇਧਰ ਪੰਜਾਬ ਦੇ ਵਿੱਚ ਹੀ ਆ ਨਾ, ਮਾਲ ਵਿੱਚ ਜਾਣਾ ਸੌਖਾ ਹੈ। ਬੈਠਿਓ ਕਰਤ ਪ੍ਰਤੀਖਨਾ, ਇਧਰ ਚੰਦੂ ਵੀ ਚਿੱਠੀ ਦਾ ਜਵਾਬ ਢੀਕਦਾ ਹੀ ਪਿਆ ਹੈ। ਮਿਲ ਸਕਲ ਸੁਨਾਈ, ਤੇ ਇਹ ਹਲਕਾਰੇ ਨੇ ਲਾਹੌਰੋਂ ਆ ਕੇ ਚੰਦੂ ਦੀ ਸਾਰੀ ਗੱਲ ਸੁਣਾ ਦਿੱਤੀ ਹੈ। ਸਿਮਰਿਓ ਹਜ਼ਰਤ ਨੇ ਚੱਲੋ, ਇਹ ਆਪਣਾ ਪ੍ਰਿਥੀ ਚੰਦ ਬਾਬਾ ਜੀ ਚੱਲੋ, ਤੁਹਾਨੂੰ ਬਾਦਸ਼ਾਹ ਨੇ ਯਾਦ ਕੀਤਾ ਹੈ। ਨਹਿ ਗਹਿਰ ਲਗੀਜੈ, ਤੇ ਹੁਣ ਦੇਰੀ ਨਾ ਲਾਓ, ਜਿਵੇਂ ਹੋ ਉਸੇ ਤਰ੍ਹਾਂ ਹੀ ਤੁਰ ਪਾਓ ਉੱਠ ਕੇ। ਹਰਖਤ ਚੰਦੂ ਨੇ ਪਠਿਓ, ਕਿਉਂਕਿ ਚੰਦੂ ਨੇ ਤੁਹਾਡੀ ਚਿੱਠੀ ਪੜ੍ਹ ਕੇ ਤੇ ਮੁਕੱਦਮਾ ਤੁਹਾਡਾ ਲਵਾ ਕੇ ਅਦਾਲਤ ਵਿੱਚ ਬਾਦਸ਼ਾਹ ਨੂੰ ਮਨਾ ਕੇ ਮੈਨੂੰ ਖੁਸ਼ੀ ਖੁਸ਼ੀ ਭੇਜਿਆ ਹੈ। ਮਗ ਮਹਿ ਪਗ ਦੀਜੈ, ਤੇ ਸਾਧ ਸੰਗਤ ਜੀ ਇਹ ਹਲਕਾਰਾ ਕਹਿੰਦਾ ਵੀ ਹੁਣ ਆਪਣਾ ਬਾਬਾ ਪ੍ਰਿਥੀ ਚੰਦ ਜੀ ਤੁਹਾਡੀ ਬੜੇ ਸਮੇਂ ਦੀ ਮੁਰਾਦ ਪੂਰੀ ਹੋਣੀ ਹੈ। ਮੁਕੱਦਮਾ ਤੁਹਾਡਾ ਲੱਗ ਗਿਆ ਲਾਹੌਰ ਦੀ ਕਚਹਿਰੀ ਵਿੱਚ, ਦੇਰੀ ਨਾ ਲਾਓ ਤੇ ਜਦੇ ਹੀ ਮੇਰੇ ਨਾਲ ਹੁਣ ਤੁਰ ਪਾਓ, ਲਾਹੌਰ ਦੇ ਰਸਤੇ ਪੈਰ ਦਿਓ। ਸੁਨਤ ਹੌਸਲਾ ਉਰ ਵਧਿਓ, ਸੁਣ ਕੇ ਸਾਧ ਸੰਗਤ ਜੀ ਇਹ ਪ੍ਰਿਥੀ ਚੰਦ ਦੇ ਹਿਰਦੇ ਵਿੱਚ ਖੁਸ਼ੀ ਦੀ ਹੱਦ ਨਾ ਰਹੀ, ਬਹੁਤ ਪ੍ਰਸੰਨ ਹੋਇਆ ਹੈ। ਤਿਆਰੀ ਕਰਵਾਈ, ਤੇ ਤਿਆਰੀ ਕਰਵਾ ਲਈ ਆ ਕਰਮੋਂ ਨੂੰ ਕਹਿ ਕੇ ਜਾਣ ਦੀ। ਮਿਹਰਬਾਨ ਸੁਤ ਕੇ ਸਹਿਤ, ਆਪਣਾ ਮਿਹਰਬਾਨ ਪੁੱਤਰ ਉਹਦੇ ਨਾਲ ਇਹਦੇ ਘਰ ਵਾਲੀ ਜੋ ਕਰਮੋਂ ਹੈ, ਕਰਮੋ ਟਿਗ ਆਈ। ਪ੍ਰਿਥੀ ਚੰਦ ਦੇ ਪਾਸ ਆਈ ਜਦੋਂ ਲਾਹੌਰ ਜਾਣ ਦੀ ਤਿਆਰੀ ਬਾਬਤ ਸੁਣਿਆ, ਤੇ ਕਰਮੋਂ ਪੁੱਤ ਨੂੰ ਲੈ ਕੇ ਪਹੁੰਚੀ ਹੈ। ਤੁਮ ਪ੍ਰਵੀਨ ਸਭ ਮਤ ਵਿਖੈ, ਕਹਿੰਦੀ ਮੇਰੇ ਪਤੀ ਸਿਰ ਦੇ ਸਾਈਂ ਪ੍ਰਿਥੀ ਚੰਦ, ਮੈਨੂੰ ਪਤਾ ਹੈ ਤੁਸੀਂ
ਮਤ ਦੇ ਬਹੁਤ ਸਿਆਣੇ ਹੋ। क्या कहाँ बनाई। ਮੈਂ ਤੁਹਾਨੂੰ ਕੀ ਸਮਝਾ ਕਰਕੇ ਕਹਿ ਸਕਦੀ ਹਾਂ। करो बात शुभ रीत की। ਤੁਸੀਂ ਜੋ ਕਰਨਾ ਨਾ ਚੰਗੀ ਰੀਤੀ ਦੀ, ਜਿਹਦੇ ਨਾਲ ਸੁੱਖ ਮਿਲੇ, ਇਹੋ ਜਿਹਾ ਕੰਮ ਕਰਿਆ ਜੇ। होए सहज ਤੇ सुभाई। ਸਹਿਜ ਸੁਭਾਏ ਹੋ ਕਰਕੇ ਤੁਸੀਂ ਬਾਦਸ਼ਾਹ ਕੋਲ ਚੱਲਿਓ ਨਾ, ਤੇ ਉਹ ਕੰਮ ਕਰਨਾ ਜਿਹਦੇ ਨਾਲ ਆਪਾਂ ਨੂੰ ਆਉਣ ਵਾਲੇ ਸਮੇਂ ਵਿੱਚ ਸੁੱਖ ਮਿਲੇ, ਦੁੱਖ ਨਾ ਮਿਲੇ ਕਿਤੇ। नहीं उलटी के मगर पर है। ਉੱਥੇ ਗੁੱਸੇ ਨਾ ਕਿਤੇ ਮੂੰਹ ਚੋਂ ਉਹੋ ਜਿਹੀ ਗੱਲ ਨਾ ਕਰਦੇ ਆ ਜੇ। ਇਹ ਨਾ ਹੋਵੇ ਤੁਸੀਂ ਮੁਕੱਦਮੇ ਵਿੱਚ ਝੂਠੇ ਪੈ ਜਾਓ ਤੇ ਕੁਝ ਲੈਣ ਦੀ ਬਜਾਏ ਦੇਣਾ ਪੈ ਜਾਵੇ। ਫੜਾਉਣਾ ਗੁਰੂ ਅਰਜਨ ਦੇਵ ਸਾਹਿਬ ਨੂੰ ਆ ਤੇ ਪੜਾਪਾਂ ਨੂੰ ਕੈਦ ਕੱਟਣੀ ਪਵੇ, ਲੈਣੇ ਦੇ ਦੇਣੇ ਪੈ ਜਾਣ, ਉਲਟੀ ਆਪਣੇ ਗਲ ਆਣ ਪਵੇ। पत रहे न जैसे। ਤੇ ਆਪਣੀ ਇੱਜ਼ਤ ਤਾਂ ਅੱਗੇ ਹੀ ਨਹੀਂ ਰਹਿ ਗਈ ਤੇ ਰਹਿੰਦੀ ਖੁੰਦੀ ਇੱਜ਼ਤ ਨਹੀਂ ਰਹਿਣੀ ਜੇ ਬਾਦਸ਼ਾਹ ਨੇ ਚੁੱਕ ਕੇ ਕਚਹਿਰੀ ਆਪਣਾ ਜੇਲ੍ਹ ਵਿੱਚ ਪਾ ਦਿੱਤਾ ਤਾਂ। चल है जीव का बहुत अब। ਕਿਉਂਕਿ ਹੁਣ ਤਾਂ ਬਥੇਰੀ ਸੰਗਤ ਇੱਥੇ ਆਉਂਦੀ ਹੈ ਤੇ ਬਥੇਰੀ ਰੋਟੀ ਪਾਣੀ ਜੋਗੀ ਮਾਇਆ ਆਈ ਜਾਂਦੀ ਵੈ। नत अच्छे ऐसे। ਵੀ ਉਥੇ ਹੋਰ ਯੱਬ ਕੋਈ ਨਵਾਂ ਪੈ ਜਾਵੇ। ਜੇਲ੍ਹ ਕੱਟਣ ਨਾਲੋਂ ਤਾਂ ਥੋੜੀ ਖਾਧੀ ਇੱਥੇ ਚੰਗੀ ਹੈ। बाहु पर तुर कान सो। ਕਿਉਂਕਿ ਆਪਣਾ ਵਾਹ ਨਹੀਂ ਕਦੇ ਪਤੀ ਜੀ ਪਿਆ ਤੁਰਕਾਂ ਨਾਲ, ਜਦੋਂ ਤੁਰਕਾਂ ਦੇ ਨਾਲ ਵਾਹ ਪੈ ਜਾਂਦਾ ਹੈ। कर है नास न माना। ਤੇ ਐਡੇ ਚੰਗੇ ਨਹੀਂ, ਇਹਨਾਂ ਨੇ ਵੀ ਤੁਹਾਡਾ ਕੋਈ ਬਹੁਤਾ ਸਤਿਕਾਰ ਨਹੀਂ ਕਰਨਾ ਹੈ। हांसी कर है शरीक गान। ਤੇ ਬਾਕੀ ਜਦੋਂ ਮੁਕੱਦਮਾ ਗੁਰੂ ਅਰਜਨ ਦੇਵ ਸਾਹਿਬ ਤੇ ਲਾ ਦਿੱਤਾ ਤੇ ਕਿਹੜਾ ਏਡੀ ਛੇਤੀ ਨਵੇੜਾ ਹੋ ਜਾਣਾ। ਤੇ ਪ੍ਰਿਥੀ ਚੰਦ ਪਤੀ ਜੀ ਸ਼ਰੀਕ ਸਾਰੇ ਹਾਸੀਆਂ ਮਜ਼ਾਕ ਕਰਨਗੇ ਵੀ ਗੁਰਤਾ ਲੈਣ ਖਾਤਰ ਇਹਨਾਂ ਨੇ ਗੁਰੂ ਅਰਜਨ ਦੇਵ ਤੇ ਮੁਕੱਦਮਾ ਕਰ ਦਿੱਤਾ ਹੈ। ਜੇ ਹਾਰ ਗਏ ਤੇ ਫਿਰ ਪੱਲੇ ਕੱਖ ਨਹੀਂ ਰਹਿਣਾ ਹੈ। जे होए कुछ हाना। ਜੇ ਕੋਈ ਹਾਨੀ ਹੋ ਗਈ ਨਾ, ਆਪਾਂ ਝੂਠੇ ਪੈ ਗਏ ਮੁਕੱਦਮੇ ਦੇ ਵਿੱਚ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਦੇ ਗਵਾਹ ਬਹੁਤ ਹੈ, ਸਾਰਾ ਲਾਹੌਰ ਗਵਾਹੀ ਦੇਣ ਨੂੰ ਤਿਆਰ ਹੈ। ਜੇ ਝੂਠੇ ਪੈ ਗਏ ਤੇ ਸ਼ਰੀਕਾਂ ਨੇ ਛੱਡਣਾ ਨਹੀਂ ਆਪਾਂ ਨੂੰ, ਬਹੁਤ ਬੇਪਤੀ ਹੋਵੇਗੀ। मोहे न आछो अब लग है। ਅੱਗੇ ਤੁਸੀਂ ਜਦੋਂ ਵੀ ਜਾਂਦੇ ਹੋ ਤੇ ਮੈਂ ਚਾਹ ਨਾਲ ਤੁਹਾਨੂੰ ਤੋਰਦੀ ਆ, ਪਰ ਅੱਜ ਪਤਾ ਨਹੀਂ ਕਿਉਂ ਮੈਨੂੰ ਚੰਗਾ ਨਹੀਂ ਲੱਗ ਰਿਹਾ ਹੈ। कित जान तुम्हारा। ਤੁਹਾਡਾ ਜਾਣਾ ਮੈਨੂੰ ਜਮਾਂ ਨਹੀਂ ਭਾਉਂਦਾ। ਅੱਗੇ ਜਦੋਂ ਜਾਂਦੇ ਹੋ ਤੁਸੀਂ, ਬੜੇ ਵਾਰ ਦਿੱਲੀ ਵੀ ਗਏ ਤੇ ਮੈਂ ਚਾਹ ਨਾਲ ਤੁਹਾਨੂੰ ਤੋਰਦੀ ਰਹੀ ਹਾਂ। ਅੱਜ ਪਤਾ ਨਹੀਂ ਮਨ ਵਿੱਚ ਕੀ ਧੁੜਕੂ ਹੈ, ਤੁਹਾਡਾ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ ਹੈ। गुरु पदार्थ बहुदये। ਗੁਰੂ ਰਾਮਦਾਸ ਮਹਾਰਾਜ ਨੇ ਬੜੇ ਆਪਾਂ ਨੂੰ ਪਦਾਰਥ ਦਿੱਤੇ ਹੋਏ ਛਕਣ ਵਾਸਤੇ। पल चलै गुजारा। ਤੇ ਇੱਥੇ ਮਾਲਵੇ ਵਿੱਚ ਗੁਜ਼ਾਰਾ ਵੀ ਵਧੀਆ ਸੋਹਣਾ ਚੱਲ ਰਿਹਾ ਹੈ। ਲੀੜਾ ਲੱਤਾ ਸੋਹਣਾ ਪਾ ਰਹੇ ਹਾਂ, ਚੰਗਾ ਖਾ ਪੀ ਰਹੇ ਹਾਂ। सुन पृथ्वी धीरज दई। ਸੁਣ ਕੇ ਪ੍ਰਿਥੀ ਚੰਦ ਨੇ ਇੱਕ ਕਰਮੋਂ ਨੂੰ ਧੀਰਜ ਦੇਣਾ ਕੀਤਾ ਹੈ। किम बोलत बैना। ਕਹਿੰਦਾ ਚੱਲੀਏ ਕਿਹੋ ਜੀਆਂ ਗੱਲਾਂ ਕਰ ਰਹੀ ਹੈ। लेन समूह गादी अब है। ਮੈਂ ਜਿਹੜਾ ਦਿਨ ਡੀਕਦਾ ਸੀ ਮਸਾਂ ਤਾਂ ਆਇਆ, ਮਸਾਂ ਤਾਂ ਕਮਲੀਏ ਗੁਰਤਾ ਗੱਦੀ ਲੈਣ ਦਾ ਸਮਾਂ ਆਇਆ ਹੈ। किम बैठे ऐना। ਤੇ ਹੁਣ ਜਦੋਂ ਗੱਦੀ ਲੈਣ ਦਾ ਟਾਈਮ ਆਇਆ, ਮੁਕੱਦਮਾ ਲੱਗ ਗਿਆ ਕਚਹਿਰੀ ਵਿੱਚ, ਤੇ ਹੁਣ ਤੇਰੇ ਆਖੇ ਮੈਂ ਕਿਵੇਂ ਘਰ ਵਿੱਚ ਬਹਿ ਜਾਵਾਂ। जीयत रहे रिपकोहत है। ਜਿੰਨਾ ਚਿਰ ਮੈਂ ਜਿਉਂਦਾ ਰਵਾਂਗਾ ਨਾ ਤੇ ਦੁਸ਼ਮਣ ਗੁਰੂ ਅਰਜਨ ਜੀਅਤ ਰਹੇ, ਜੇ ਜਿਉਂਦੇ ਰਹਿਣਾ ਨਾ ਕਰਮੋਂ ਤੇ ਦੁਸ਼ਮਣ ਗੁਰੂ ਅਰਜਨ ਦੇਵ ਨੂੰ ਮਾਰਨਾ ਪਵੇਗਾ। पुन मिल है आई। ਫੇਰ ਜਾ ਕਰਕੇ ਕਿਤੇ ਗੁਰਤਾ ਮਿਲਣੀ ਹੈ, ਪੋਲੇ ਪੈਰੀ ਨਹੀਂ ਕੁਝ ਹੋਵੇਗਾ। नत बैठा दर साहू के। ਜੇ ਮੈਨੂੰ ਨਾ ਵੀ ਗੁਰਤਾ ਮਿਲੀ ਤੇ ਮੈਂ ਬਾਦਸ਼ਾਹ ਦੇ ਦਰਵਾਜ਼ੇ ਤੇ ਬਹਿ ਜਾਵਾਂਗਾ, लियो कि मैं रिझाई। ਧਰਨਾ ਦੇ ਕੇ ਬਹਿ ਜਾਵਾਂਗਾ, ਕਿਸੇ ਨਾ ਕਿਸੇ ਤਰ੍ਹਾਂ ਬਾਦਸ਼ਾਹ ਨੂੰ ਮਨਾ ਲਵਾਂਗਾ। मेहरबान मम पुत्र सुख। ਕਿਉਂਕਿ ਮੇਰਾ ਪੁੱਤਰ ਜਿਹੜਾ ਮਿਹਰਬਾਨ ਹੈ ਨਾ, ਮੈਂ ਇਹਨੂੰ ਬੜਾ ਆਉਣ ਵਾਲੇ ਸਮੇਂ ਵਿੱਚ ਸੁਖੀ ਵੇਖਣਾ ਚਾਹੁੰਦਾ ਹਾਂ। ਬਹੁ ਵਿਧ ਕੇ ਪਾਵੈ। ਤੇ ਵੇਖੀ ਚੱਲੀਏ ਤੂੰ ਰੋਕ ਨਾ, ਆਉਣ ਵਾਲੇ ਸਮੇਂ ਵਿੱਚ ਮਿਹਰਬਾਨ ਮੇਰਾ ਪੁੱਤ ਵੇਖੀ ਕਿੰਨੇ ਸੁਖ ਮਾਣੇਗਾ। ਮੋਹੇ ਆਰ ਬਲ ਬੀਤ ਗਈ। ਚਲੋ ਜਿਵੇਂ ਕਿਵੇਂ ਮੈਂ ਬੁੱਢਾ ਹੋ ਗਿਆ, ਮੇਰੀ ਉਮਰ ਤਾਂ ਲੰਘ ਗਈ ਹੈ। ਦਿਨ ਅਲਪ ਰਹਾਵੈ। ਕਿਉਂਕਿ ਸਾਧ ਸੰਗਤ ਜੀ ਤੁਸੀਂ ਸੁਣਿਆ ਉਹ ਕੱਲ ਵੀ ਕੋ 55 ਸਾਲ ਤੇ 2 ਮਹੀਨੇ ਦੀ ਉਮਰ ਵਿੱਚ ਬਾਬਾ ਮਹਾਦੇਵ ਜੀ ਜਿਹੜੇ ਹੈ ਉਹ ਸੰਸਾਰ ਤੋਂ ਸੱਚਖੰਡ ਗਏ ਸਨ, ਗੋਇੰਦਵਾਲ ਸਾਹਿਬ ਤੇ ਚੜ੍ਹਾਈ ਕੀਤੇ। 55 ਸਾਲ 2 ਮਹੀਨੇ ਉਮਰ ਭੋਗ ਕੇ, ਤੇ ਪ੍ਰਿਥੀ ਚੰਦ 3 ਸਾਲ ਵੱਡਾ ਸੀ ਬਾਬਾ ਮਹਾਦੇਵ ਜੀ ਤੋਂ।
ਵੀ ਤਕਰੀਬਨ 60 ਸਾਲ ਦੇ ਲਾਗੇ ਦੀ ਉਮਰ ਹੋ ਚੁੱਕੀ ਹੈ। ਕਹਿੰਦਾ ਜੀ ਜਿਵੇਂ ਕਿਵੇਂ ਮੇਰੀ ਕਰਮੋਂ ਉਮਰ ਲੰਘ ਗਈ ਹੈ, ਪਰ ਹੁਣ ਥੋੜੇ ਦਿਨ ਸਮਝ ਲਾ ਵੀ ਬੁੱਢਾ ਹੋ ਗਿਆ, ਕੁਝ ਸਮਾਂ ਰਹਿ ਗਿਆ ਹੈ। ਅੰਕ ਲਿਓ ਮਿਲ ਪ੍ਰੇਮ ਕਰ, ਪਰ ਮੈਂ ਆਪਦੇ ਪੁੱਤ ਨੂੰ ਸੁਖ ਦੇਣਾ, ਮੇਰੀ ਤਾਂ ਲੰਘ ਗਈ ਜਿਵੇਂ ਕਿਵੇਂ। ਤੇ ਇਸ ਤਰ੍ਹਾਂ ਮਹਾਂਦੇਵ ਨੂੰ ਨਾ ਗੋਦੀ ਵਿੱਚ ਲੈ ਕੇ, ਜੱਫੀ ਗਲਵੱਕੜੀ ਵਿੱਚ ਲੈ ਕੇ ਪ੍ਰੇਮ ਕਰ ਰਿਹਾ ਹੈ। ਸੂੰਗਤ ਮੁਖ ਪਾਲਾ, ਮਿਹਰਵਾਨ ਨੂੰ ਗਲਵੱਕੜੀ ਵਿੱਚ ਲੈ ਕੇ ਤੇ ਪ੍ਰਿਥੀ ਚੰਦ ਬਾਬਾ ਬਹੁਤ ਉਹਦਾ ਮੱਥਾ ਚੁੰਮਦਾ, ਪੁੱਤ ਨੂੰ ਲਾਡ ਲਡਾਉਂਦਾ ਹੈ। ਸਰਬ ਰੀਤ ਸਮਝਾਏ ਕੈ, ਤੇ ਸਾਰੀ ਰੀਤ ਮਰਿਆਦਾ ਜੀ ਪੁੱਤਰ ਨੂੰ ਸਮਝਾ ਰਿਹਾ ਵੈ। ਚਾਹਤ ਚਿਤ ਚਾਲਾ, ਤੇ ਹੁਣ ਚਾਲਾ ਮਾਰਿਆ ਚਾਹੁੰਦਾ ਹੈ ਗੁਰੂ ਕੇ ਕੋਠੇ ਤੋਂ ਕਚਹਿਰੀ ਲਾਹੌਰ ਦੀ ਨੂੰ। ਨਿਕਸਤ ਸੁਨ ਸਨਮੁਖ ਛੀਕ ਭੀ, ਕਹਿੰਦੇ ਜਦੋਂ ਤੁਰਿਆ ਨਾ ਤੇ ਸਾਹਮਣੇ ਕਿਸੇ ਨੇ, ਕਿਉਂਕਿ ਕਵੀ ਜੀ ਹੁਣ ਇੱਥੇ ਉਹ ਪੜ੍ਹੇ ਹੋਏ ਹੋਣ ਕਰਕੇ ਜਿੰਨੇ ਵੀ ਗ੍ਰੰਥ ਹੈ, ਜਿਵੇਂ ਆ ਜੋਤਿਸ਼ ਦੇ ਆ, ਕੋਈ ਸ਼ਗਨ ਅਪਸ਼ਗਨ ਦੇ, ਇਹ ਗ੍ਰੰਥ ਪੜ੍ਹੇ ਹੋਣ ਕਰਕੇ ਜਣਾ ਰਹੇ ਹੈ ਵੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਣ ਵਾਲਾ ਕੋਈ ਇੱਥੋਂ ਰੇੜੀ ਲਾਉਣ ਵਾਲਾ ਨਹੀਂ, ਮਹਾਨ ਵਿਦਿਆ ਪੜ੍ਹਿਆ ਹੋਇਆ ਵਿਦਵਾਨ ਹੈ। ਇਸ ਕਰਕੇ ਵਿੱਚ ਇਹੋ ਜਿਹੇ ਗ੍ਰੰਥਾਂ ਦੇ ਹਵਾਲੇ ਦੇ ਦਿੰਦੇ ਆ ਵੀ ਇਹ ਵਿਦਵਾਨ ਜਦੋਂ ਕੋਈ ਪੜ੍ਹੇਗਾ, ਕਥਾ ਕਰੇਗਾ ਤੇ ਜਾਣ ਲਵੇਗਾ ਵੀ ਕਵੀ ਸੰਤੋਖ ਸਿੰਘ ਕੋਈ ਐਵੇਂ ਤੁਰਿਆ ਫਿਰਦਾ ਨਹੀਂ ਜਿਹਨੇ ਗ੍ਰੰਥ ਲਿਖ ਮਾਰਿਆ। ਇਸ ਕਰਕੇ ਵਿੱਚ ਹਵਾਲੇ ਦੇ ਦਿੰਦੇ ਕਵੀ ਜੀ। ਕਹਿੰਦੇ ਜਦੋਂ ਪ੍ਰਿਥੀ ਚੰਦ ਤੁਰਿਆ ਨਾ ਘਰ ਚੋਂ ਤੇ ਸਾਹਮਣੇ ਕਿਸੇ ਨੇ ਛਿੱਕ ਮਾਰ ਦਿੱਤੀ। ਜਣਾਉਂਦੇ ਕਵੀ ਜੀ ਵੀ ਅਸੀਂ ਜਿਹੜੇ ਵੈ ਉਹ ਕੋਈ ਜਿਹੜੇ ਸ਼ਗਨ ਅਪਸ਼ਗਨ ਦੇ ਗ੍ਰੰਥ ਵੀ ਪੜ੍ਹੇ ਹੋਏ ਆ, ਇਸ ਕਰਕੇ ਇਹ ਥੋੜਾ ਜਿਹਾ ਵਿੱਚ ਪ੍ਰਸੰਗ ਲਿਖ ਦਿੰਦੇ ਆ। ਫਰਕੋ ਬਾ ਮੰਗਾ, ਤੇ ਪ੍ਰਿਥੀ ਚੰਦ ਦੇ ਸਰੀਰ ਦੇ ਖੱਬੇ ਅੰਗ ਜਿਹੜੇ ਫੜਕ ਰਹੇ ਹਨ। ਸਮਧਾ ਕੋ ਸਿਰ ਭਾਰ ਧਰ, ਤੇ ਸਾਹਮਣੇ ਲੱਕੜੀਆਂ ਸੁੱਕੀਆਂ ਦਾ ਭਾਰ ਲੱਦਿਆ ਹੋਇਆ ਮਨੁੱਖ ਇੱਕ। ਨਰ ਮਿਲਿਓ ਕੁਟੰਗਾ, ਛੋਟੇ ਜਿਹੇ ਢੰਗ ਵਾਲਾ ਲੱਕੜ ਚੁੱਕੀ ਆਉਂਦਾ ਸਾਹਮਣੇੋਂ, ਜਿਹੜਾ ਵਾ ਕੋਈ ਭੈੜੇ ਜਿਹੜੇ ਕਹਿ ਲਓ ਰੂਪ ਵਾਲਾ, ਸਿਰ ਤੇ ਸੁੱਕੀਆਂ ਲੱਕੜਾਂ ਦੀ ਪੰਡ ਚੁੱਕੀ ਆਉਂਦਾ, ਰਸਤੇ ਵਿੱਚ ਮਿਲਿਆ ਹੈ। ਸੰਸੈ ਕਰਮੋ ਬਹੁ ਕਰ ਹੈ, ਇਧਰ ਕਰਮੋਂ ਵੀ ਜਦੋਂ ਇਹੋ ਜਿਹੇ ਅਪਸ਼ਗਨ ਜੇ ਵੇਖਦੀ ਹੈ ਤੇ ਮਨ ਵਿੱਚ ਬੜਾ ਸੰਸੇ ਡਰਦੀ ਕਰਦੀ ਹੈ। ਨਹਿ ਸਕਹਿ ਹਟਾਈ, ਪਰ ਪ੍ਰਿਥੀ ਚੰਦ ਨੂੰ ਰੋਕ ਨਹੀਂ ਸਕਦੀ ਕਿਉਂਕਿ ਹਠੀ ਬਹੁਤ ਹੈ। ਫੁਰਤ ਬਿਲੋਚਨ ਦਾਹਿਨੋ, ਇਧਰ ਪ੍ਰਿਥੀ ਜਿਹੜੀ ਬੀਬੀ ਕਰਮੋਂ ਹੈ ਉਹਦੇ ਮਾਨੋਂ ਜਿਹੜੇ ਖੱਬੇ ਨੇਤਰ ਹੈ, ਖੱਬਾ ਨੇਤਰ ਉਹ ਫੜਕ ਰਿਹਾ ਹੈ। ਲੱਖ ਔਰ ਦੁਖਦਾਈ, ਤੇ ਇਹ ਭੈੜੇ ਅਪਸ਼ਗਨ ਹੁੰਦੇ ਵੇਖ ਕੇ ਮਨ ਵਿੱਚ ਬਹੁਤ ਦੁਖੀ ਹੋ ਰਹੀ ਹੈ। ਨਹਿ ਪ੍ਰਿਥਿਆ ਕੁਛ ਮਨ ਗਿਨੈ, ਪਰ ਪ੍ਰਿਥੀ ਚੰਦ ਮਨ ਵਿੱਚ ਕੁਝ ਨਹੀਂ ਗਿਣ ਸੋਚ ਰਿਹਾ। ਮਮ ਪੱਖੀ ਚੰਦੂ, ਕਿਉਂਕਿ ਉਹ ਸੋਚਦਾ ਵੀ ਕੁਝ ਅਪਸ਼ਗਨ ਨਹੀਂ ਕਰਨਗੇ, ਮੇਰੇ ਮਨ ਵਿੱਚ ਜਿਹੜਾ ਮੇਰਾ ਪੱਖੀ ਹੈ ਨਾ, ਉਹ ਸਹਾਇਤਾ ਕਰਨ ਵਾਲਾ ਮਹਾਨ ਦਰਬਾਰ ਦਾ ਦੀਵਾਨ ਚੰਦੂ ਹੈ। ਲਵਪੁਰ ਚੱਲ ਕਰ ਹੈ ਜਤਨ, ਤੇ ਹੁਣ ਯਤਨ ਕਰਦਾ ਛੇਤੀ ਲਾਹੌਰ ਪਹੁੰਚ ਜਾਵਾਂ। ਕਰ ਅਨੁਜੁਨ ਕੰਦੂ, ਤੇ ਆਪਦੇ ਦੁਸ਼ਮਣ ਛੋਟੇ ਭਰਾ ਗੁਰੂ ਅਰਜਨ ਦੇਵ ਨੂੰ ਨੁਕਸਾਨ ਪਹੁੰਚਾਵਾਂਗਾ। ਜਿੰਨੀ ਛੇਤੀ ਪਹੁੰਚਾਂਗਾ ਉਨੀ ਛੇਤੀ ਚੰਗਾ ਹੈ। ਇਹ ਸਾਧ ਸੰਗਤ ਜੀ, ਪ੍ਰਿਥੀ ਚੰਦ ਜਿਹੜਾ ਵਾ ਇਹ ਮਾਲਵੇ ਤੋਂ ਚੜ੍ਹਿਆ ਫਿਰ ਤੇ ਜਿਵੇਂ ਇੱਧਰ ਲਾਹੌਰ ਨੂੰ ਤੁਰਿਆ ਹੈ, ਪਰ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੈ ਨਾ ਭਾਈ। ਜਿਨ੍ਹਾਂ ਦੀ ਖਾਲਸਾ ਜੀ ਬਾਣੀ ਪੜ੍ਹ ਕੇ ਜੀਵਾਂ ਦੇ ਦੁੱਖ ਕੱਟੇ ਜਾਂਦੇ ਹੈ, ਉਹ ਆਪ ਕਿਹੋ ਜਿਹੇ ਹੋਣਗੇ। ਇਸ ਤਰ੍ਹਾਂ ਫਿਰ ਜਦੋਂ ਸਾਧ ਸੰਗਤ ਜੀ ਪ੍ਰਿਥੀ ਚੰਦ ਵੀ ਗਿਆ ਤੇ ਪ੍ਰਿਥੀ ਚੰਦ ਵੀ ਚੜ੍ਹਾਈ ਕਰ ਗਿਆ ਸੀਗਾ, ਇਹ ਵੀ ਪਰਲੋਕ ਗਮਨ ਹੋਇਆ। ਸੱਚੇ ਪਾਤਸ਼ਾਹ ਗਰੀਬ ਨਵਾਜ ਦੇ ਬਚਨ ਜੈਕਾਰ ਕਿਉ ਧਰਮਿਓ ਕਾ ਪਾਪੀ ਕੋ ਦੰਡ ਦੀ ਹੋਏ। ਫਿਰ ਇਸ ਤਰ੍ਹਾਂ ਚੰਦੂ ਨੇ ਕੋਝੀਆਂ ਚਾਲਾਂ ਚੱਲ ਕੇ ਅੱਗੇ, ਜਿਵੇਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਿਰ ਪੂਰਨੇ ਪਾਏ ਸਨ। ਸ਼ਹਾਦਤ ਦੇ ਕਰਕੇ ਸ਼ਾਂਤੀ ਦੇ ਮੁਜੱਸਮੇ ਬਣੇ। ਵਿਖਾਇਆ ਵੀ ਅਸੀਂ ਕੇਵਲ ਬਚਨ ਨਹੀਂ ਕੀਤੇ, ਤਨ ਮਨ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਇਹ ਬਚਨ ਸਾਈਂ ਮੀਆਂ ਮੀਰ ਨੂੰ ਹਜ਼ੂਰ ਨੇ ਪੂਰੇ ਕਰਕੇ ਵਿਖਾਏ ਸਨ। ਪੁੱਛਿਆ ਸੀ ਸਾਈਂ ਮੀਆਂ ਮੀਰ ਨੇ ਅੰਮ੍ਰਿਤਸਰ ਆ ਕੇ ਵੀ ਮਹਾਰਾਜ ਤੁਹਾਡੀ ਬਾਣੀ ਵਿੱਚ ਇੱਕ ਬਚਨ ਹੈ ਵੀ ਤਨ ਮਨ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਵੀ ਸਰੀਰ ਦੇ ਮੈਂ ਅੰਗ ਸਾਰੇ ਕੱਟ ਕੇ ਤੇ ਪਰਮੇਸ਼ਰ
ਤੇਰੇ ਪ੍ਰੇਮ ਵਿੱਚ ਸਰੀਰ ਦੇ ਅੰਗ ਵੀ ਕੱਟ ਕੇ ਅੱਗ ਵਿੱਚ ਸਾੜ ਦੇਵਾਂ, ਪਰ ਤੇਰਾ ਪ੍ਰੇਮ ਨਾ ਮੇਰੇ ਹਿਰਦੇ ਚੋਂ ਛੁੱਟੇ ਘਟੇ। ਆਖਾਂ ਜੀਵਾਂ ਵਿਸਰੈ ਮਰ ਜਾਓ। ਕਹਿੰਦਾ ਮਹਾਰਾਜ ਇਹ ਕਿਵੇਂ ਸੱਚ ਹੋ ਸਕਦਾ ਹੈ? ਤੋ ਹਜ਼ੂਰ ਨੇ ਤਤੀ ਤਵੀ ਤੇ ਬਹਿ ਕੇ ਆਏ ਹੋਏ ਇਸ ਮੀਆਂ ਮੀਰ ਨੂੰ ਆਖਿਆ, ਫਕੀਰ ਜੀ ਲਓ ਯਾਦ ਕਰੋ, ਜਿਹੜਾ ਸਵਾਲ ਤੁਸੀਂ ਕੀਤਾ ਸੀ ਉਹਦਾ ਜਵਾਬ ਅਸੀਂ ਇੱਥੇ ਤਤੀ ਤਵੀ ਤੇ ਬਹਿ ਕੇ ਦੇ ਰਹੇ ਹਾਂ। ਜਦੋਂ ਇਹ ਬਚਨ ਕਹਿ ਰਹੇ ਸੀ, ਪਾਤਸ਼ਾਹ ਪਿੰਜਣੀਆਂ ਦੀ ਚਰਬੀ ਢਲ ਢਲ ਕੇ ਖਾਲਸਾ ਜੀ ਤਵੀ ਦੀ ਚੁਰ ਦੇ ਨਾਲੋਂ ਲੰਘ ਕੇ ਤੇ ਚੁੱਲ੍ਹੇ ਵਿੱਚ ਪੈ ਰਹੀ ਸੀ ਅੱਗ ਵਿੱਚ। ਜਦੋਂ ਮਹਾਰਾਜ ਨੇ ਬਚਨ ਕਹੇ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਮਹਾਰਾਜ ਨੇ ਜਿੰਨੀ ਗੁਰਬਾਣੀ ਰਚੀ ਉਹਦੇ ਸਾਰੇ ਬਚਨ ਪਾਤਸ਼ਾਹ ਨੇ ਪੂਰੇ ਕੀਤੇ ਹੈ, ਸੱਤ ਕਰਕੇ ਵਿਖਾਏ ਹੈ ਕਿ ਅਸੀਂ ਉਹ ਜੇ ਬਚਨ ਕਿਹਾ ਹੈ ਨਾ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਉਹ ਅਸੀਂ ਅੱਜ ਸਿੱਖੋ ਪੂਰਾ ਕਰਕੇ ਚੱਲੇ ਹਾਂ। ਤੋ ਐਸੇ ਦੀਨ ਦਿਆਲ ਪਾਤਸ਼ਾਹ ਗਰੀਬ ਨਵਾਜ ਦਾ ਮੁਕੱਦਸ ਇਤਿਹਾਸ ਜਿਵੇਂ ਕਵੀ ਸੰਤੋਖ ਸਿੰਘ ਅੱਗੇ ਲਿਖਣਗੇ, ਖਾਲਸਾ ਜੀ ਚੰਦੂ ਦੇ ਪ੍ਰਲੋਕ ਪ੍ਰਿਥੀ ਚੰਦ ਦੇ ਪਰਲੋਕ ਗਮਨ ਕਰਨ ਦਾ ਪ੍ਰਸੰਗ ਹੈ, ਉਹ ਕੱਲ ਵਿਚਾਰ ਲਵਾਂਗੇ। ਇੱਥੇ ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਹਿ ਪ੍ਰਿਥਿਆ ਕੁਛ ਮਨ ਗਿਨੈ, ਮਮ ਪੱਖੀ ਚੰਦੂ, ਲਵਪੁਰ ਚਲ ਕਰ ਹੈ ਜਤਨ, ਕਰ ਅਨੁਜ ਨਿਕੰਦੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।